ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਜੋ ਬਾਈਡਨ ਸਾਹਿਬ ਨੇ ਇੱਕ ਐਲਾਨ ਕੀਤਾ ਕਿ ਅਮਰੀਕਾ ਨੇ ਆਪਣਾ ਸਭ ਤੋਂ ਆਖਰੀ ਭੰਡਾਰ ਰਸਾਇਣਿਕ ਹਥਿਆਰਾਂ ਦਾ ਖਤਮ ਕਰ ਦਿੱਤਾ ਹੈ। ਪਿਛਲੇ 30 ਸਾਲਾਂ ਤੋਂ ਇਸ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਅਮਰੀਕਾ ਕਿ ਜਿਹੜੇ ਵੀ ਰਸਾਇਣਿਕ ਹਥਿਆਰ ਡਿਵੈਲਪ ਕੀਤੇ ਗਏ ਨੇ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਕਿ ਦੁਨੀਆ ਨੂੰ ਚਿੰਤਾ ਮੁਕਤ ਕੀਤਾ ਜਾਵੇ ਰਸਾਇਣਿਕ ਹਥਿਆਰਾਂ ਦੇ ਵਰਤੋਂ ਤੋਂ। ਸੋ ਆਖਰੀ ਭੰਡਾਰ ਵੀ ਖਤਮ ਕਰ ਦਿੱਤਾ ਗਿਆ ਔਰ ਜੋ ਬਾਈਡਨ ਸਾਹਿਬ ਇਸ ਨੂੰ ਘੋਸ਼ਿਤ ਕਰਦੇ ਹੋਏ ਬਹੁਤ ਖੁਸ਼ ਨੇ ਕਿ ਪੂਰੀ ਦੁਨੀਆ ਨੂੰ ਚਿੰਤਾ ਤੋਂ ਮੁਕਤ ਕੀਤਾ ਗਿਆ ਹੈ। ਪਿਛਲੇ 30 ਸਾਲਾਂ ਦਾ ਜੋ ਸਾਡਾ ਤਜਰਬਾ ਹੈ, ਸਾਡੀ ਮਿਹਨਤ ਹੈ, ਉਹ ਸਫਲ ਹੋਈ ਹੈ ਤੇ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਹੁਨਰ ਦਾ, ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਕੇ ਇਹਨਾਂ ਸਾਰੇ ਹਥਿਆਰਾਂ ਨੂੰ ਖਤਮ ਕਰਨ ਦੇ ਵਿੱਚ ਅਮਰੀਕਾ ਸਰਕਾਰ ਦੀ ਮਦਦ ਕੀਤੀ ਹੈ। ਤੇ ਨਾਲ ਬਾਈਡਨ ਸਾਹਿਬ ਨੇ ਵੀ ਐਲਾਨ ਕੀਤਾ ਕਿ ਕਿਉਂ ਨਾ ਪੂਰੀ ਦੁਨੀਆ ਇਸ ਸ਼ਾਂਤੀ ਦੇ ਖੇਤਰ ਦੇ ਵਿੱਚ ਅਗਲਾ ਕਦਮ ਵਧਾਵੇ, ਕਿਉਂਕਿ ਪਹਿਲਾ ਕਦਮ ਅਸੀਂ ਵਧਾ ਦਿੱਤਾ ਹੈ, ਅਗਲੇ ਕਦਮ ਬਾਕੀ ਲੋਕ ਵੀ ਵਧਾਉਣ। ਰਸ਼ੀਆ ਨੂੰ ਖਾਸ ਕਰਕੇ ਕਿਹਾ ਹੈ ਔਰ ਬਾਕੀ ਦੇ ਜਿਹੜੇ ਇਸਲਾਮਿਕ ਕੰਟਰੀਜ਼ ਨੇ ਜਿੱਥੇ ਜਿੱਥੇ ਵੀ ਕੈਮੀਕਲ ਵੈਪਨਸ ਹੈਗੇ ਨੇ ਉਹਨਾਂ ਨੂੰ ਵੀ ਇਹ ਉਹਨਾਂ ਨੇ ਹਿਦਾਇਤ ਵੀ ਕੀਤੀ ਹੈ ਤੇ ਨਾਲ ਉਹਨਾਂ ਨੇ ਇਹ ਬੇਨਤੀ ਵੀ ਕੀਤੀ ਹੈ ਤੇ ਨਾਲ ਬਾਕੀ ਹੋਰ ਵੀ ਦੇਸ਼ ਜਿਨ੍ਹਾਂ ਕੋਲ ਰਸਾਇਣਿਕ ਹਥਿਆਰ ਮੌਜੂਦ ਨੇ ਜੋ ਬਹੁਤ ਮਾਰੂ ਨੇ, ਜਿਸ ਨਾਲ ਇਨਸਾਨੀ ਸਮਾਜ ਦਾ ਬਹੁਤ ਨੁਕਸਾਨ ਹੋ ਸਕਦਾ ਹੈ, ਉਹਨਾਂ ਹਥਿਆਰਾਂ ਨੂੰ ਖਤਮ ਕਰਨ ਦਾ ਐਲਾਨ ਕਰਨ ਵਾਸਤੇ ਕਿਹਾ ਤੇ ਨਾਲ ਕਿਹਾ ਕਿ ਅਸੀਂ ਇੱਕ ਸੰਧੀ ਕਰੀਏ ਜਿਹਦੇ ਵਿੱਚ ਅੱਗੋਂ ਤੋਂ ਕਦੀ ਵੀ ਕੋਈ ਵੀ ਰਸਾਇਣਿਕ ਹਥਿਆਰ ਡਿਵੈਲਪ ਨਾ ਕੀਤਾ ਜਾਵੇ, ਦੁਨੀਆ ਨੂੰ ਬਿਲਕੁਲ ਇਹਨਾਂ ਰਸਾਇਣਿਕ ਹਥਿਆਰਾਂ ਤੋਂ ਖਾਲੀ ਕਰ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਹੋਵੇ। ਵੇਖਿਆ ਜਾਵੇ ਤਾਂ ਵਿਸ਼ਵ ਸ਼ਾਂਤੀ ਵਾਸਤੇ ਇੱਕ ਬਹੁਤ ਵਧੀਆ ਕਦਮ ਹੈ ਜੋ ਅਸੀਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜੇ ਕੈਮੀਕਲ ਵੈਪਨਸ ਦਾ ਕੋਈ ਨਾਮੋ ਨਿਸ਼ਾਨ ਨਾ ਹੋਵੇ ਤਾਂ ਇੱਕ ਬਹੁਤ ਵਧੀਆ ਪਹਿਲ ਕੀਤੀ ਹੈ ਅਮਰੀਕਾ ਨੇ। ਤੇ ਨਾਲ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕਿਉਂ ਨਾ ਸਾਰੇ ਇਕੱਠੇ ਹੋ ਜਾਈਏ, ਪੂਰਾ ਇਨਸਾਨੀ ਭਾਈਚਾਰਾ ਇਕੱਠਾ ਹੋ ਜਾਏ, ਕਿਉਂਕਿ 80 ਸਾਲਾਂ ਦੇ ਨੇ ਬਾਈਡਨ ਸਾਹਿਬ, ਸਾਰੀ ਉਮਰ ਦਾ ਤਜਰਬਾ ਹੈ, ਸਾਰੀ ਉਮਰ ਉਹਨਾਂ ਨੇ ਇਹੀ ਦੇਖਿਆ ਕਿ ਕਿੱਦਾਂ ਜੰਗਾਂ ਹੁੰਦੀਆਂ ਨੇ, ਕਿੱਦਾਂ ਰਾਜਨੀਤਿਕ ਫਾਇਦੇ ਵਾਸਤੇ ਇੱਕ ਦੂਜੇ ਦਾ ਫਾਇਦਾ ਚੁੱਕਿਆ ਜਾਂਦਾ, ਇੱਕ ਦੂਜੇ ਦਾ ਨੁਕਸਾਨ ਕੀਤਾ ਜਾਂਦਾ ਆਪਣੇ ਰਾਜਨੀਤਿਕ ਫਾਇਦੇ ਵਾਸਤੇ ਤੇ ਉਹਦਾ ਖਾਮਿਆਜ਼ਾ ਕਿਉਂ ਭੁਗਤਣਾ ਪੈਂਦਾ ਆਮ ਲੋਕਾਂ ਨੂੰ, ਆਮ ਜਨਤਾ ਨੂੰ। ਕਿਉਂ ਨਾ ਆਮ ਜਨਤਾ ਨੂੰ ਹੁਣ ਸੁੱਖ ਸ਼ਾਂਤੀ ਦਾ ਜੀਵਨ ਦਿੱਤਾ ਜਾਏ ਤਾਂ ਇਹਨਾਂ ਲਾਲਚ ਦੇ ਕਾਰੋਬਾਰਾਂ ਦੇ ਉੱਤੇ ਪਾਬੰਦੀ ਲਗਾ ਕੇ ਕਿਉਂ ਨਾ ਇੱਕ ਸਹੀ ਔਰ ਸਿੱਧੀ ਦਿਸ਼ਾ ਦੇ ਵਿੱਚ ਜੀਵਨ ਨੂੰ ਜਿਉਣ ਦਾ ਤਰੀਕਾ ਅਪਣਾਇਆ ਜਾਏ। ਸੋ ਇਹ तमाम ਗੱਲਾਂ ਉਹਨਾਂ ਨੇ ਕੀਤੀਆਂ ਨੇ। ਸੋ ਇੱਕ ਵਧੀਆ ਕਦਮ ਹੈ ਕਿ ਪੂਰੀ ਦੁਨੀਆ ਨੂੰ ਜੇ ਜੰਗਾਂ ਤੋਂ ਮੁਕਤ ਕਰ ਦਿੱਤਾ ਜਾਵੇ, ਰਸਾਇਣਿਕ ਹਥਿਆਰਾਂ ਤੋਂ ਮੁਕਤ ਕਰ ਦਿੱਤਾ ਜਾਵੇ, ਆਪਸੀ ਮਸਲੇ ਬੈਠ ਕੇ ਟੇਬਲ ਦੇ ਉੱਤੇ ਸੁਲਝਾ ਲਿੱਤੇ ਜਾਣ ਤਾਂ ਦੁਨੀਆ ਕਿੰਨੀ ਖੂਬਸੂਰਤ ਹੋ ਜਾਏਗੀ, ਦੁਨੀਆ ਕਿੰਨੀ ਪਿਆਰੀ ਹੋ ਜਾਏਗੀ। ਔਰ ਯੂਕਰੇਨ ਦਾ ਜੋ ਯੁੱਧ ਚੱਲ ਰਿਹਾ ਰਸ਼ੀਆ ਦੇ ਨਾਲ ਉਹ ਵੀ ਸਮਾਪਤ ਹੋਵੇ। ਯੂਰਪ ਇਸ ਵਕਤ ਯੁੱਧ ਦੇ ਵਿੱਚ ਉਲਝਿਆ ਹੋਇਆ ਤੇ ਜਿਹੜਾ ਏਸ਼ੀਆ ਇਸ ਵਕਤ ਕੋਲਡ ਵਾਰ ਦੇ ਵਿੱਚ ਉਲਝਿਆ ਹੋਇਆ ਕਿਉਂਕਿ ਹਥਿਆਰ ਬਣਾਏ ਜਾ ਰਹੇ ਨੇ, ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਸੋ ਇੱਕ ਵਧੀਆ ਕਦਮ ਹੈ, ਅਸੀਂ ਸਾਰੇ ਇਸ ਕਦਮ ਨੂੰ ਸੈਲਿਊਟ ਕਰਦੇ ਹਾਂ। ਹੁਣ ਵੱਧਦੇ ਹਾਂ ਆਪਣੇ ਪੰਜਾਬ ਦੇ ਮਸਲਿਆਂ ਵੱਲ, ਆਪਣੇ ਭਾਰਤ ਦੇ ਮਸਲਿਆਂ ਵੱਲ। ਮੇਰੇ ਨਾਲ ਪੰਜਾਬ ਫੋਕਸ ਦੇ ਵਿੱਚ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਬਲਕਾਰ ਜੀ 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 ਕੀ ਹਾਲ ਚਾਲ ਹੈ? ਮੈਂ ਕਿਹਾ ਬਿਲਕੁਲ ਬਿਲਕੁਲ ਚੜ੍ਹਦੀ ਕਲਾ। ਚੜ੍ਹਦੀ ਕਲਾ ਹੀ ਹੋਣੀ ਚਾਹੀਦੀ ਆ ਔਰ ਚੜ੍ਹਦੀ ਕਲਾ ਹੀ ਸਾਨੂੰ ਸੋਭਦੀ ਹੈ ਸਾਰੇ ਪੰਜਾਬੀਆਂ ਨੂੰ। ਹੁਣੇ ਚੜ੍ਹਦੀ ਕਲਾ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਅਮਰੀਕਾ ਦੀ ਧਰਤੀ ਤੇ ਜੋ ਕੁਝ ਹੋਇਆ ਵਾਪਰਿਆ, ਜੋ ਬਾਈਡਨ ਸਰਕਾਰ ਸੋਚ ਰਹੀ ਹੈ ਕਿ ਵਿਸ਼ਵ ਨੂੰ ਕਿਸ ਰਸਤੇ 'ਚ ਲੈ ਕੇ ਜਾਣਾ, ਉਹ ਕੀ ਮਾਰਗਦਰਸ਼ਨ ਕਰਨਗੇ, ਉਹ ਗੱਲਾਂ ਕੀਤੀਆਂ ਤੁਸੀਂ। ਤੇ ਹੁਣ ਆਪਾਂ ਗੱਲਾਂ ਕਰਾਂਗੇ ਪੰਜਾਬ ਦੀਆਂ, ਇੰਡੀਆ ਦੀਆਂ, ਸਾਡੀ ਸਰਕਾਰ ਦੀਆਂ ਔਰ ਪੂਰੇ ਭਾਰਤ ਦੀਆਂ। ਬਿਲਕੁਲ, ਸ਼ੁਰੂਆਤ ਫਿਰ ਅਮਰੀਕਾ ਤੋਂ ਹੀ ਕਰਦੇ ਹਾਂ। ਜ਼ਰੂਰ। ਇੱਕ ਗ੍ਰੀਨ ਕਾਰਡ ਨਾਲ ਸੰਬੰਧਿਤ ਬਾਈਡਨ ਪ੍ਰਸ਼ਾਸਨ ਦਾ ਐਲਾਨ ਹੈ ਕਿ ਜਿਹੜੇ ਅਣਵਰਤੇ ਗ੍ਰੀਨ ਕਾਰਡ ਨੇ 2 ਲੱਖ ਦੇ ਕਰੀਬ, ਕਿਉਂ ਨਾ ਉਹ ਵਾਪਸ ਲੈ ਲਏ ਜਾਣ। ਸੋ ਇੱਕ ਬਹੁਤ ਅਹਿਮ ਫੈਸਲਾ ਹੈ ਔਰ ਸਾਡਾ ਜੋ ਇੰਡੀਅਨ ਡਾਇਸਪੋਰਾ ਹੈ ਇਹਦੇ ਵਿੱਚ ਇਸ ਗੱਲ ਦੀ ਖੂਬ ਚਰਚਾ ਹੈ। ਵੈਸੇ ਜਿਹੜੇ ਇਹਨਾਂ ਨੇ ਕੀਤੇ ਸੀ, ਉਹਨਾਂ ਨੂੰ ਇਸ਼ੂ ਕੀਤੇ ਸੀਗੇ, ਉਹ ਸਾਰੇ ਗ੍ਰੀਨ ਕਾਰਡ, ਜਿਹੜੇ ਗ੍ਰੀਨ ਕਾਰਡ ਦਾ ਮਤਲਬ ਹੈ ਉੱਥੋਂ ਦੀ PR, ਉੱਥੋਂ ਦਾ ਸਿਟੀਜ਼ਨ ਹੋ ਜਾਣਾ, ਉਹ ਸਾਰੇ ਉੱਥੇ ਪੱਕੇ ਤੌਰ 'ਤੇ ਜਿਹੜੇ ਰਹਿਣ ਦੇ ਚਾਹਵਾਨ ਸੀ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਇਸ਼ੂ ਕਰ ਦਿੱਤੇ ਸੀਗੇ, ਪਰ ਉਹ ਅਣਵਰਤੇ ਰਹਿ ਗਏ, ਉਹਨਾਂ ਨੂੰ ਯੂਜ਼ ਨਹੀਂ ਕੀਤਾ ਗਿਆ। ਪਰ ਇਸ ਸਰਕਾਰ ਨੇ ਸੋਚਿਆ ਕਿ ਕਿਉਂ ਨਹੀਂ ਜਿਹੜੇ ਉਡੀਕ 'ਚ ਬੈਠੇ ਆ, ਜਿਹੜੇ ਵਿਚਾਰੇ ਬੜੇ ਮੁੱਦਤਾਂ ਤੋਂ ਸੋਚ ਰਹੇ ਕਿ ਅਸੀਂ ਉੱਥੋਂ ਦੇ ਸਿਟੀਜ਼ਨ ਬਣ ਜਾਈਏ, ਉੱਥੋਂ ਦੇ PR ਲੈ ਲਈਏ, ਉਹਨਾਂ ਕਿਹਾ ਕਿ ਬਣੇ ਬਣਾਏ ਉਹਨਾਂ ਨੂੰ ਕਿਉਂ ਨਾ ਦਈਏ। ਸਿਰਫ ਤੇ ਸਿਰਫ ਤੇ ਨਾਂ ਜਿਹੜੇ ਆ ਚੇਂਜ ਕਰਨਗੇ, ਸਾਰਾ ਕੁਝ ਜਿਹੜੀ ਉਹ 'ਚ ਤਬਦੀਲੀ ਹੋਗੀ, ਨੰਬਰ ਜੋ ਕੁਛ ਹੋ ਜੋ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ਼ੂ ਕਰ ਦਿੱਤੇ ਉਹ ਰਹਿਣਗੇ ਉਸੇ ਤਰ੍ਹਾਂ ਦੇ। ਅਮਰੀਕਾ 'ਚ ਸਿਰਫ ਗ੍ਰੀਨ ਕਾਰਡ ਜਿਹੜੇ ਹੋਲਡਰ ਆ ਉਹਨਾਂ ਨੂੰ ਸਿਰਫ ਸਿਟੀਜ਼ਨ ਦਿੱਤੀ ਜਾਂਦੀ ਹੈ। ਇਹ ਹੁਣ ਜਿਹੜੇ ਵਰਤੇ ਨਹੀਂ ਸੀ ਗਏ, ਇਹ ਸਮਝ ਲਓ ਰੱਦੀ ਦੀ ਟੋਕਰੀ 'ਚ ਪਏ ਸੀਗੇ, ਉਹਨਾਂ ਨੂੰ ਹੁਣ ਵਰਤਣ ਲਈ ਇਹਨਾਂ ਨੇ ਕਹਿਤਾ ਕਿ ਇਹ ਸਾਰੇ ਜਿਹੜੇ ਜੋ ਉੱਥੋਂ ਦੇ ਨਾਗਰਿਕ ਆ ਉਹਨਾਂ ਨੂੰ, ਜਿਹੜੇ ਵਿਚਾਰੇ ਇਸ ਦੇ ਬਾਰੇ 'ਚ ਅਪਲਾਈ ਕਰ ਚੁੱਕੇ ਆ, ਜਿਨ੍ਹਾਂ ਨੇ ਐਲੀਜੀਬਿਲਿਟੀ ਮੁਕੰਮਲ ਕਰ ਲਈ ਹੈ, ਉਹਨਾਂ ਨੂੰ ਕਿਉਂ ਨਾ ਦਿੱਤੇ ਜਾਣ। ਹੁਣ ਉਹਨਾਂ ਦੀ ਕਿਸਮਤ ਜਾਗ ਪਈ ਹੈ, ਜਿਹੜੇ ਹੋ ਸਕਦਾ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਸਮਾਂ ਲੱਗ ਜਾਂਦਾ,
ਕਈ ਵਿਚਾਰੇ ਵੈਸੇ ਉੱਥੋਂ ਬੈਠੇ ਆ, ਕਈ ਕੰਧਾਂ ਟੱਪ ਕੇ ਬੈਠੇ ਆ, ਕਈ ਕਿਸ ਤਰ੍ਹਾਂ ਦੀਆਂ ਬੈਠੇ ਆ, ਮੁੱਤਾਂ ਤੋਂ ਹੋ ਗਿਆ। ਔਰ ਜਿਹੜੇ ਉੱਥੋਂ ਦੇ ਇੰਪਲਾਇਰ ਆ ਉਹਨਾਂ ਦੇ ਥੱਲੇ ਲਾ ਕੇ ਕੰਮ ਕਰ ਰਹੇ ਸੀਗੇ, ਔਰ ਉਹ ਉਹਨਾਂ ਨੂੰ ਵਾਜਬ ਜਿਹੜਾ ਅਸੀਂ ਪੈਸਾ ਵੀ ਨਹੀਂ ਸੀ ਦੇ ਰਹੇ। ਜਿੰਨੇ ਪਾਉਂਡ ਜੋ ਘੰਟਿਆਂ ਦੇ ਹਿਸਾਬ ਨਾਲ ਪੈਸਾ ਬਣਦਾ ਉਹ ਨਹੀਂ ਸੀ ਦਿੰਦੇ। ਪਰ ਹੁਣ ਉਹਨਾਂ ਦੀ ਕਿਸਮਤ ਪਈ ਹੈ ਜਾਗ। ਹੁਣ ਇਸੇ ਕਰਕੇ ਜਦੋਂ ਗ੍ਰੀਨ ਕਾਰਡ ਹੋਲਡਰ ਹੋ ਗਏ ਉਹਨਾਂ ਨੇ ਇੰਡੀਪੈਂਡੈਂਟ ਕੰਮ ਕਰਨਾ, ਜੋ ਉੱਥੋਂ ਦੀ ਉਜਰਤ ਆ, ਜੋ ਉੱਥੋਂ ਦਾ ਰਹਿਣ ਦਾ ਕਹਿਣ ਦਾ ਪੈਸਾ ਦੇਣਾ ਉਹਨਾਂ ਨੇ ਡਾਲਰ, ਉਹ ਸਾਰੇ ਉਹਨਾਂ ਨੂੰ ਮਿਲਣਗੇ। ਇਹ ਹੁਣ ਉਹ ਲੋਕਾਂ ਦੇ ਲਈ ਬਹੁਤ ਵੱਡੀ ਇੱਕ ਸੀਗੀ ਪਾਲਿਸੀ ਜਿਹੜੀ ਇਹਨਾਂ ਨੇ ਪੂਰੀ ਕਰ ਦਿੱਤੀ ਹੈ। ਬਾਈਡਨ ਸਰਕਾਰ ਨੂੰ ਪਤਾ ਕਿ ਇਲੈਕਸ਼ਨ ਆਉਣ ਵਾਲੀ, ਲੋਕਾਂ ਨੂੰ ਕਰੀਏ ਖੁਸ਼। ਖਾਸ ਕਰਕੇ ਏਸ਼ੀਅਨ ਕੰਟਰੀ ਦੇ ਜਿਹੜੇ ਲੋਕ ਉੱਥੇ ਬੈਠੇ ਆ, ਸਾਡੇ ਪੰਜਾਬ ਦੇ ਵੀ ਉਹਦੇ ਵਿੱਚ ਮੋਹਰੀ ਹੈਗੇ ਆ, ਉਹਦੇ ਵਿੱਚ ਬਿਹਾਰ ਵੀ ਆ, ਬੰਗਾਲ ਵੀ ਆ, ਔਰ ਕੇਰਲਾ ਖਾਸ ਕਰਕੇ ਉੱਥੇ ਬਹੁਤ ਬੈਠੇ ਆ। ਔਰ ਬਹੁਤ ਮੁੰਡੇ ਇੰਟੈਲੀਜੈਂਟ ਜਿਹੜੇ ਉੱਥੇ ਬੈਠੇ ਆ, ਯੰਗ ਜਿਹੜੇ ਪਰਿਵਾਰਾਂ ਦੇ ਪਰਿਵਾਰ ਬੈਠੇ ਆ। ਹੁਣ ਜਿਹਨੂੰ ਮਿਲ ਗਿਆ ਗ੍ਰੀਨ ਕਾਰਡ, ਉਹਨੇ ਉਦੋਂ ਬਾਅਦ ਆਪਣੀ ਫੈਮਿਲੀ ਲਿਆਉਣੀ, ਆਪਣੇ ਬੱਚੇ ਲਿਆਉਣੇ ਆ, ਟਿਕਟਾਂ ਲੈਣਗੇ, ਬਾਈ ਏਅਰ ਜਾਣਗੇ, ਏਅਰ ਇੰਡੀਆ ਨੂੰ ਵੀ ਪੈਸੇ ਮਿਲਣਗੇ, ਅਮਰੀਕਨ ਜਿਹੜੀਆਂ ਏਅਰਲਾਈਨ ਉਹਨਾਂ ਨੂੰ ਪੈਸੇ ਮਿਲਣਗੇ, ਕੈਨੇਡੀਅਨ ਏਅਰਲਾਈਨਸ ਉਹਨਾਂ ਨੂੰ ਜਾਣਗੇ, ਸਾਰੀਆਂ ਏਅਰਲਾਈਨਸ ਨੂੰ ਵੀ ਪੈਸੇ ਜਾਊਗਾ, ਇਮੀਗ੍ਰੇਸ਼ਨ ਨੂੰ ਵੀ ਜਾਊਗਾ, ਔਰ ਬੱਚੇ ਵੀ ਜਾਣਗੇ, ਸਕੂਲ ਕਾਲਜ ਵਿੱਚ ਵੀ ਰੌਣਕ ਹੋਊਗੀ। ਬੜਾ ਕੁਛ ਉੱਥੇ ਜਿਹੜਾ ਚਹਿਲ ਪਹਿਲ ਜਿਹਨੂੰ ਅਸੀਂ ਕਹਿੰਦੇ ਆ ਉਹ ਹੈਗਾ। ਬਾਈਡਨ ਸਰਕਾਰ ਜਦੋਂ ਕੋਈ ਕਾਨੂੰਨ 'ਚ ਵਿਵਸਥਾ 'ਚ ਬਦਲਦੀ ਹੈ, ਤਬਦੀਲ ਕਰਦੀ ਹੈ, ਉਦੋਂ ਇੱਕ ਮਾਰਕੇ ਦਾ ਕੰਮ ਕਰਦੀ ਹੈ। ਇਹ ਵੀ ਬਹੁਤ ਵੱਡਾ ਹੈਗਾ ਕੰਮ। ਨਹੀਂ ਤਾਂ ਉਹ ਪੈ ਰਹਿਣੇ ਸੀ, ਉਹਨਾਂ ਨੂੰ ਕਹਿੰਦੇ ਰਹਿਣ ਦੇ, ਇਹਨਾਂ ਵਰਤੇ ਨਹੀਂ ਹੈਗੇ, ਇਹਨਾਂ ਨੂੰ ਕੈਂਸਲ ਕਰੋ। ਪਰ ਕੈਂਸਲ ਨਹੀਂ ਕੀਤਾ, ਉਹਨਾਂ ਨੇ ਕਹਿਤਾ ਇਹਨਾਂ ਨੂੰ ਨਵਿਆਓ, ਰਿਨਿਊ ਕਰਕੇ ਇਹਨਾਂ ਨੂੰ ਦਿਓ, ਔਰ ਰਿਨਿਊ ਕਰਕੇ ਇਹਨਾਂ ਨੂੰ ਦੇ ਦੇਣੇ ਆ। ਜਿਸ ਤਰ੍ਹਾਂ ਡਰਾਈਵਿੰਗ ਲਾਇਸੈਂਸ ਹੁੰਦਾ, ਜਿਹੜਾ ਪਿਆ ਵਾ ਤੁਹਾਡੇ ਕੋਲ, ਪਹਿਲਾਂ ਉਹਦੀ ਲਰਨਿੰਗ ਬਣਦਾ ਹੈ ਨਾ, ਉਦੋਂ ਬਾਅਦ ਫਿਰ ਤੁਹਾਡਾ ਪੱਕਾ ਬਣਦਾ, ਫਿਰ ਹੈਵੀ ਬਣਦਾ। ਇਹ ਮਤਲਬ ਹੈਵੀ ਆ, ਹੈਵੀ ਜਿਹੜਾ ਵੱਡੀ ਗੱਡੀ ਲੈ ਕੇ ਤੁਰਨਾ ਉਹ ਆ। ਔਰ ਇੱਕ ਪਹਿਲਾਂ ਵੀ ਐਲਾਨ ਹੋਇਆ ਸੀ ਨਾ, H-1B ਵੀਜ਼ਾ ਜਿਹੜਾ ਹੈ ਉਹ ਵੀ ਅਮਰੀਕਾ ਦੇ ਵਿੱਚ ਹੀ ਰਿਨਿਊ ਹੋਏਗਾ। ਪ੍ਰੋਫੈਸ਼ਨਲਿਜ਼ਮ ਜਿਹੜੇ ਬੰਦੇ ਆਰਟ ਲੈ ਕੇ ਜਾਂਦੇ ਆ ਜੀ, ਉਹ ਅਮਰੀਕਾ ਦੇ ਵਿੱਚ ਹੀ ਰਿਨਿਊ ਹੋਏਗਾ, ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਏਗੀ। ਇਹ ਵੀ ਇੱਕ ਵੱਡਾ ਅਹਿਮ ਫੈਸਲਾ ਸੀ। ਮੰਨਦੇ ਵਾਲੇ ਜਿਹੜੇ ਇਹਨਾਂ ਨੂੰ ਕੁਝ ਕੈਨੇਡਾ 'ਚ ਵੀ ਕਹਿਤਾ ਕਿ ਉੱਥੇ ਵੀ ਜਾ ਸਕਦੇ ਆ। ਟਰੂਡੋ ਸਾਹਿਬ ਤੇ ਬਾਈਡਨ ਸਰਕਾਰਾਂ ਦੋਵਾਂ ਦਾ ਆਪਸੀ ਜਿਹੜਾ ਮੇਲ ਜੁਲ ਹੋਇਆ, ਇਹਨਾਂ ਨੇ ਗੱਲ ਕੀਤੀ, ਉਹਦੇ ਵੰਡ ਚੁੰਡ ਕੇ ਦੇ ਦਿਓ। ਨਾਲ ਤਾਂ ਹੈਗਾ ਕੁਝ ਬੰਦੇ ਤੁਸੀਂ ਇੱਧਰ ਵੀ ਭੇਜ ਸਕਦੇ ਜੇ, ਜਿਹੜੇ ਉਹਨਾਂ ਨੇ H-1 ਵੀਜ਼ਾ ਲਿਆ, ਉਹ 2 ਕੰਟਰੀਆਂ 'ਚ ਜਾ ਸਕਦੇ ਆ। ਇਹ ਬਹੁਤ ਵਧੀਆ ਫੈਸਲਾ ਹੈ, ਔਰ ਸਾਡਾ ਇੰਡੀਅਨ ਡਾਇਸਪੋਰਾ ਇਸ ਨੂੰ ਖਾਸ ਤੌਰ ਤੇ ਸੈਲੂਟ ਵੀ ਕਰਦਾ ਹੈ ਤੇ ਸਵਾਗਤ ਵੀ ਕਰਦਾ ਹੈ। ਸੋ ਨਾਲ ਇੱਕ ਹੋਰ ਵੀ ਦਿੱਕਤ ਆ ਰਹੀ ਹੈ ਕਿ ਵਿਦੇਸ਼ਾਂ 'ਚ ਜਿਹੜੇ ਮੁੰਡੇ ਕੁੜੀਆਂ ਫਸੇ ਹੋਏ ਨੇ, ਉਹਨਾਂ ਦੀਆਂ ਦਿੱਕਤਾਂ, ਉਹਨਾਂ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਨੇ ਸਰਕਾਰਾਂ ਦੇ ਕੋਲ ਵੀ। ਕਈ ਵਾਰ ਵੀਡੀਓਜ਼ ਵੀ ਲੀਕ ਹੁੰਦੇ ਨੇ ਕਿ ਇੱਥੋਂ ਜਿਹੜੇ ਏਜੰਟਸ ਨੇ ਉਹਨਾਂ ਨੂੰ ਧੋਖਾ ਦਿੰਦੇ ਨੇ ਕਿ ਉੱਥੇ ਜਾ ਕੇ ਵਧੀਆ ਕੰਮ ਹੋਏਗਾ, ਤੇ ਉੱਥੇ ਜਾ ਕੇ ਕੀ ਹੁੰਦਾ ਕਿ ਉਹਨਾਂ ਦੇ ਪਾਸਪੋਰਟ ਖੋਹ ਲਏ ਜਾਂਦੇ ਨੇ, ਉਹਨਾਂ ਨੂੰ ਘਰਾਂ ਦੇ ਵਿੱਚ ਕੰਮ ਕਰਵਾਇਆ ਜਾਂਦਾ ਹੈ, ਔਰ ਕੁਝ ਲੜਕੀਆਂ ਨੇ ਜਿਨ੍ਹਾਂ ਨੂੰ ਸੈਕਸ਼ੁਅਲੀ ਵੀ ਹਰਾਸ ਕੀਤਾ ਜਾਂਦਾ ਹੈ। ਇਹ ਸਭ ਉੱਥੇ ਦਿੱਕਤਾਂ ਆ ਰਹੀਆਂ ਨੇ। ਸੋ ਸਰਕਾਰਾਂ ਕਹਿ ਰਹੀਆਂ ਨੇ, ਖਾਸ ਤੌਰ ਤੇ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਹੋਇਆ ਕਿ ਜਿਹੜੇ ਮੁੰਡੇ ਕੁੜੀਆਂ ਉੱਥੇ ਫਸੇ ਨੇ ਵਿਦੇਸ਼ਾਂ ਦੇ ਵਿੱਚ, ਉਹਨਾਂ ਨੂੰ ਲਿਆਵਾਂਗੇ ਵਾਪਸ, ਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਏਗੀ, ਸਰਕਾਰਾਂ ਨਾਲ ਸੰਪਰਕ ਕੀਤਾ ਜਾਏਗਾ। ਉਹਨਾਂ ਨੇ ਜਿਹੜੇ ਵਿਦੇਸ਼ਾਂ ਦੇ ਰਾਜਦੂਤ ਇੰਡੀਆ ਦੇ ਵਿੱਚ ਬੈਠੇ ਨੇ, ਇੰਡੀਆ ਦੀ ਅੰਬੈਸੀ ਦੇ ਇੱਥੇ ਸਾਰੇ ਤਾਇਨਾਤ ਨੇ, ਉਹਨਾਂ ਨੂੰ ਵੀ ਕਹਿੰਦੇ ਨੇ ਸੰਪਰਕ ਕਰਕੇ ਅਸੀਂ ਬਾਹਰੋਂ ਮੁੰਡੇ ਕੁੜੀਆਂ ਮੰਗਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹੁਣੇ ਜਿਹੜੇ NRI ਮੰਤਰੀ ਨੇ ਔਰ ਪੰਜਾਬ ਸਰਕਾਰ ਹੈ, ਇਹਨਾਂ ਨੇ ਰਲ ਕੇ ਫੈਸਲਾ ਲਿਆ ਹੈਗਾ ਕਿ ਜਿਹੜਾ ਸ਼ੋਸ਼ਣ ਹੋ ਰਿਹਾ, ਸਰੀਰਕ ਸ਼ੋਸ਼ਣ ਬੱਚਿਆਂ ਦਾ, ਕੁੜੀਆਂ ਦਾ, ਜਿਨ੍ਹਾਂ ਨੂੰ ਭੇਜਣਾ ਡੁਬਈ ਹੁੰਦਾ ਤੇ ਓਮਾਨ 'ਚ ਜਾ ਵੜਦੇ, ਫਿਰ ਉਹਨਾਂ ਦਾ ਪਾਸਪੋਰਟ ਕੋਲ ਰੱਖ ਲੈਂਦੇ ਆ, ਫਿਰ ਉਹਨਾਂ ਨੂੰ ਕੋਈ ਇੰਨਾ ਕੰਮ ਲੈਂਦੇ ਆ, ਜਿਹੜੀ ਉਜਰਤ ਦੇਣੀ ਹੁੰਦੀ ਉਹ ਨਹੀਂ ਦਿੰਦੇ, ਜਿਹੜੇ ਉਧਰ ਦੇ ਦਿਨਾਰ, ਜੋ ਉਧਰ ਦਾ ਪੈਸਾ ਵਾ ਉਹ ਨਹੀਂ ਦਿੰਦੇ। 24 ਘੰਟੇ ਕੁੜੀਆਂ ਕੋਲ ਕੰਮ ਕਰਾਉਂਦੇ ਆ, ਘਰ ਦਾ ਕੰਮ, ਰਸੋਈ ਦਾ ਕੰਮ, ਸਾਰਾ ਹੀ ਕੰਮ। ਉਹ ਜਿਹੜੇ ਸ਼ਾਹ ਉਧਰ ਦੇ ਹੈਗੇ ਆ, ਪਠਾਨ ਆ, ਜਿਹੜੇ ਵੱਡੇ ਲੋਕ ਆ, ਉਹਨਾਂ ਲੋਕਾਂ ਦਾ ਇਸ ਤਰ੍ਹਾਂ ਸਰੀਰਕ ਸ਼ੋਸ਼ਣ ਵੀ ਕਰਦੇ ਆ, ਮੈਂਟਲੀ ਵੀ ਟੌਰਚਰ ਕਰਦੇ ਉਹਨਾਂ ਨੂੰ, ਕਈ ਤਰ੍ਹਾਂ ਦੇ ਉਹਨਾਂ ਦਾ ਜਿਹੜਾ ਮਾਨਸਿਕ ਤੌਰ 'ਤੇ ਉਹਨਾਂ ਨੂੰ ਪਰੇਸ਼ਾਨ ਕਰਦੇ ਆ। ਇਹ ਹੁਣ ਸਰਕਾਰ ਨੇ ਇਹ ਮੁੱਦਾ ਅੱਗੇ ਰੱਖ ਲਿਆ ਕਿ ਇਹਦੇ ਵਿੱਚ ਜਿਹੜੇ ਵੀ ਏਜੰਟ ਬੈਠੇ ਨੇ, ਜਿਹੜੇ ਏਜੰਟ ਖਾਸ ਤੌਰ 'ਤੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈਗਾ, ਜਿਹੜੇ ਬਗੈਰ ਲਾਇਸੈਂਸ ਦੇ ਲੋਕਾਂ ਨੂੰ ਭੇਜ ਰਹੇ ਆ, ਉਹਨਾਂ ਨੂੰ ਤਾਂ ਫੜੋ ਪਹਿਲਾਂ। ਉਹਨਾਂ ਨੂੰ ਸਾਰੇ ਜਿਹੜੇ ਜਿੱਥੇ ਖਾਸ ਕਰਕੇ ਹੱਬ ਜਲੰਧਰ ਹੈਗਾ, ਜਲੰਧਰ 'ਚ ਰੇਡ ਹੋਏ ਆ, ਛਾਪੇ ਵੱਜੇ ਆ, ਔਰ ਉਹਦੇ ਵਿੱਚ SDM ਜਿਹੜੇ ਹੈਗਾ ਫਰੀਦਕੋਟ ਜਾ ਕੇ ਉਹਦੇ ਨਾਲ ਜਾ ਕੇ ਮੁਕਤਸਰ ਵਾਲਾ ਏਰੀਆ ਜਿਹੜਾ ਮਾਲਵੇ ਦਾ ਬਠਿੰਡਾ, ਉਹਦੇ 'ਚ ਇੱਕ SDM ਨੇ ਜਿੰਨੇ ਵੀ ਆਈਲੈਟਸ ਦੇ ਸੈਂਟਰ ਸੀ ਸਾਰੇ ਬੰਦ ਕਰਾ ਦਿੱਤੇ, ਜਿਨ੍ਹਾਂ ਦੇ ਵਿੱਚ ਆਮ ਬੱਚੇ ਪੜ੍ਹਦੇ ਸੀ, ਫਿਰ ਸਟੱਡੀ ਦਾ ਬਹਾਨਾ ਲਾ ਕੇ ਉਹਨਾਂ ਨੂੰ ਉੱਥੇ ਲੈ ਜਾਂਦੇ ਸੀ, ਫੀਸ ਪਹਿਲੋਂ ਦੇਣੀ ਪੈਂਦੀ ਸੀ, ਮੁੜ ਕੇ ਕਹਿੰਦੇ ਵੀਜ਼ਾ ਨਹੀਂ ਲੱਗਿਆ। ਅੱਜ ਡਾਲਰ ਦਾ ਰੇਟ 82 ਰੁਪਏ ਆ, ਮੁੜ ਕੇ ਜਦੋਂ ਪੈਸੇ ਦੇ ਰਹੇ ਉਦੋਂ 62 ਰੁਪਏ ਆ। ਉਹ ਮਾਪੇ ਵਿਚਾਰੇ ਸਾਰਿਆਂ ਨੂੰ ਨੁਕਸਾਨ ਹੋ ਗਿਆ, ਬੱਚਿਆਂ ਦਾ ਵੀਜ਼ਾ ਨਹੀਂ ਲੱਗਿਆ। ਜਿਹੜੇ ਉੱਥੋਂ ਆਫਰ ਲੈਟਰ ਆਉਂਦੇ ਆ ਉਹ ਵੀ ਕਈ ਵਾਰੀ ਖਾਸ ਤੌਰ 'ਤੇ ਆਮ ਤੌਰ 'ਤੇ ਫਰਾਡ ਹੀ ਹੁੰਦੇ ਆ। ਉਹ ਜਿਹੜੇ ਆਫਰ ਲੈਟਰ ਕਾਲਜ ਸਕੂਲਾਂ ਦਿੰਦੇ, ਉਹ ਜਦੋਂ ਐਗਜ਼ਿਸਟ ਨਹੀਂ ਕਰਦੇ ਉੱਥੇ। ਜਿਹੜਾ 700 ਮੁੰਡਾ ਉੱਥੇ ਫਸਿਆ ਇਸ ਵੇਲੇ ਕੈਨੇਡਾ, ਇਸੇ ਕਰਕੇ ਫਸਿਆ। ਉਹ ਕਾਗਜ਼ ਜਿਹੜੇ ਫੇਕ ਆ, ਜਾਲੀ ਕਾਗਜ਼ ਬਣਾਏ ਸੀ। ਹੁਣ ਉਹ ਬੰਦਾ ਗ੍ਰਿਫਤਾਰ ਕਰ ਲਿਆ, ਵਰਜੇਸ਼ ਜਿਹੜਾ ਮਿਸ਼ਰਾ, ਔਰ ਇਸੇ ਨਾਲ ਕਈ ਬੰਦੇ। ਹੁਣ ਸਰਕਾਰ ਦਾ ਵੀ ਧਿਆਨ ਉੱਧਰ ਗਿਆ। ਪਹਿਲਾਂ ਸਰਕਾਰ ਨੇ ਨਹੀਂ ਧਿਆਨ ਦਿੱਤਾ, ਇਸੇ ਕਰਕੇ ਉਹ ਭੂਏ ਹੋ ਗਏ ਆ। ਭੂਏ ਦਾ ਮਤਲਬ ਹੁੰਦਾ ਵੀ ਚਾਂਬਲ ਗਏ ਆ। ਹੁਣ ਮੇਰਾ ਖਿਆਲ ਦੋਵੇਂ ਲਫ਼ਜ਼ ਸਾਡੇ ਦਰਸ਼ਕ ਉਹਨਾਂ ਨੂੰ ਸਮਝਣਗੇ। ਭੂਏ ਇਸ ਕਰਕੇ ਕਿ ਸਰਕਾਰ ਨੇ ਕੰਟਰੋਲ ਨਹੀਂ ਕੀਤਾ। ਹੁਣ ਇਹਨਾਂ ਨੂੰ ਪਤਾ ਲੱਗਾ ਉਸ ਵਰਜੇਸ਼ ਮਿਸ਼ਰਾ 'ਤੇ 12 ਕੇਸ ਪਹਿਲੋਂ ਨਾਮਜ਼ਦ ਆ, FIR ਲੌਜ ਕੀਤੀ ਉਹਦੇ 'ਤੇ।
ਉਹਦਾ ਕਿਸੇ ਨੂੰ ਪਤਾ ਹੀ ਨਹੀਂ ਗਾ, ਥਾਂ ਟਿਕਾਣਾ ਹੀ ਨਹੀਂ ਪਤਾ ਲੱਗਾ ਕਿੱਥੇ ਆ। ਫਿਰ ਜਿਹੜੀ ਸਰਹੱਦੀ ਫੋਰਸ ਹੈਗੀ ਆ ਕੈਨੇਡਾ ਦੀ, ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਉਹਨਾਂ ਨੇ ਮਾਰ ਕੇ ਦਾ ਕੰਮ ਕੀਤਾ ਨਾ, ਫੜ ਲਿਆ। ਸਾਡੀ ਇੱਥੇ ਜਿਹੜੀ ਇੰਨੀ ਪੁਲਿਸ ਹੈ ਨਾ, ਜਿਹੜੀ CRPF ਆ, ਇੰਨੀਆਂ ਪੁਲਿਸਾਂ ਆਰਮੀ ਆ, ਉਦੋਂ ਨਹੀਂ ਫੜਿਆ ਗਿਆ ਬੰਦਾ, ਚੁੱਪ ਕਰਕੇ ਡਾਰੀ ਮਾਰ ਕੇ ਉਹ ਜਹਾਜ਼ ਉੱਤੇ ਬਹਿ ਕੇ ਅਮਰੀਕਾ ਚਲ ਗਿਆ, ਅਮਰੀਕਾ ਤੋਂ ਬਾਅਦ ਕੈਨੇਡਾ ਆ ਗਿਆ, ਹੁਣ ਫੜਿਆ ਗਿਆ। ਇਸੇ ਕਰਕੇ ਅੱਜ ਰੌਲਾ ਇਹ ਵੀ ਪਾ ਰਿਹਾ ਕਿ ਗੋਲਡੀ ਬਰਾੜ ਕਿੱਥੇ ਹੈ, ਜਿਹਦਾ ਨਾਂ ਲੱਗਦਾ ਰਿਹਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ, ਉਹ ਅਜੇ ਤੱਕ ਨਹੀਂ ਫੜਿਆ ਗਿਆ। ਪੰਜਾਬ ਸਰਕਾਰ ਨੇ ਇੱਕ ਵਾਰੀ ਕਹਿ ਤਾ ਨਹੀਂ ਜੀ ਫੜ ਲਿਆ ਉਹਨੂੰ, ਗ੍ਰਿਫਤਾਰ ਕਰ ਲਿਆ, ਮੁੜ ਕੇ ਚੁੱਪ ਹੋ ਗਈ। ਕਈ ਵਾਰੀ ਜਿਹੜੇ ਐਲਾਨਨਾਮੇ ਝੂਠੇ ਹੁੰਦੇ ਆ, ਜਿਹੜੇ ਉਹਨਾਂ ਦਾ ਕੋਈ ਆਧਾਰ ਨਹੀਂ ਹੁੰਦਾ, ਨਿਰਾਧਾਰ ਹੁੰਦੇ ਆ। ਹੁਣ ਆਹ ਜਿਹੜਾ ਕੰਮ ਇਸ ਵੇਲੇ ਹੋਇਆ, ਜਿਹੜਾ ਇਸ ਵੇਲੇ ਇਹਨਾਂ ਕੀਤਾ, ਬਹੁਤ ਚੰਗਾ ਕੰਮ ਹੋ ਗਿਆ। ਜਿਹੜੇ ਵੀ ਏਜੰਟ ਨੇ, ਟਰੈਵਲ ਏਜੰਟ, ਜਿਨ੍ਹਾਂ ਨੇ ਧੋਖਾਧੜੀ ਕਰਕੇ ਬੱਚਿਆਂ ਦੇ ਜ਼ਿੰਦਗੀ ਨਾਲ ਖੇਡਿਆ, ਜ਼ਿੰਦਗੀ ਨਾਲ ਖੇਡਣ ਦਾ ਜਿਨ੍ਹਾਂ ਦਾ ਕੈਰੀਅਰ ਤਬਾਹ ਕਰ ਦਿੱਤਾ, ਜਿਨ੍ਹਾਂ ਨੂੰ ਉੱਥੇ ਲੈ ਜਾਂਦੇ ਆ, ਮੁੜ ਕੇ ਉੱਥੇ ਕੋਈ ਪਤਾ ਨਹੀਂ ਕਿ ਕਿਹੜਾ ਕਾਲਜ ਕਿਹੜਾ ਸਕੂਲ ਹੈ, ਛੋਟੇ ਛੋਟੇ ਕਮਰਿਆਂ 'ਚ ਪੜ੍ਹਾਉਂਦੇ ਉੱਥੇ, ਉਹ ਜਾ ਕੇ ਉਹ ਫਿਰ ਬੱਚੇ ਵਿਚਾਰੇ ਜਿਹੜੇ ਇੰਪਲਾਇਰ ਨੇ ਉਹਨਾਂ ਕੋਲ ਜਾ ਕੇ ਕੰਮ ਕਰਦੇ ਆ, ਵਿਚਾਰੇ ਸਾਰੀ ਦਿਹਾੜੀ ਮੁੜਕੋ ਮੁੜਕੀ ਹੋ ਜਾਂਦੇ ਆ, ਦਿੰਦੇ ਕੱਖ ਨਹੀਂ ਉੱਥੇ। ਉਹਨਾਂ ਦੀ ਬੜੀ ਜਿਹੜੀ ਹਕੀਕਤ ਆ, ਇਹ ਸਾਨੂੰ ਸਮਝਣੀ ਚਾਹੀਦੀ ਸੀ ਪਹਿਲੋਂ, ਪਰ ਆ ਸਰਕਾਰ ਨੇ ਜਿਹੜੀ ਹੁਣ ਇਸ ਵੇਲੇ ਮੌਜੂਦਾ ਸਰਕਾਰ, ਇਹਨਾਂ ਨੇ ਕੰਮ ਕੀਤਾ ਔਰ ਇਹਦੇ ਵਿੱਚ ਜਿਹੜੇ ਮਾਪੇ ਖੁਸ਼ ਹੋ ਗਏ ਵੀ ਆਹ ਗੱਲ ਠੀਕ ਹੈਗੀ ਹੈ। ਜਿੰਨੀ ਦੇਰ ਤੱਕ ਕਿਸੇ ਅਲਕ ਵੈੜ ਕੇ ਨੂੰ ਨੱਥ ਨਹੀਂ ਪਾਈ ਜਾਊਗੀ, ਉਨੀ ਦੇਰ ਤੱਕ ਉਹ ਕਾਬੂ ਨਹੀਂ ਆਊਗਾ। ਇਹ ਅਲਕ ਵੈੜ ਕੇ ਹੀ ਆ ਜਿਹੜੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਏਜੰਟ, ਸਰਕਾਰ ਨੇ ਨੱਥ ਪਾਉਣੀ ਹੈ, ਉਹਨਾਂ ਨੇ ਤੂਤ ਨਾ ਬੰਨ੍ਹ ਕੇ ਥੱਲੇ ਸੁੱਟਣਗੇ, ਸਾਰਾ ਕੁਝ ਪਤਾ ਹੋਊਗਾ, ਫਿਰ ਇਹ ਤੜਫੂਗਾ, ਫਿਰ ਪਤਾ ਲੱਗੂਗਾ ਕਿ ਉਹ ਕਿੱਦਾਂ ਤੜਫਦੇ ਆ ਤੇ ਤੁਸੀਂ ਕੀ ਕਰਦੇ ਜੀ। ਇਹਦੇ ਵਿੱਚ ਨਾ ਸਰਕਾਰਾਂ ਤਾਂ ਕਰ ਹੀ ਰਹੀਆਂ ਨੇ, ਜੀ ਨਾਲ ਮਾਪਿਆਂ ਨੂੰ ਤੇ ਮੁੰਡੇ ਕੁੜੀਆਂ ਨੂੰ ਵੀ ਚੁਕੰਨੇ ਹੋਣਾ ਚਾਹੀਦਾ, ਕਿਉਂਕਿ ਸਹੀ ਗੱਲ, ਕਾਗਜ਼ ਤੇ ਵੇਖ ਨੌਜਵਾਨ ਪੀੜ੍ਹੀ ਹੈ, ਸਭ ਕੁਝ ਜਾਣਦੀ ਹੈ। ਜੇ ਮਾਂ-ਬਾਪ ਨੂੰ ਨਹੀਂ ਪਤਾ, ਉਹ ਅਵੇਸਲੇ ਨਹੀਂ ਜਾਂ ਉਹਨਾਂ ਨੂੰ ਨੌਲੇਜ ਨਹੀਂ ਹੈ, ਪੜ੍ਹੇ ਲਿਖੇ ਘੱਟ ਨੇ, ਪਰ ਤੁਸੀਂ ਤਾਂ ਪੜ੍ਹੇ ਲਿਖੇ ਹੈਗੇ ਹੋ ਨਾ, ਤੁਸੀਂ ਤਾਂ ਸਮਝਦੇ ਹੋ। ਤੁਹਾਨੂੰ ਇੰਨਾ ਕੀ ਚਾਅ ਚੜਿਆ ਹੋਇਆ ਬਾਹਰ ਜਾਣ ਦਾ ਕਿ ਠੱਗਾਂ ਦੇ ਵੱਸ ਪੈ ਜਾਂਦੇ ਹੋ। ਪੂਰੀ ਇਨਕੁਆਇਰੀ ਕਰੋ, ਠੀਕ ਹੈ ਨਾ। ਹੁਣ ਜਦੋਂ ਤੁਹਾਨੂੰ ਪਤਾ ਕਿ ਇਦਾਂ ਦੀਆਂ ਨਿਊਜ਼ ਸਾਹਮਣੇ ਆ ਰਹੀਆਂ ਨੇ, ਤੇ ਅਕਲ ਵਰਤੋ ਨਾ। ਕਿਉਂ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਕਿ ਬਾਅਦ ਵਿੱਚ ਮਾਂ-ਬਾਪ ਵੀ ਰੋਂਦੇ ਨੇ, ਸਰਕਾਰਾਂ ਨੂੰ ਵੀ ਕਰਨਾ ਪੈਂਦਾ। ਵੈਸੇ ਜਿਹੜੇ ਹੈ ਰਜਿਸਟਰਡ ਨਹੀਂ, ਪਹਿਲਾਂ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਤੇ ਵੇਖ ਲਓ ਵੀ ਕਿਹਨੇ ਤੁਹਾਨੂੰ ਦਿੱਤਾ ਹੈਗਾ, ਤੁਸੀਂ ਅਪਰੂਵਡ ਜੇ ਪੰਜਾਬ ਗਵਰਨਮੈਂਟ ਵੱਲੋਂ ਕਿ ਨਹੀਂ ਅਪਰੂਵਡ, ਤੁਹਾਡੀ ਕੰਪਨੀ ਜਿੱਦੇ ਤੇ ਕੰਮ ਕਰ ਰਹੇ, ਇੰਨਾ ਕੁ ਤਾਂ ਬੱਚੇ ਪੁੱਛ ਸਕਦੇ ਆ। ਬੇਸਿਕਲੀ ਇਹ ਵੀ ਗੱਲ ਹੈ, ਤੁਹਾਡੀ ਗੱਲ ਠੀਕ ਆ, ਪਰ ਬੱਚੇ ਤੇ ਪੜ੍ਹੇ +2 ਤੋਂ ਬਾਅਦ, ਬੱਚੇ ਤਾਂ ਜੇ ਸਕੂਲ ਚੋਂ ਨਿਕਲੇ ਹੀ ਹੁੰਦੇ, ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ, ਮਾਂ ਪਿਓ ਨੂੰ ਪੜ੍ਹ ਹੈਗੇ ਆ, ਇਹ ਲੁੱਟ ਖਸੁੱਟ ਇਸੇ ਕਰਕੇ ਹੈਗੇ ਆ। ਚਲੋ ਇਸ ਕਰਕੇ ਹੈਗਾ, ਚਾਚੇ ਤਾਏ ਮਾਮੇ ਜਿਹੜੇ ਹੈਗੇ ਉਹਨਾਂ ਨੂੰ ਪੁੱਛ ਲਓ, ਉਹ ਤਾਂ ਪੜ੍ਹਿਆ ਕੋਈ ਨਾ ਕੋਈ ਪਰਿਵਾਰ 'ਚ ਹੈਗਾ ਹੀ ਆ। ਬੰਦ ਕਰਕੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਚਲੇ ਜਾਂਦੇ ਨੇ, ਔਰ ਸੋਸ਼ਲ ਮੀਡੀਆ ਭਰਿਆ ਪਿਆ ਹਰ ਥਾਂ ਦੇ ਉੱਤੇ। ਲਓ ਜੀ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ, ਸਾਡੀ ਕੰਪਨੀ ਨਾਲ ਸੰਪਰਕ ਕਰੋ ਜੀ, ਅਸੀਂ ਇਹਨਾਂ ਨੂੰ ਉੱਥੇ ਪਹੁੰਚਾਇਆ, ਇਹਨਾਂ ਨੂੰ ਉੱਥੇ ਪਹੁੰਚਾਇਆ। ਉਹ ਪਤਾ ਨਹੀਂ ਪਹੁੰਚਾਇਆ ਕਿ ਨਹੀਂ ਪਹੁੰਚਾਇਆ। ਮੁੰਡੇ ਕੁੜੀਆਂ ਦੇ ਇੰਟਰਵਿਊ ਉਹ ਕਰਵਾ ਕੇ, ਉਹ ਕੈਮਰੇ ਦੇ ਅੱਗੇ ਖੜੇ ਕਰਕੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦੇ ਨੇ। ਪਹਿਲੀ ਗੱਲ ਤਾਂ ਇਹ ਆ ਕਿ ਹਰ ਬੰਦਾ ਬਾਹਰ ਤੁਰਿਆ ਜਾਊਗਾ, ਹਰ ਬੰਦਾ ਬਾਹਰ ਤੁਰਿਆ ਜਾਊਗਾ ਤਾਂ ਇੱਥੇ ਕੰਮ ਕਿਹਨੇ ਕਰਨਾ? ਜਿਹੜਾ ਬੰਦਾ ਮੂੰਹ ਚੁੱਕਿਆ ਬਾਹਰ, ਜਿਹੜਾ ਬੰਦਾ ਮੂੰਹ ਚੁੱਕਿਆ ਬਾਹਰ। ਮਤਲਬ ਇਹ ਆ ਕਿ ਤੁਸੀਂ ਇੱਥੇ ਕੰਮ ਨਹੀਂ ਕਰ ਸਕਦੇ ਔਰ ਬਾਹਰ ਜਾ ਕੇ ਤੁਸੀਂ ਦਿਹਾੜੀਆਂ ਕਰਦੇ ਪਏ। ਪਰ ਇੱਕ ਤੁਹਾਨੂੰ ਦੱਸਾਂ ਗੱਲ, ਇਹਦੇ ਪਿੱਛੇ ਫੈਕਟਰ ਹੈਗਾ, ਤੱਤ ਹੈਗੇ। ਉਹ ਕੀ ਹੈਗਾ ਮਾਂ ਪਿਓ ਨੂੰ ਪਤਾ। ਇੱਕ ਤਾਂ ਨਸ਼ਾ ਬਹੁਤ ਹੋ ਗਿਆ, ਜਵਾਨੀ ਜਿਹੜੀ ਆ ਗਰਕ ਹੋ ਰਹੀ ਆ। ਜਿਹੜਾ ਜਵਾਨ ਮੁੰਡਾ ਵਿਹਲਾ ਹੋ ਗਿਆ, ਜਿਹਨੂੰ ਨੌਕਰੀ ਨਹੀਂ ਮਿਲੀ, ਪਹਿਲੇ ਬੇਰੁਜ਼ਗਾਰੀ ਵੀ ਹੈਗੀ ਆ, ਉਹ ਮੁੰਡਾ ਫਿਰ ਉਸ ਪਾਸੇ ਹੋ ਜਾਂਦਾ, ਵਿਹਲਾ ਮਨ ਉਸ ਪਾਸੇ ਚੱਲ ਜਾਂਦਾ। ਗਰੁੱਪ ਬਣੇ ਆ, ਕਿਸੇ ਪਾਸੇ ਚਿੱਟਾ ਵੇਖ ਰਿਹਾ, ਕਿਸੇ ਪਾਸੇ ਫੀਮ ਵੇਖ ਰਹੀ ਆ, ਕਿਸੇ ਪਾਸੇ ਭੁੱਕੀ ਵੇਖ ਰਹੀ ਆ। ਮਾਂ ਪਿਓ ਦਾ ਇਹਦੇ 'ਚ ਅਸੀਂ ਕਰਜ਼ਾਈ ਭਾਵੇਂ ਹੋ ਜੀ, ਮਾਂ ਬੱਚਿਆਂ ਨੂੰ ਤਾਂ ਉੱਥੇ ਵਾੜੀਏ। ਆਬਾ-ਹਵਾ ਅੱਛੀ ਹੈ, ਕੋਈ ਲੜਾਈ ਨਹੀਂ ਗਈ, ਕੋਈ ਉੱਥੇ ਕੋਈ ਬੇਰੁਜ਼ਗਾਰੀ ਨਹੀਂ ਗਈ, ਬੱਚੇ ਜਾਂਦੇ ਆ, ਪੈਸਾ ਤਾਂ ਕਰ ਲੈਂਦੇ ਆ, PR ਵੀ ਮਿਲ ਜਾਂਦੀ ਹੈ। ਕੈਨੇਡਾ ਅਮਰੀਕਾ 'ਚ PR ਮਿਲਦੀ ਹੈ। ਇਸ ਵੇਲੇ ਤਾਂ ਜਿਹੜੇ ਬਹਾਰਾਂ ਲੈ ਰਹੇ ਬੱਚੇ ਜਿਹੜੇ ਉੱਥੇ ਗਏ ਆ, ਇਸ ਕਰਕੇ ਬਾਹਰ ਜਾ ਰਹੇ, ਕਿਉਂਕਿ ਇਸ ਵੇਲੇ ਪੰਜਾਬ ਦਾ ਪਰ ਕੈਪੀਟਾ ਇਨਕਮ ਵੀ ਘਟ ਗਈ ਹੈ। ਹਰਿਆਣਾ ਸਾਡੇ ਤੋਂ ਅੱਗੇ ਆ, ਔਰ ਕੇਰਲਾ ਜਿਹੜਾ ਉੱਥੋਂ ਮੁੰਡੇ ਪੜ੍ਹ ਲਿਖ ਕੇ ਚੱਲ ਜਾਂਦੇ, ਤਦੇ 12ਵੀਂ ਤੋਂ ਬਾਅਦ ਨਹੀਂ ਪੜ੍ਹ ਰਹੇ, ਸਕੂਲ ਕਾਲਜ ਸਾਰਾ ਕੁਝ ਵਿਹਲਾ, ਜ਼ਮੀਨਾਂ ਗਹਿਣੇ ਪਾਤੀਆਂ, ਪੰਜਾਬ ਵਿਹਲਾ ਹੋ ਗਿਆ। ਜਿੱਦਾਂ ਆਪਾਂ ਗੱਲ ਕੀਤੀ ਪਲਾਈ ਪਿੰਡ ਸਾਰਾ ਖਾਲੀ, ਰਮੀਦੀ ਜਲੰਧਰ ਦਾ ਇੱਕ ਪਿੰਡ ਸਾਰਾ ਖਾਲੀ। ਦੁਆਬਾ ਪਹਿਲੋਂ ਬਾਹਰ ਗਿਆ ਸੀਗਾ ਕਿਸੇ ਜ਼ਮਾਨੇ 'ਚ, ਜ਼ਮੀਨ ਥੋੜ੍ਹੀ ਸੀ, ਐਗਰੀਕਲਚਰ ਲੈਂਡ ਸੌੜੀ ਸੀ, ਥੋੜ੍ਹੀ ਸੀਗੀ। ਉਦੋਂ ਬਾਅਦ ਮਾਝਾ ਬਾਅਦ 'ਚ ਚਲੇ ਗਿਆ, ਮਾਝੇ 'ਚ ਵੀ ਬਹੁਤ ਚਲੇ ਗਏ। ਮਾਝਾ ਮੀਨਜ਼ ਅੰਮ੍ਰਿਤਸਰ ਦਾ ਤਰਨਤਾਰਨ ਦਾ ਏਰੀਆ। ਫਿਰ ਮਾਲਵੇ 'ਚ 250 ਕਿੱਲੋ ਜ਼ਮੀਨ ਸੀ, ਨਹੀਂ ਵਾਹੀ ਬੱਚਿਆਂ ਨੇ। ਤੁਹਾਡੀ ਗੱਲ ਇੱਥੇ ਆ ਕੇ ਠੀਕ ਢੁੱਕਦੀ ਆ, ਬੱਚਿਆਂ ਨੂੰ ਜ਼ਮੀਨ ਵਾਲੇ ਪਾਸੇ ਤਾਂ ਧਿਆਨ ਹੀ ਨਹੀਂ ਗਿਆ। ਹੁਣ 250-300 ਕਿੱਲੋ ਜ਼ਮੀਨ ਆ, ਵਾਹੋ ਇਹਦੇ ਵਿੱਚ ਸਬਜ਼ੀਆਂ ਬੀਜੋ, ਝੋਨਾ ਬੀਜੋ, ਕਪਾਹ ਬੀਜੋ, ਠੀਕ ਹੈ। ਔਰ ਵਾਈਟ ਰੈਵੋਲੂਸ਼ਨ ਲਿਆਓ, ਨਹੀਂ ਲੈਂਦਾ, ਉਹ ਵੀ ਚਲੇ ਗਏ। ਮਾਲਵਾ ਇਸ ਵੇਲੇ ਸਭ ਤੋਂ ਅੱਗੇ ਆ। ਜਿਸੇ ਬਾਪੂ ਨੂੰ ਪੁੱਛ ਲੈਂਦਾ, 20 ਕਿੱਲੇ ਗਹਿਣੇ ਧਰ ਦਿੱਤੇ ਆ, ਮੇਰੇ ਕੋਲ 5 ਕਿੱਲੇ ਬਾਕੀ ਬਚਦੇ, ਉਹ ਨਿੱਕੇ ਮੁੰਡੇ ਨੂੰ ਭੇਜਣਾ। ਇਹ ਹੋੜ ਲੱਗ ਗਈ ਆ, ਇੱਜੜਾਂ ਦੇ ਇੱਜੜ ਚਲੇ ਗਏ ਉੱਥੇ। ਤੇ ਇਸ ਕਰਕੇ ਹੈਗਾ ਕਿ ਉੱਥੇ ਥੋੜ੍ਹਾ ਇਨਕਮ ਜ਼ਿਆਦਾ, ਸਿਹਤ ਬੱਚਿਆਂ ਦੀ ਅੱਛੀ ਰਹਿੰਦੀ ਆ, ਨਸ਼ੇ ਤੋਂ ਬਚੇ ਰਹਿੰਦੇ ਆ, ਔਰ ਬੱਚੇ ਪੜ੍ਹਦੇ ਵੀ ਆ, ਸਾਰਾ ਕੁਛ ਹੈਗਾ। ਸੂਟੜ ਬੂਟੜ ਬੱਚੇ ਬਣ ਜਾਂਦੇ ਆ। ਇੱਥੇ ਬੱਚੇ ਰੁਲ ਜਾਂਦੇ ਆ, ਜਿਹਨੂੰ ਅਸੀਂ ਇਹਦੋਂ ਅੱਧੇ ਤਾਂ ਕੋਈ ਵੱਡਾ ਜਿਹੜੀ ਵਰਬ ਨਹੀਂ ਵਾ, ਬੱਚੇ ਰੁਲ ਜਾਂਦੇ ਇੱਥੇ, ਜਵਾਨੀ ਰੁਲ ਜਾਂਦੀ ਆ, ਗਰਕ ਹੋ ਜਾਂਦੀ ਆ। ਦਲਦਲ ਹੈ ਨਸ਼ੇ ਦੀ ਇੱਥੇ ਪੰਜਾਬ 'ਚ, ਬਿਲਕੁਲ ਦਲਦਲ ਹੈ। ਔਰ 2-3 ਦਿਨ ਪਹਿਲਾਂ ਮੈਂ ਕਿਸੇ ਨਾਲ ਬੈਠਾ ਗੱਲ ਕਰ ਰਿਹਾ ਸੀ, ਤੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਪਿੰਡਾਂ 'ਚ ਕਿੰਨਾ ਮਾੜਾ ਹਾਲ ਹੈ, ਕਿ ਸਰੇਆਮ ਵਿਕਦਾ ਨਸ਼ਾ। ਤੇ
ਜਿਹੜੀਆਂ ਉੱਥੇ ਅਥਾਰਟੀਜ਼ ਬੈਠੀਆਂ ਨੇ ਉਹਨਾਂ ਨੂੰ ਮਹੀਨਾ ਜਾਂਦਾ ਹੈ। ਸਹੀ ਗੱਲ, ਬਿਲਕੁਲ। ਤੇ ਜੇ ਉਹਨਾਂ ਨੂੰ ਗ੍ਰਿਫਤਾਰ ਕਰ ਵੀ ਲਿੱਤਾ ਜਾਵੇ 3-4 ਦਿਨ ਬਾਅਦ, ਹਫ਼ਤੇ ਬਾਅਦ ਫਿਰ ਛੱਡ ਦਿੱਤਾ ਜਾਂਦਾ। ਕਿੱਤਾ ਬਣਾ ਲਿਆ ਹੈ ਫੋਰਸਾਂ ਨੇ, ਪੁਲਿਸ ਨੇ ਕਿੱਤਾ ਆਪਣਾ ਬਣਾ ਲਿਆ। ਐਰੋ ਮਾਰਕ ਹੋਏ ਆ, ਇੱਧਰ ਚਿੱਟਾ ਮਿਲਦਾ ਹੈ, ਵੀਡੀਓ ਆ ਰਹੀਆਂ ਪਿੰਡਾਂ 'ਚ। ਸਰਪੰਚਾਂ ਨੂੰ ਨਹੀਂ ਪਤਾ ਹੈਗਾ, ਉੱਥੇ ਜਿਹੜੇ ਉੱਥੇ ਮੈਂਬਰ ਬੈਠੇ ਉਹਨਾਂ ਨੂੰ ਨਹੀਂ ਪਤਾ। ਉੱਦਾਂ ਤਾਂ ਮਤੇ ਬੜੇ ਪਾਸ ਕਰ ਦਿੰਦੇ ਆ, ਬੜੀਆਂ ਵੀਡੀਓ ਜਾ ਰਹੀਆਂ। ਸਰਪੰਚ ਨੇ ਅੱਜ ਇੰਨੀਆਂ ਗਲੀਆਂ ਬਣਾ, ਸਰਪੰਚ ਕੀ ਕਰੇ ਜੇ ਉਹਨੂੰ ਜਾਨ ਦਾ ਖਤਰਾ ਹੋ ਜਾਵੇ? ਸਰਪੰਚ ਕੀ ਕਰੇ? ਐਮਐਲਏ ਉੱਥੇ ਬੈਠੇ ਆ, ਉਹ ਕੀ ਕਰਦੇ ਫਿਰ ਸਾਰੇ? ਉਹ ਦੇਖੋ ਬਲਕਾਰ ਜੀ, ਤੁਹਾਡੀ ਗੱਲ ਠੀਕ ਹੈ, ਹਿੱਸਾ ਜਾਂਦਾ ਹਿੱਸਾ। ਸਰਪੰਚ ਵੀ ਕਦਮ ਲਵੇ, ਉਹਨੂੰ ਵੀ ਜਾਨ ਦਾ ਖਤਰਾ, ਐਮਐਲਏ ਵੀ ਕਦਮ ਲਵੇ, ਪਰ ਕਦਮ ਤਾਂ ਲੈਣਾ ਨਾ ਪੁਲਿਸ ਦੇ ਥਰੂ। ਬਿਲਕੁਲ, ਆਹੋ ਜਾਣੀ ਤਾਂ ਉੱਥੇ ਹੀ ਆ। ਅਥਾਰਟੀਜ਼ ਹੀ ਕਰਪਟ ਨੇ ਤੇ ਐਮਐਲਏ ਕੀ ਕਰੇ ਤੇ ਸਰਪੰਚ ਕੀ ਕਰੇ? ਐਵੇਂ ਆਪਣੇ ਗੱਲ ਝਗੜੇ ਪਾ ਕੇ ਬਹਿ ਜਾਵੇ। ਆਹ ਗੱਲ ਉਹੀ, ਅਗਲੇ ਕਹਿੰਦੇ ਨੇ ਅਸੀਂ ਕੀ ਲੈਣਾ ਦੇਣਾ ਯਾਰ। ਉਹ ਕਹਿੰਦੇ ਪਿੰਡ ਵਾਲਿਆਂ ਤੇ ਬਣਾਇਆ ਸਾਨੂੰ, ਜੇ ਪਿੰਡ ਦੇ ਵਿਰੁੱਧ ਗੱਲਾਂ ਕਰਨ ਲੱਗ ਪਏ ਤੇ ਪਿੰਡ ਨੇ ਫਿਰ ਸਾਨੂੰ ਤਾਂ ਲਾ ਦੇਣਾ। ਇਹ ਆਵਾ ਹੀ ਉੱਤਿਆ ਪਿਆ। ਔਰ ਜਿਨ੍ਹਾਂ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਚੀਜ਼ ਨੂੰ ਰੋਕਣ, ਉਹ ਨਾਲ ਮਿਲੇ ਹੋਏ ਨੇ ਔਰ ਉਹ ਨਸ਼ੇ ਸਪਲਾਈ ਕਰਨ ਦੇ ਵਿੱਚ, ਨੈਟਵਰਕ ਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਨੇ। ਉਹਨਾਂ ਨੂੰ ਮਹੀਨੇ ਦੇ ਮਹੀਨੇ ਪੈਸੇ ਜੇਬਾਂ 'ਚ ਮਿਲ ਜਾਂਦੇ ਨੇ। ਉਹਨਾਂ ਦੇ ਆਪਣੇ ਖਰਚੇ ਨੇ, ਆਪਣੀ ਆਇਸ਼ ਹੈ, ਆਪਣੀ ਅਯਾਸ਼ੀ ਹੈ। ਕਿੱਤਾ ਬਣ ਗਿਆ, ਸਭ ਕੁਝ ਨੈਟਵਰਕ ਬਣਿਆ ਹੋਇਆ ਹੈ, ਪੈਸਾ ਬਟੋਰਨ ਦਾ। ਬਿਲਕੁਲ, ਔਰ ਬੁਰੇ ਹਾਲ ਨੇ। ਔਰ ਇਹਦੇ ਵਿੱਚ ਹੁਣ ਸਰਕਾਰ ਕੀ ਕਰੇ? ਸਰਕਾਰ ਨੇ ਵੀ ਇਹਨਾਂ ਲੋਕਾਂ ਦੇ ਥਰੂ ਹੀ ਕਰਨਾ ਨਾ, ਜਿਹੜੇ ਵੱਡੇ ਵੱਡੇ ਅਥਾਰਟੀਜ਼ ਬੈਠੀਆਂ ਨੇ। ਜੇ ਅਥਾਰਟੀਜ਼ ਕਰਪਟ ਨੇ ਤੇ ਮਾਨ ਸਾਹਿਬ ਕੀ ਕਰਨਗੇ ਉਹਦੇ 'ਚ? ਬਿਲਕੁਲ। ਤਾਂ ਇਹ ਸਾਰੀਆਂ ਗੱਲਾਂ ਕੱਲੇ ਕਰੇ ਦਾ ਨਹੀਂ ਕੰਮ ਹੈ, ਕੱਲੇ ਦਾ ਕੰਮ ਨਹੀਂ ਹੈਗਾ, ਇਹ ਤੇ ਪੂਰਾ ਦਾ ਕੰਮ ਆ। ਕਿੱਥੇ ਕਿੱਥੇ ਤੁਰੇ ਫਿਰਨਗੇ। ਲੇਕਿਨ ਨਸ਼ਾ ਛਡਾਊ ਕੇਂਦਰ ਬਣਾਉਣ ਤੇ ਉਹਦੇ 'ਚ ਵੀ ਨਸ਼ਾ ਦਿੰਦੇ, ਉਹਦੇ 'ਚ ਜਿਹੜੇ ਦੋਸਤ ਮਿਲਣ ਆਉਂਦੇ ਨੇ ਉਹ ਆਪ ਆ ਕੇ ਨਸ਼ਾ ਦੇ ਦਿੰਦੇ ਆ, ਮੋਬਾਈਲ ਵਿੱਚ ਜਾ ਕੇ ਫੜਾ ਦਿੰਦੇ ਆ, ਕਈ ਚੀਜ਼ਾਂ ਦਿੰਦੇ ਉੱਥੇ, ਔਰ ਸਾਰਾ ਕੁਝ ਮਿਲਾ ਕੇ ਚੱਲਦਾ ਪਿਆ। ਇਹ ਸਿਰਫ ਦਿਖਾਵਾ ਹੈ। ਨਸ਼ਾ ਛੁਡਾਊ ਕੇਂਦਰ ਦੇ ਵਿੱਚ ਵੀ ਨਸ਼ਾ ਪਹੁੰਚਦਾ ਪਿਆ, ਐਸੀਆਂ ਰਿਪੋਰਟਸ ਵੀ ਸਾਨੂੰ ਮਿਲਦੀਆਂ ਨੇ। ਸਭ ਜਗ੍ਹਾ ਹੀ ਚੱਲਦਾ ਪਿਆ। ਹੁਣ ਇਹ ਰੱਬੀ ਵਾਲੀ ਹੈ, ਕੀ ਹੋਏਗਾ ਇਸ ਸੂਬੇ ਦਾ। ਅੱਗੇ ਪਹੁੰਚੀਏ ਜੀ, ਅਗਲੇ ਸੂਬੇ ਦੀ ਗੱਲ ਕਰੀਏ। ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਅਮਰੀਕਾ ਮਦਦ ਕਰਨ ਲਈ ਤਿਆਰ ਹੈ। ਸੋ ਇਹ ਉਹਨਾਂ ਵੱਲੋਂ ਵੀ, ਉਹਨਾਂ ਦੀ ਅਥਾਰਟੀਜ਼ ਵੱਲੋਂ, ਐਰਿਕ ਰਾਜਦੂਤ ਹੈਗੇ ਨੇ, ਉਹਨਾਂ ਵੱਲੋਂ ਇਹ ਗੱਲ ਆਈ ਆ। ਹੁਣ ਗੱਲ ਇਹ ਹੈ ਕਿ ਡਬਲ ਇੰਜਨ ਸਰਕਾਰ ਦੀ ਗੱਲ ਕਰਦੇ ਹਾਂ ਕਿ ਬੀਜੇਪੀ ਦੇ ਵੱਲੋਂ ਇਹ ਹਮੇਸ਼ਾ ਹੁੰਦਾ ਕਿ ਜਿਹੜੇ ਸੂਬੇ ਦੇ ਵਿੱਚ ਬੀਜੇਪੀ ਹੈ ਉਹ ਡਬਲ ਇੰਜਨ ਸਰਕਾਰ ਹੈ, ਤਰੱਕੀ ਕਰ ਸਕਦੀ ਹੈ। ਮਨੀਪੁਰ ਦੇ ਵਿੱਚ ਤੇ ਬੀਜੇਪੀ ਹੈਗੀ ਹੈ ਤੇ ਉੱਥੇ ਫਿਰ ਕਿਉਂ ਹਿੰਸਾ ਹੋਈ? ਡਬਲ ਇੰਜਨ ਸਰਕਾਰ ਕੀ ਕਰਦੀ ਪਈ? ਇਹ ਪੁਆਇੰਟਸ ਉੱਠਦੇ ਨੇ ਔਰ ਲੋਕ ਕਹਿੰਦੇ ਨੇ ਕਿ ਉੱਥੇ ਮਨੀਪੁਰ ਦੇ ਵਿੱਚ ਇੰਨੀ ਹਿੰਸਾ ਹੋ ਰਹੀ ਹੈ, ਲੋਕ ਮਰਦੇ ਪਏ ਨੇ ਔਰ ਪ੍ਰਧਾਨ ਮੰਤਰੀ ਸਾਹਿਬ ਕੋਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਉੱਥੇ ਆਉਣਗੇ, ਪਰ ਉਹ ਨਹੀਂ ਆਏ ਤੇ ਉਸ ਦੇ ਬਾਰੇ ਕੁਝ ਕਿਹਾ ਵੀ ਨਹੀਂ ਗਿਆ ਉਹਨਾਂ ਦੇ ਵੱਲੋਂ। ਉਹਨਾਂ ਦੇ ਆਫਿਸ ਵੱਲੋਂ ਵੀ ਕੋਈ ਬਿਆਨ ਨਹੀਂ ਆਇਆ ਔਰ ਉਹ ਅਮਰੀਕਾ ਵੀ ਚਲੇ ਗਏ। ਇਸ ਗੱਲ ਨੂੰ ਵੀ ਲੈ ਕੇ ਨਿੰਦਾ ਹੋ ਰਹੀ ਹੈ ਵੀ ਇਹ ਕੀ ਹੁੰਦਾ ਪਿਆ। ਸੋ ਇਹ ਤਮਾਮ ਕੀ ਬਣਦਾ ਪਿਆ ਇਸ ਵਕਤ ਸਾਰਾ ਸੀਨ, ਇਹ ਤੁਸੀਂ ਸਾਡੇ ਨਾਲ ਡਿਸਕਸ ਕਰੋ। ਇਹ ਗੱਲ ਹੈਗੀ ਕਿ ਅਮਰੀਕਾ ਸਰਕਾਰ ਦਾ ਇਸ ਵੇਲੇ ਝੁਕਾਅ ਹੋਇਆ ਇਸ ਪਾਸੇ ਕਿ ਮਨੀਪੁਰ ਦੇ ਵਿੱਚ ਜੋ ਤਸ਼ੱਦਦ ਹੋ ਰਿਹਾ, ਜੋ ਖੂਨ ਖਰਾਬਾ ਹੋ ਰਿਹਾ, ਉਹਨੂੰ ਬਚਾਉਣ ਦੇ ਲਈ ਯੋਗਦਾਨ ਪਾਉਣਾ ਚਾਹੀਦਾ ਹੈਗਾ। ਉਹਨਾਂ ਦੇ ਐਰਿਕ ਨੇ, ਜਿਹੜਾ ਰਾਜਦੂਤ ਨੇ, ਉਹਨਾਂ ਨੇ ਗੱਲ ਕਰ ਦਿੱਤੀ ਹੈ। ਉਹਨਾਂ ਨੇ ਮੀਟਿੰਗ ਵੀ ਕੀਤੀ ਹੈ, ਉਹਨਾਂ ਦੇ ਵਿਦੇਸ਼ ਮੰਤਰੀ ਨੇ ਵੀ ਇਹ ਗੱਲ ਕਹੀ ਹੈਗੀ ਆ। ਔਰ ਉਹਦੇ ਵਿੱਚ ਜਿੰਨੀਆਂ ਸਰਕਾਰਾਂ ਇੱਥੇ ਹੈਗੀਆਂ, ਜਿਹਦੇ ਵਿੱਚ ਮੌਜੂਦਾ ਸਰਕਾਰ ਦਿੱਲੀ ਦੀ ਹੈਗੀ, ਉਹਨਾਂ ਨੇ ਇੱਕ ਵਾਰੀ ਅਮਿਤ ਸ਼ਾਹ ਨੇ ਤਾਂ ਉੱਥੇ ਮੀਟਿੰਗ ਕੀਤੀ ਸੀ। ਮੀਟਿੰਗ ਕਰਨ ਤੋਂ ਬਾਅਦ ਆਲ ਪਾਰਟੀ ਬੁਲਾਈ ਸੀ ਉਹਦੇ ਵਿੱਚ, ਪਰ ਉਹਦਾ ਕੋਈ ਜਿਹੜਾ ਪੋਜ਼ੀਟਿਵ ਸਿੱਟਾ ਨਹੀਂ ਨਿਕਲਿਆ। ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜੋ ਮੋਦੀ ਸਾਹਿਬ ਨੇ ਕੁਝ ਉੱਥੋਂ ਮੈਸੇਜ ਦੇਣ ਉਹਨਾਂ ਨੂੰ, ਜਾਂ ਖੁਦ ਆਪ ਜਾ ਕੇ ਉੱਥੇ ਗੱਲ ਕਰਨ, ਇਹ ਅਜੇ ਤੱਕ ਨਹੀਂ ਉੱਥੇ ਤੱਕ ਪਹੁੰਚੇ। ਔਰ ਰਾਹੁਲ ਗਾਂਧੀ ਸਗੋਂ ਗਏ ਆ, ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਆ ਔਰ ਉਹਦੇ ਵਿੱਚ ਉਹਨਾਂ ਨੂੰ ਕਈ ਜਗ੍ਹਾ ਤੋਂ ਰੋਕਿਆ ਗਿਆ ਔਰ ਉਹ ਹੈਲੀਕਾਪਟਰ 'ਤੇ ਮੁੜ ਕੇ ਉਹ ਪਹਾੜੀਆਂ ਤੱਕ ਪਹੁੰਚੇ ਆ। ਬੇਸਿਕਲੀ ਤਾਂ ਉਹਨਾਂ ਦਾ ਆਪਸੀ, ਜਿਹੜੇ ਉੱਥੋਂ ਦੇ ਟਰਾਈਬਲ ਲੋਕ ਨੇ, ਉੱਥੋਂ ਦੇ ਜਿਹੜੇ ਮੌਜੂਦਾ ਲੋਕ ਨੇ, ਉਹਨਾਂ ਦਾ ਆਪਸ ਵਿੱਚ ਮਤੋਈ ਔਰ ਕੁਕੀਜ਼ ਜਿਹੜੇ ਹੈਗੇ ਨਾਗਾ, 3-4 ਟਰਾਈਬਲ ਲੋਕ ਨੇ, ਉਹਨਾਂ ਦਾ ਆਪਸੀ ਲੜਾਈ ਹੈਗੀ ਹੈ। ਹੁਣ ਇਹਦੇ ਪਿੱਛੇ ਸਾਜ਼ਿਸ਼ ਕਰਨ ਦਾ ਗੱਲ, ਸਾਜ਼ਿਸ਼ ਕਹਿਣ ਦਾ ਗੱਲ ਤਬਦਾਦ ਕਰਕੇ ਸਾਹਮਣੇ ਆਉਂਦਾ ਕਿ ਜਦੋਂ ਸਰਕਾਰ ਨੇ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ, ਨਹੀਂ ਤਾਂ ਫੋਰਸਾਂ ਜਿਹੜੀਆਂ ਉੱਥੇ ਨਹੀਂ ਹੈਗੀਆਂ, ਫੋਰਸਾਂ ਲਾ ਦੇਣ, ਜਾਂ ਤਾਂ ਜ਼ਬਰਦਸਤੀ ਬੰਦ ਕਰਾ ਦੇਣ ਜਾਂ ਪਿਆਰ ਨਾਲ। ਦੋ ਚੀਜ਼ਾਂ ਹੁੰਦੀਆਂ। ਬਗਾਵਤ ਜਦੋਂ ਹੁੰਦੀ ਹੈ, ਬਗਾਵਤ ਨੂੰ ਨਿਪਟਣ ਨਾਲ ਜਾਂ ਤਾਂ ਉਹਨਾਂ ਨਾਲ ਪਹਿਲਾਂ ਪਿਆਰ ਨਾਲ ਨਿਪਟਾਉਣ, ਜੇ ਨਹੀਂ ਮੰਨਦੇ ਤਾਂ ਫਿਰ ਉਹੀ ਹੁੰਦਾ, ਡਾਂਗ ਸੋਟਾ ਹੁੰਦਾ, ਫਿਰ ਡੰਡੇ ਨਾਲ ਅੰਦਰ ਵਾੜ ਦੇਣ। ਉਹਨਾਂ ਨੇ ਜਿੰਨੇ ਉੱਥੋਂ ਦੇ ਲੋਕਲ ਮੰਤਰੀ ਨੇ, ਉਹਨਾਂ ਦੇ ਘਰ ਹੀ ਸਾੜ ਦਿੱਤੇ। ਉਸ ਤੋਂ ਬਾਅਦ ਜਿਹੜੇ ਔਰਤਾਂ ਦੇ ਬਾਜ਼ਾਰ ਸੀਗੇ, ਕਰਫਿਊ 24 ਆਵਰ ਲੱਗਦਾ ਉੱਥੇ, ਉਹਦੇ ਵਿੱਚ ਜਿਹੜੀ ਉਹਨਾਂ ਦਾ ਚੱਲਣ ਦਾ ਜੀਵਨ ਹੈਗਾ ਉਹ ਬਿਲਕੁਲ ਖੜੋਤ ਆ ਗਈ, ਸਟੈਗਨੇਸ਼ਨ ਆ ਉੱਥੇ। ਔਰ ਮਨੀਪੁਰ ਦੇ ਵਿੱਚ ਪਹਾੜੀ ਏਰੀਆ ਜਿਹੜਾ, ਉੱਥੇ ਅਫੀਮ ਦੀ ਖੇਤੀ ਹੁੰਦੀ ਸੀ, ਉਹ ਮਤੋਈ ਜਿਹੜੇ ਉੱਥੇ ਕਰ ਰਹੇ ਸੀਗੇ। ਹੁਣ ਇਹਨਾਂ ਨੇ ਉਹ ਵੀ ਰੋਕ ਲਾ ਦਿੱਤੀ ਆ, ਕਿਉਂਕਿ ਉਹ ਪੈਸਾ ਉੱਥੋਂ ਇਕੱਠਾ ਕਰਕੇ ਲਿਆਉਂਦੇ ਸੀਗੇ। ਉਹ ਦੂਜੇ ਜਿਹੜੇ ਟਰਾਈਬਲ, ਉਹਨਾਂ ਨੇ ਬੰਦ ਕਰਤੀ। ਪੈਸੇ ਦੀ ਲੜਾਈ ਆ, ਖੇਤੀਬਾੜੀ ਦੀ ਲੜਾਈ ਆ, ਫਸਲਾਂ ਦੀ ਲੜਾਈ ਆ, ਜਿਹੜੀ ਲੋਕਲ ਹੁੰਦੀ ਆ। ਜਿੱਦਾਂ ਸਾਡੇ ਕਿਸਾਨ ਇੱਥੇ ਦੇ ਅੰਦੋਲਨ ਸੀਗਾ, 3 ਕਾਲੇ ਕਾਨੂੰਨ ਜਦੋਂ ਸੈਂਟਰ ਨੇ ਬਣਾ ਦਿੱਤੇ ਔਰ ਉਹਨਾਂ ਦਾ ਇਹਨਾਂ ਨੇ ਨਹੀਂ, ਉਹਨਾਂ ਦੀ 10 ਤੁੱਕ ਨਹੀਂ ਕੱਢੀ, ਪਤਾ ਨਹੀਂ ਕੀਤਾ ਵੀ ਇਹ ਕੀ ਕਾਨੂੰਨ ਹੈਗੇ ਕੀ ਨਹੀਂ। ਫਿਰ 1.5 ਸਾਲ ਚੱਲਿਆ। ਹੁਣ ਉਹੀ ਕੰਮ ਆ, ਉਹ ਵੀ ਅਜੇ ਤੱਕ ਨਹੀਂ ਕਿਸੇ ਪਾਸੇ ਰੁਕ ਰਿਹਾ।
ਹੁਣ ਅਮਰੀਕਾ ਨੇ ਉੱਥੇ ਦਖਲਅੰਦਾਜ਼ੀ ਕੀਤੀ ਆ। ਦੇਖੋ ਜੇ ਤਾਂ ਉਹ ਇਹ ਕਿਸ ਤਰ੍ਹਾਂ ਤਰੀਕੇ ਨਾਲ ਆਉਂਦੇ ਆ, ਜਾਂ ਉੱਥੋਂ ਕੋਈ ਉਹਨਾਂ ਦਾ ਵਿਦੇਸ਼ ਮੰਤਰੀ ਆਉਂਦਾ, ਸਾਡਾ ਵਿਦੇਸ਼ ਮੰਤਰੀ ਜਾਂ ਸ਼ੰਕਰ ਜੀ ਜਾਂਦੇ ਨੇ, ਕੋਈ ਮੀਟਿੰਗ ਰੱਖਦੇ ਉਹਨਾਂ ਦੇ ਲੋਕਾਂ ਨਾਲ, ਔਰ ਉਹ ਲੋਕ ਜੇ ਮੰਨ ਜਾਂਦੇ ਆ, ਕਿਉਂਕਿ ਉਹਨਾਂ ਦੇ ਵੀ ਉੱਥੋਂ ਦੇ ਹੈੱਡ ਤੇ ਹੋਣਗੇ ਹੀ ਜਿਹੜੇ ਲੈ ਕੇ ਬਗਾਵਤ ਕਰ ਰਹੇ ਆ, ਜਿਹੜੇ ਮੂਵਮੈਂਟ ਨੂੰ ਅੱਗੇ ਤੋਰ ਰਹੇ ਆ। ਜੇ ਅਮਰੀਕਾ ਦੀ ਦਖਲਅੰਦਾਜ਼ੀ ਹੋ ਗਈ ਤਾਂ ਇਹ ਵਧੀਆ ਹੋ ਜਾਊਗਾ, ਕਿਉਂਕਿ ਉਹਨਾਂ ਕੋਲ ਤੇ ਜੇ ਵੈਪਨ ਵੀ ਹੈਗੇ, ਹਥਿਆਰ ਵੀ ਹੈਗੇ, ਰਡਾਰ ਵੀ ਹੈਗੇ, ਬੜਾ ਕੁਛ ਹੈਗਾ। ਜੇ ਉਹਨਾਂ ਨੇ ਕੰਮ ਕਰ ਦਿੱਤਾ ਤਾਂ ਫਿਰ ਇਹ ਨੇਪਰੇ ਚੜ੍ਹ ਸਕਦਾ। ਪਰ ਜੇ ਸਾਡੀ ਸਰਕਾਰ ਉਹਨਾਂ ਨਾਲ ਸਹਿਯੋਗ ਦੇਵੇ, ਜੇ ਮੋਦੀ ਸਾਹਿਬ ਉਹਨਾਂ ਨੂੰ ਇੱਥੋਂ ਕਰਨ ਗੱਲਬਾਤ, ਬਾਈਡਨ ਸਾਹਿਬ ਨਾਲ, ਲਓ ਜੀ ਤੁਸੀਂ ਜੇ ਕਰਨਾ ਕੰਮ ਤੇ ਆ ਜਾਓ, ਫਿਰ ਸਾਡੀ ਫੌਜ ਅਸੀਂ ਬਾਹਰ ਕੱਢ ਦਿੰਦੇ, ਤੁਸੀਂ ਲੈ ਆਓ। ਜੇ ਅਫਗਾਨਿਸਤਾਨ 'ਚ ਜਾ ਕੇ ਰਾਜ ਕਰਦੇ ਬੜਾ ਕੁਝ ਕਰਦੇ ਰਹੇ ਆ, ਇੱਥੇ ਵੀ ਕੰਟਰੋਲ ਕਰ ਸਕਦੇ ਆ। ਵੈਸੇ ਉਹਨਾਂ ਦਾ ਹੁੰਗਾਰਾ ਅੱਛਾ ਵਾ ਸਾਡੇ ਦੇਸ਼ ਲਈ। ਨਹੀਂ, ਬਿਲਕੁਲ ਹੁੰਗਾਰਾ ਅੱਛਾ ਹੈ। ਔਰ ਵੈਸੇ ਵੀ ਜੇ ਅਸੀਂ ਹਿਊਮਨ ਰਾਈਟਸ ਦੀ ਗੱਲ ਕਰੀਏ ਨਾ, ਤਾਂ ਪੂਰੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ। ਸਹੀ ਗੱਲ। ਔਰ ਇਹ ਮਨੁੱਖੀ ਅਧਿਕਾਰ ਜਿਹੜੇ ਨੇ ਹਰ ਥਾਂ ਤੇ ਅਸੀਂ ਦੇਖਦੇ ਹਾਂ ਕਿ ਸਾਡੇ ਸਾਰੇ ਸੰਵਿਧਾਨ ਦਾ ਆਧਾਰ ਬਣਦੇ ਕਿਉਂਕਿ ਸਾਰੇ ਜਗ੍ਹਾ ਸੰਵਿਧਾਨ ਦਾ ਆਧਾਰ ਹੀ ਇਹ ਹੈ ਕਿ ਮਨੁੱਖੀ ਅਧਿਕਾਰ। ਹੁਣ ਇੱਥੇ ਆ ਕੇ ਕੀ ਮਸਲਾ ਹੈ, ਇਹ ਮਸਲਾ ਦੇਖਣਾ ਜ਼ਰੂਰੀ ਹੈ, ਕਿਉਂਕਿ ਇੰਨੇ ਸਾਲਾਂ ਤੋਂ ਇਸ ਦੋਨੋਂ ਕਮਿਊਨਿਟੀਜ਼ ਇਕੱਠੀਆਂ ਰਹਿੰਦੀਆਂ ਨੇ। ਇਹ ਯਕਦਮ ਕੀ ਹੋ ਜਾਂਦਾ ਜਿਹੜਾ ਉੱਥੇ ਇਹ ਇਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ। ਕਈ ਐਕਸਪਰਟਸ, ਦੇਖੋ ਹਰੇਕ ਦੀ ਆਪਣੀ ਆਪਣੀ ਰਾਏ ਹੈ। ਕਈ ਕਹਿੰਦੇ ਨੇ ਕਿ ਇਹਦੇ ਪਿੱਛੇ ਕੋਈ ਪੋਲੀਟੀਕਲ ਮੋਟਿਵ ਹੈ, ਇਹ ਕਰਵਾਇਆ ਜਾ ਰਿਹਾ ਹੈ, ਇਹ ਹੋ ਨਹੀਂ ਰਿਹਾ। ਐਕਚੁਅਲੀ ਕੀ ਹੈ ਕਿ ਉੱਥੋਂ ਦੇ ਜਿਹੜੇ ਮਨੀਪੁਰ ਦਾ ਇਲਾਕਾ ਹੈ, ਉੱਥੇ ਸਾਰਾ ਕੁਦਰਤੀ ਸਾਧਨ ਬਹੁਤ ਨੇ, ਕੁਦਰਤ ਬਹੁਤ ਮਿਹਰਬਾਨ ਹੈ ਉੱਥੇ। ਤੇ ਜਿਹੜੇ ਉੱਥੇ ਕੁਦਰਤੀ ਸੋਮੇ ਨੇ, ਜਿਹੜੇ ਖਣਿਜ ਪਦਾਰਥ ਨੇ ਉਹਦੇ ਵਿੱਚ ਧਰਤੀ ਦੇ ਵਿੱਚ ਲੁਕੇ ਹੋਏ, ਉਹ ਖਣਿਜ ਪਦਾਰਥ, ਉਹ ਸਾਰੇ ਕੁਦਰਤੀ ਸੋਮੇ ਇਹਨਾਂ ਜਿਹੜੇ ਵੱਡੇ ਵੱਡੇ ਅਮੀਰ ਘਰਾਣੇ ਨੇ, ਵੱਡੇ ਵੱਡੇ ਕਾਰਪੋਰੇਟਸ ਨੇ, ਉਹਨਾਂ ਨੂੰ ਇਹ ਚਾਹੀਦੇ ਨੇ। ਪਰ ਉੱਥੇ ਦਿੱਕਤ ਕੀ ਆ ਰਹੀ ਹੈ ਕਿ ਆਦੀਵਾਸੀ ਰਾਜ 'ਚ ਰੋੜਾ ਨੇ, ਆਦੀਵਾਸੀਆਂ ਨੂੰ ਹਟਾਏ ਬਿਨਾਂ ਉਹਨਾਂ ਸਾਰੇ ਕੁਦਰਤੀ ਸਾਧਨਾਂ ਉੱਤੇ ਕਬਜ਼ਾ ਹੋ ਨਹੀਂ ਸਕਦਾ। ਇਸ ਕਰਕੇ ਇਹ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਤਾਂ ਕਿ ਇਹ ਆਦੀਵਾਸੀ ਜੰਗਲ ਛੱਡ ਕੇ ਚਲੇ ਜਾਣ, ਔਰ ਬਹੁਤੇ ਛੱਡ ਕੇ ਚਲੇ ਵੀ ਗਏ ਨੇ। ਇਸ ਤਰ੍ਹਾਂ ਇਹ ਰਸਤਾ ਸਾਫ਼ ਹੁੰਦਾ ਪਿਆ ਉਹਨਾਂ ਕਾਰਪੋਰੇਟਸ ਵਾਸਤੇ ਜਿਨ੍ਹਾਂ ਦੀ ਨਜ਼ਰ ਉਹਨਾਂ ਖਣਿਜ ਪਦਾਰਥਾਂ ਦੇ ਉੱਤੇ ਹੈ ਜੋ ਉੱਥੋਂ ਦੀ ਧਰਤੀ ਦੇ ਵਿੱਚ ਲੁਕੇ ਹੋਏ ਨੇ, ਜਿਨ੍ਹਾਂ ਦੀ ਖੁਦਾਈ ਕੀਤੀ ਜਾਏਗੀ, ਡਾਇਨਾਮਾਈਟਸ ਨਾਲ ਉਡਾਇਆ ਜਾਏਗਾ, ਫਿਰ ਉਹ ਖਣਿਜ ਪਦਾਰਥ ਉੱਤੇ ਕੱਢੇ ਜਾਣਗੇ, ਉਹਨਾਂ ਦਾ ਕਾਰੋਬਾਰ ਕਰਕੇ ਪੈਸਾ ਕਮਾਇਆ ਜਾਏਗਾ। ਇਹ ਕੁਦਰਤੀ ਸੋਮਿਆਂ ਦੇ ਉੱਤੇ ਕਬਜ਼ਾ ਕਰਨ ਲਈ ਇਹ ਕਰਵਾਇਆ ਜਾ ਰਿਹਾ ਹੈ। ਕੁਝ ਐਕਸਪਰਟਸ ਇਹ ਮੰਨਦੇ ਨੇ ਕਿਉਂਕਿ ਆਦੀਵਾਸੀ ਰਸਤੇ ਦੇ ਵਿੱਚ ਰੋੜਾ ਬਣਦੇ, ਕਿਉਂਕਿ ਉਹਨਾਂ ਦਾ ਘਰ ਪਰਿਵਾਰ ਹੈ ਉੱਥੇ, ਰੋੜਾ ਕੀ ਬਣਦੇ ਨੇ, ਉਹਨਾਂ ਨੇ ਤਾਂ ਆਪਣੇ ਘਰ ਦੀ ਉੱਥੇ ਹਿਫਾਜ਼ਤ ਕਰਨੀ ਹੋਈ ਹੈ। ਉਹ ਇੰਨਾ ਪੈਸਾ ਕਮਾਉਣ ਵਾਲਿਆਂ ਵਾਸਤੇ ਰੋੜਾ ਬਣਦੇ ਪਏ ਨੇ, ਇਸ ਕਰਕੇ ਉਹਨਾਂ ਨੂੰ ਹਟਾਉਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਕੁਝ ਐਕਸਪਰਟਸ ਇਹ ਵੀ ਮੰਨਦੇ ਨੇ। ਹੁਣ ਅਸਲੀ ਗੱਲ ਕੀ ਹੈ, ਇਹ ਅਸਲੀਅਤ ਕੀ ਹੈ, ਇਹ ਤੇ ਸਾਹਮਣੇ ਆਏਗਾ ਤੇ ਉਦੋਂ ਪਤਾ ਲੱਗੇਗਾ। ਫਿਲਹਾਲ ਅਮਰੀਕਾ ਵੱਲੋਂ ਇਹ ਚੰਗੀ ਪਹਿਲ ਕਦਮੀ ਹੈ ਕਿ ਉੱਥੇ ਸ਼ਾਂਤੀ ਸਥਾਪਿਤ ਕਰਨ ਵਾਸਤੇ ਆਪਣੇ ਵੱਲੋਂ ਕੁਝ ਨਾ ਕੁਝ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਵੈਸੇ ਹੁੰਦੀ ਜਦੋਂ ਸੂਬਿਆਂ 'ਚ ਲੜਾਈ ਹੁੰਦੀ ਹੈ ਨਾ, ਪਬਲਿਕ ਵੱਲੋਂ ਜਾਂ ਪ੍ਰੋਪਰਟੀ ਤੋਂ ਹੁੰਦੀ ਆ। ਹੁਣ ਅਫਗਾਨਿਸਤਾਨ 'ਚ ਤਾਲਿਬਾਨ ਆ ਗਏ, ਉਹਨਾਂ ਨੇ ਸਾਰਾ ਹਥਿਆਰ ਲਿਆ, ਆਪਣਾ ਜੋ ਵੀ ਪਾਵਰ ਸੀ ਉਹਨਾਂ ਕੋਲ ਆ ਗਈ, ਔਰ ਅਮਰੀਕਾ ਨੂੰ ਉੱਥੋਂ ਦੜਾ ਦਿੱਤਾ। ਰਸ਼ੀਆ ਆ ਗਿਆ, ਰਸ਼ੀਆ ਦੇ ਵੀ ਪੈਰ ਨਹੀਂ ਲੱਗਣ ਦਿੱਤੇ, ਕਿਉਂਕਿ ਉੱਥੋਂ ਦੇ ਲੋਕ ਬੜੇ ਕਾਬਜ਼ ਨੇ, ਬੜੇ ਲੜਾਕੂ ਔਰ ਬੜੇ ਦਲੇਰ ਹੈ। ਉਹਨਾਂ ਦੇ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ, ਕਿਉਂਕਿ ਜ਼ਮੀਨੀ ਲੜਾਈ ਨਾ ਤਾਂ ਅਮਰੀਕਾ ਲੜ ਸਕਦਾ, ਨਾ ਰਸ਼ੀਆ ਲੜ ਸਕਦਾ, ਉੱਪਰੋਂ ਹੀ ਲੜਦੇ ਆ, ਮਿਜ਼ਾਈਲਾਂ ਹੀ ਸੁੱਟ ਸਕਦੇ ਆ। ਔਰ ਇਹ ਗੱਲ ਜਿਹੜੀ ਹੈਗੀ ਹੈ ਉਸ ਧਰਤੀ ਦੇ ਲੋਕਾਂ ਦੀ ਹੈਗੀ ਆ, ਜਿਹੜੇ ਲੋਕ ਉੱਥੇ ਰਹਿ ਰਹੇ ਆ, ਜਿਨ੍ਹਾਂ ਨੂੰ ਟਰਾਈਬਲ ਕਬੀਲਾ ਲੋਕ ਕਹਿੰਦੇ ਆ, ਆਦਿਵਾਸੀ ਕਹਿੰਦੇ ਆ, ਉਹਨਾਂ ਲੋਕਾਂ ਦੀ ਲੜਾਈ ਹੈਗੀ ਆ। ਉਹਨਾਂ ਦਾ ਆਪਸੀ ਜ਼ਮੀਨੀ ਲੜਾਈ ਆ, ਜਿਹਦੇ ਵਿੱਚ ਫਸਲਾਂ ਹੋਣੀਆਂ, ਜਿਹਦੇ ਵਿੱਚ ਅਫੀਮ ਦੀ ਖੇਤੀ ਆ ਖਾਸ ਤੌਰ 'ਤੇ। ਉਹਦੇ ਵਿੱਚ ਵੈਸੇ ਤੁਸੀਂ ਗੱਲ ਕੀਤੀ ਆ, ਲੌਚਕ ਵੈਸੇ ਗੱਲ ਠੀਕ ਵੀ ਕਰਦੇ ਆ। ਇੱਕ ਪਾਸੇ ਤਾਂ ਇਲੈਕਸ਼ਨ ਵੀ ਆ ਗਈ ਆ, 5-7-10 ਮਹੀਨੇ ਰਹਿੰਦੇ ਆ, ਉਹਦੇ ਕਰਕੇ ਵੀ ਹੋ ਸਕਦਾ ਕਿ ਆਪਣੇ ਵੱਲ ਖਿੱਚੀ ਇਹਨਾਂ ਨੂੰ, ਪੋਲੀਟੀਕਲ ਮਾਮਲਾ ਵੀ ਆ। ਸਰਕਾਰ ਚਾਹੇ ਤਾਂ ਅੱਜ ਬੰਦ ਕਰਾ ਸਕਦੀ ਹੈ, ਨਹੀਂ ਕਰਾਵੇ ਤਾਂ ਸਦੀਆਂ ਤੱਕ ਚੱਲਦਾ ਰਹੂਗਾ, ਕਿਉਂਕਿ 1947 ਤੋਂ ਲੈ ਕੇ ਉਹੀ ਟਰਾਈਬਲ ਕਬੀਲੇ ਰਹੇ ਉੱਥੇ। ਉਦੋਂ ਕਿਉਂ ਨਹੀਂ ਲੜੇ? ਹੁਣ ਤੱਕ 75 ਸਾਲ ਹੋ ਗਏ ਆ, 76 ਸਾਲ ਹੋ ਗਏ, ਉਹ ਆਪੋ ਵਿੱਚ ਨਹੀਂ ਲੜੇ, ਹੁਣ ਕਿਉਂ ਲੜ ਰਹੇ ਆ? ਪਿੱਛੇ ਕੁਛ ਨਾ ਕੁਛ ਹੋ ਵੀ ਸਕਦਾ ਔਰ ਨਹੀਂ ਵੀ ਹੋ ਸਕਦਾ, ਕਿਉਂਕਿ ਲੜਾਈ ਜ਼ਮੀਨੀ ਲੜਾਈ ਆ, ਫਸਲ ਦੀ ਲੜਾਈ ਆ, ਲੋਕਾਂ ਦੀ ਆਪਣੀ ਜੀਵਨ ਨਿਰਵਾਹ ਜਿਹੜੀ ਇਨਕਮ ਆ ਉਹਦੀ ਲੜਾਈ ਹੈ, ਜਿਹਦੇ ਤੋਂ ਉਹਨਾਂ ਖਾਣਾ ਹੈਗਾ। ਰੁੱਖਾਂ ਨੂੰ ਵੱਢਦੇ ਆ, ਕੱਟਦੇ ਆ, ਸੜਕਾਂ ਬਣਾਉਂਦੇ ਆ, ਫਿਰ ਉਹਦੇ 'ਤੇ ਆਪਣਾ ਸਬਜ਼ੀਆਂ ਬੀਜਦੇ ਆ, ਅਤੇ ਫਿਰ ਜਿਹੜੀ ਖੇਤੀ ਹੁੰਦੀ ਆ ਅਫੀਮ ਦੀ, ਔਰ ਹੋਰ ਵੀ ਜਿਹੜੇ ਹੁੰਦੇ ਆ ਖਣਿਜ ਪਦਾਰਥ ਜ਼ਮੀਨ ਦੇ ਥੱਲੇ, ਉਹ ਵੀ ਹੋ ਸਕਦਾ, ਉਹਦੇ ਲਈ ਵੀ ਹੈ, ਉਹਦੇ 'ਚ ਬਹੁਤ ਕੁਛ ਨਿਕਲਦਾ। ਮਣੀਪੁਰ ਬਹੁਤ ਵਧੀਆ, ਇੰਫਾਲ ਉਹਦਾ ਜਿਹੜੀ ਕੈਪੀਟਲ ਆ, ਜੋ ਵੀ ਮੀਟਿੰਗਾਂ ਉੱਥੇ ਹੁੰਦੀਆਂ। ਪਰ ਟਰਾਈਬਲ ਲੋਕ ਜਿਹੜੇ ਆ ਕਿਸੇ ਕੋਲ ਵੱਸ 'ਚ ਨਹੀਂ ਹੋ ਸਕਦੇ, ਉਹਨਾਂ ਨੇ ਉੱਥੋਂ ਆਰਮੀ ਜਿਹੜੇ ਉੱਥੇ ਜਾ ਰਹੀ, ਉਹਨਾਂ ਦੇ ਹਥਿਆਰ ਖੋਲ੍ਹਿਆ, ਕੈਪਚਰ ਕਰ ਲਏ, ਘਰਾਂ ਨੂੰ ਮੰਤਰੀਆਂ ਦੇ ਨੂੰ ਅੱਗਾਂ ਲਾਤੀਆਂ। ਇਹ ਵੀ ਅਫਗਾਨਿਸਤਾਨ ਵਰਗੇ ਬਹੁਤ ਲੜਾਕੂ ਸੁਭਾਅ ਦੇ ਲੋਕ ਨੇ। ਅਸਾਮ ਦੇ ਇਲਾਕੇ ਦੇ ਵਿੱਚ ਅੰਗਰੇਜ਼ ਕਾਬਜ਼ ਨਹੀਂ ਹੋ ਸਕੇ ਸੀ, ਕਿਉਂਕਿ ਆਦੀਵਾਸੀ ਉਹਨਾਂ ਦੇ ਕਾਬੂ ਨਹੀਂ ਆਉਂਦੇ ਸੀ, ਨਹੀਂ ਆਉਂਦੇ, ਇਹ ਨਹੀਂ ਹੋ ਸਕਦਾ। ਸੋ ਇਹ ਚੀਜ਼, ਕਿਉਂਕਿ ਗੁਰੀਲਾ ਵਾਰ ਦੇ ਵਿੱਚ ਉਹ ਮਾਹਿਰ ਹੁੰਦੇ ਨੇ। ਜੀਓਗ੍ਰਾਫੀਕਲ ਜਿਹੜਾ ਏਰੀਆ ਨਾ, ਇਹਨਾਂ ਨੂੰ ਪਤਾ ਹੁੰਦਾ ਤੁਹਾਨੂੰ ਇੱਧਰੋਂ ਮਾਰ ਕੇ ਗੁਰੀਲਾ ਯੋਧੇ ਲੜਕੇ ਤੋਂ ਦੂਜੀ ਪਹਾੜੀ ਦੇ ਪਾਸੇ ਚੜ ਗਏ, ਤੁਸੀਂ ਕਿੱਧਰ ਜਾਓਗੇ? ਜਲੰਧਰ ਹੀ ਅਸੀਂ ਜਲੰਧਰ ਦੇ ਵਸਨੀਕ, ਸਾਨੂੰ ਪਤਾ ਵੀ ਕਿਹੜਾ ਬਾਜ਼ਾਰ ਕਿੱਧਰ ਨੂੰ, ਰਹਿਣ ਗੁਜ਼ਾਰ ਕਿੱਥੇ ਹੈ ਨਾ, ਜੋਤੀ ਚੌਕ ਕਿੱਥੇ ਹੈਗਾ, ਫੁੱਟਬਾਲ ਚੌਕ ਹੈ, ਵੀ ਨੋ ਈਚ ਐਂਡ ਐਵਰੀਥਿੰਗ।
ਬੜੇ ਬਾਹਰਲਾ ਬੰਦਾ ਦਾ ਉਹ ਤਾਂ ਪੁੱਛੋਗੇ ਆ ਕੇ। ਇਹ ਜਿਹੜੇ ਅੰਗਰੇਜ਼ ਤਾਂ ਬਾਹਰੋਂ ਆਏ ਸੀ, ਇਹਨਾਂ ਨੂੰ ਕੀ ਪਤਾ ਲੱਗਣਾ ਸੀ। ਇਸ ਕਰਕੇ ਗੁਰੀਲਾ ਯੁੱਧ ਕਰਕੇ ਵੀ ਉਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ, ਖਦੇੜ ਦਿੱਤਾ ਉਹਨਾਂ ਨੂੰ। ਇਹ ਹੈ ਬਿਲਕੁਲ ਸਹੀ ਗੱਲ ਹੈ। ਔਰ ਇਹ ਲੜਾਕੇ ਨੇ, ਲੜਾਕੂ ਨੇ, ਔਰ ਇਹ ਬੜੇ ਜੂਝਣ ਵਾਲੀ ਕੌਮ ਹੈ। ਸੋ ਇਹ ਸਾਰੇ ਹਾਲਾਤਾਂ ਦਾ ਕੀ ਐਨਾਲਿਸਿਸ ਹੈ ਕਰਨਾ ਹੀ ਪੈਣਾ ਹੈ। ਜਿਹੜੀਆਂ ਇਹ ਸੁਪਰ ਪਾਵਰ ਇਹਦੇ ਵਿੱਚ ਇਨਵੋਲਵ ਹੋਣ ਜਾ ਰਹੀਆਂ ਨੇ, ਅਮਰੀਕਾ ਔਰ ਹੋਰ ਵੀ ਆਉਣਗੇ ਜੋ ਇਨਵੋਲਵ ਹੋਣ ਜਾ ਰਹੇ ਨੇ, ਇਹਨਾਂ ਨੂੰ ਐਨਾਲਿਸਿਸ ਕਰਨਾ ਹੀ ਪੈਣਾ ਕਿ ਇਹਦੇ ਪਿੱਛੇ ਕਾਰਨ ਕੀ ਆ। ਉਸ ਕਾਰਨ ਨੂੰ ਜਦੋਂ ਤੱਕ ਨਾ ਕਾਬੂ ਕੀਤਾ ਜਾਏ ਉਦੋਂ ਤੱਕ ਇਹ ਹਿੰਸਾ ਕਾਬੂ ਨਹੀਂ ਆ ਸਕਦੀ। ਮੇਰਾ ਖਿਆਲ ਇੱਕ ਸੁਝਾਅ ਇਹ ਵੀ ਹੈਗਾ, ਜਿਹੜੇ ਟਰਾਈਬਲ ਨੂੰ ਬਿਲੋਂਗ ਕਰਦੇ ਨੇ ਸਾਡੇ ਰਾਸ਼ਟਰਪਤੀ ਮਾਨਯੋਗ ਜਿਹੜੇ ਰਾਸ਼ਟਰਪਤੀ ਮੁਰਮੂ ਜੀ, ਉਹ ਵੀ ਜੇ ਉਹਨਾਂ ਕੋਲ ਵੀ ਕੁਛ ਨਾ ਕੁਛ ਸੁਝਾਅ ਮੰਗਿਆ ਜਾਵੇ ਜਾਂ ਜਾਵੇ, ਉਹ ਲੈਂਗੁਏਜ ਵੀ ਜਾਣਦੇ ਜਾ ਵੀ ਸਕਦੇ। ਜੇ ਇੱਕ ਪੈਗਾਮ ਇੱਕ ਮੈਸੇਜ ਦੇ ਦੇਣ ਤਾਂ ਦੇਖੋ ਲੋਕ ਬੈਠ ਜਾਣਗੇ। ਔਰ ਉਹਨਾਂ ਨੂੰ ਤਾਂ ਨਾ ਤਾਂ ਪਾਰਲੀਮੈਂਟ ਦੀ ਨਵੀਂ ਇਮਾਰਤ ਲਈ ਬੁਲਾਇਆ ਗਿਆ, ਨਾ ਕਿਸੇ ਬਾਕੀ ਜਿੱਥੇ ਕੋਈ ਇਨਾਗੂਰੇਸ਼ਨ ਹੁੰਦੀ ਆ ਉਹ ਤਾਂ ਉੱਥੇ ਗਏ ਨਹੀਂ, ਜਦੋਂ ਕਿ ਦੇਸ਼ ਦੇ ਪੂਰੇ ਸਤਿਕਾਰਯੋਗ ਜਿਹੜੇ ਉਪਾਧੀ 'ਤੇ ਬੈਠੇ ਨੇ ਹੈ ਨਾ, ਦੇਸ਼ ਦੇ ਪਿਤਾਮਾ ਨੇ, ਉਹਨਾਂ ਨੂੰ ਤਾਂ ਕੁਝ ਪਾਸੇ ਦਿੱਤਾ ਨਹੀਂ ਗਿਆ। ਆ ਵੀ ਕੰਟਰੋਲ ਕਰਨੀ ਜੇ ਹੋਇਆ, ਇਹ ਸਾਡੇ ਚੈਨਲਾਂ ਨੂੰ ਇੱਕ ਸੁਝਾਅ ਵੀ ਹੈਗਾ, ਜੇ ਸਰਕਾਰ ਇਹ ਚਾਹੇ ਮੋਦੀ ਸਾਹਿਬ ਨੂੰ ਉਹਨਾਂ ਨਾਲ ਲੈ ਕੇ ਚੱਲ ਜਾਣ ਤਾਂ ਇੱਕਦਮ ਬੰਦ ਹੈਗਾ ਜੇ ਰਾਸ਼ਟਰਪਤੀ। ਪਰ ਰਾਸ਼ਟਰਪਤੀ ਜਿਹੜੇ ਪੋਲੀਟੀਕਲ ਲੋਕ ਨਹੀਂ ਹੁੰਦੇ, ਪੋਲੀਟੀਕਲ ਪਦਵੀ ਨਹੀਂ ਹੁੰਦੀ, ਇਹਨਾਂ ਨੇ ਕਿਸੇ ਸਰਕਾਰ ਦੀ ਗੱਲ ਨਹੀਂ ਕਰਨੀ, ਲੋਕਾਂ ਦੀ ਗੱਲ ਕਰਨੀ। ਲੋਕ ਮੰਨ ਸਕਦੇ ਇਹਨਾਂ ਦਾ, ਕਿਉਂਕਿ ਉਹ ਉਹਨਾਂ ਦੀ ਭਾਸ਼ਾ ਵੀ ਜਾਣਦੇ ਆ ਔਰ ਟਰਾਈਬਲ ਨੇ, ਉਹਨਾਂ ਨੂੰ ਪਤਾ ਹੈਗਾ। ਪਰ ਉਹਨਾਂ ਕੋਲ ਵੱਡੇ ਦੂਜੇ ਕੰਮ ਨਹੀਂ ਕਰਾਏ, ਕਿਉਂ ਕਰਾਉਣਗੇ? ਬਲਕਾਰ ਜੀ, ਤੁਸੀਂ ਆਪਣੇ ਤੌਰ 'ਤੇ ਜੋ ਐਨਾਲਿਸਿਸ ਕਰ ਰਹੇ ਹੋ ਸਹੀ ਲੱਗਦੇ ਨੇ। ਹੁਣ ਬਾਕੀ ਕੀ ਗੱਲ ਸਾਹਮਣੇ ਆਉਂਦੀ ਹੈ ਇਹ ਉਸ ਤੋਂ ਬਾਅਦ ਪਤਾ ਲੱਗਣਾ, ਜਦੋਂ ਪ੍ਰੋਪਰ ਐਨਾਲਿਸਿਸ ਹੋਣਗੇ, ਸਾਰੀਆਂ ਅਥਾਰਟੀਜ਼ ਕਰਨਗੀਆਂ। ਇਹ ਗੱਲ ਨੂੰ ਵਧਾ ਕੇ ਕਰਦੇ ਵੈਸੇ ਅੰਦੋਲਨ ਦੀ ਗੱਲ ਹੋਵੇ, 1.5 ਸਾਲ ਚਲੇ ਗਈ, ਬੰਦੇ ਮਰ ਗਏ, 700 ਕਿਸਾਨ ਸ਼ਹੀਦ ਹੋ ਗਿਆ। ਜਿੱਧਰ ਵੀ ਜਾਂਦੀ ਹੈ ਇਹਨੂੰ ਕਹਿੰਦੇ ਪਹਿਲਾਂ ਵਧਣ ਦਿਓ, ਫਿਰ ਉਦੋਂ ਬਾਅਦ ਫਿਰ ਰੋਕਦੇ ਆ। ਜਦੋਂ ਅੱਗ ਧੁੱਕਦੀ ਹੈ ਉਹਨੂੰ ਕੰਟਰੋਲ ਕਰਨਾ ਜ਼ਰੂਰੀ ਗੱਲ ਹੈ। ਜਦੋਂ ਭਬਾਕਾ ਬਣ ਗਿਆ, ਜਦੋਂ ਭਬਾਕਾ ਬਣ ਕੇ ਉੱਪਰ ਤੱਕ ਸਿਰ ਤੱਕ ਆ ਗਿਆ, ਫਿਰ ਕੰਟਰੋਲ ਕਰਨਾ ਸੌਖਾ ਨਹੀਂ ਹੁੰਦਾ, ਫਿਰ ਮੁਸ਼ਕਿਲ ਹੋ ਜਾਂਦੀ ਹੈ। ਸੋ ਤੁਸੀਂ ਇਹਦੇ ਵਿੱਚ ਗੱਲ ਕੀਤੀ ਸੀ ਰਾਹੁਲ ਗਾਂਧੀ ਦੀ, ਕਿ ਰਾਹੁਲ ਗਾਂਧੀ ਗਏ ਨੇ ਉੱਥੇ, ਉਹਨਾਂ ਨੂੰ ਰੋਕਿਆ ਵੀ ਗਿਆ। ਸੋ ਰਾਹੁਲ ਗਾਂਧੀ ਦੀ ਹੀ ਅੱਗੇ ਗੱਲ ਕਰਦੇ ਹਾਂ ਕਿ ਮਾਨਹਾਨੀ ਦੇ ਕੇਸ ਦੇ ਵਿੱਚ ਉਹਨਾਂ ਦੀ ਸਜ਼ਾ ਬਰਕਰਾਰ ਹੈ ਤੇ ਗੁਜਰਾਤ ਹਾਈ ਕੋਰਟ ਨੇ ਉਹਨਾਂ ਨੂੰ ਅਪਰਾਧੀ ਘੋਸ਼ਿਤ ਕੀਤਾ ਹੈ। ਹੁਣ ਇਸ ਵਕਤ ਉਹ ਇਲੈਕਸ਼ਨਸ ਤਾਂ ਨਹੀਂ ਲੜ ਸਕਣਗੇ ਜੇ 2024 ਦੀਆਂ ਇਲੈਕਸ਼ਨਸ ਦੀ ਗੱਲ ਆਪਾਂ ਕਰੀਏ, ਪਰ ਇਸ ਦੇ ਵਿੱਚ ਇੱਕ ਪੜਾਅ ਹੈ ਕਿ ਜੇ ਉਹ ਸੁਪਰੀਮ ਕੋਰਟ ਜਾਂਦੇ ਨੇ, ਸੁਪਰੀਮ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ ਤਾਂ ਉਹਨਾਂ ਦੇ ਫੈਸਲੇ ਦੇ ਉੱਤੇ ਨਿਰਭਰ ਕਰਦਾ ਸੁਪਰੀਮ ਕੋਰਟ ਦੇ ਕਿ ਇਹ ਅਗਲੀ ਇਲੈਕਸ਼ਨਸ ਵਾਸਤੇ ਕੁਆਲੀਫਾਈ ਕਰਦੇ ਨੇ ਕਿ ਨਹੀਂ ਕਰਦੇ। ਵੈਸੇ ਕਾਂਗਰਸ ਸਰਕਾਰ ਨੇ ਬੜੀ ਸੋਚ ਸਮਝ ਨਾਲ ਕੰਮ ਕੀਤਾ ਕਿ ਜਦੋਂ ਨਵਾਂ ਪ੍ਰਧਾਨ ਥਾਪਿਆ ਹੈ ਰਾਸ਼ਟਰੀ ਪੱਧਰ 'ਤੇ, ਤਾਂ ਖੜਗੇ ਸਾਹਿਬ ਨੂੰ ਥਾਪਿਆ ਹੈ, ਸੇਮ ਪਰਿਵਾਰ ਤੋਂ ਨਹੀਂ ਲਿੱਤਾ ਕਿ ਕੱਲ੍ਹ ਨੂੰ ਕੋਈ 19-21 ਹੋ ਜਾਵੇ, ਕੋਈ ਐਸਾ ਡਿਸੀਜ਼ਨ ਹੋ ਜਾਵੇ ਕੋਰਟ ਵੱਲੋਂ, 19-21 ਦਾ ਮਤਲਬ ਕੋਈ ਕੋਰਟ ਵੱਲੋਂ ਐਸਾ ਡਿਸੀਜ਼ਨ ਹੋ ਜਾਵੇ, ਕੋਈ ਲੀਗਲ ਕੰਪਲਿਕੇਸ਼ਨਸ ਹੋ ਜਾਣ ਕਿ ਰਾਹੁਲ ਗਾਂਧੀ ਉਹ ਕੰਮ ਨਾ ਕਰ ਸਕਣ ਜੋ ਪਾਰਟੀ ਦੇ ਵਾਸਤੇ ਜ਼ਰੂਰੀ ਹੈ ਜਾਂ ਇਲੈਕਸ਼ਨਸ ਵਾਸਤੇ ਜ਼ਰੂਰੀ ਹੈ, ਤਾਂ ਇਸ ਕਰਕੇ ਪਹਿਲਾਂ ਹੀ ਤਿਆਰੀ ਕਰ ਲਓ ਤੇ ਖੜਗੇ ਸਾਹਿਬ ਨੂੰ ਪ੍ਰਧਾਨ ਥਾਪ ਦਿੱਤਾ ਜਾਵੇ। ਸੋ ਇਹ ਸਭ ਚੀਜ਼ਾਂ ਚੱਲਦੀਆਂ ਪਈਆਂ ਨੇ ਕਿਉਂਕਿ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ ਸਾਰੀਆਂ ਤਿਆਰੀਆਂ ਹੁੰਦੀਆਂ ਪਈਆਂ। ਵੈਸੇ ਰਾਹੁਲ ਗਾਂਧੀ ਜੀ ਜਦੋਂ ਬ੍ਰਿਟੇਨ ਤੋਂ ਆਏ ਆ, ਇੰਟਰਵਿਊ ਦੇ ਕੇ ਆਏ, ਉਹਦੋਂ ਬਾਅਦ ਇੱਥੇ ਬੜੀ ਖਲਬਲੀ ਮੱਚ ਗਈ ਹੈ, ਪਾਰਲੀਮੈਂਟ 'ਚ ਵੀ ਉਹਨਾਂ ਨੂੰ ਘੇਰਿਆ ਗਿਆ, ਉਹਨਾਂ ਨੇ ਵੀ ਜਵਾਬ ਦਿੱਤੇ ਆ। ਉਹਨਾਂ ਨੇ ਕਹਿੰਦੇ ਕਿ ਲੋਕਤੰਤਰ ਦੇ ਅਗੇਂਸਟ ਬੋਲਿਆ, ਸਾਰਾ ਕੁਝ ਉਹਨਾਂ 'ਤੇ ਲਾ ਕੇ ਆਹ ਜਿਹੜਾ ਹੁਣ ਕੇਸ ਸੀਗਾ ਇਹ ਉਪਨਾਮ ਆ ਪ੍ਰਧਾਨ ਮੰਤਰੀ ਦੇ ਜਿਹੜੇ ਨਾਂ ਪਾਏ ਸੀ ਉਹਦੇ 'ਤੇ, ਉਹਨਾਂ ਨੂੰ ਉਹਨਾਂ ਦਾ ਸੰਸਦ ਜਿਹੜਾ ਸੀ ਮੈਂਬਰਸ਼ਿਪ ਉਹ ਵੀ ਖਾਰਜ ਕਰ ਦਿੱਤੀ ਗਈ ਹੈ, ਰਿਹਾਇਸ਼ ਵੀ ਖੋਹ ਲਈ ਗਈ ਉਹਦੇ ਕੋਲੋਂ, ਔਰ ਉਹਨਾਂ ਨੂੰ ਇੱਕ ਬਿਲਕੁਲ ਫੁੱਟਪਾਥ 'ਤੇ ਕਰ ਦਿੱਤਾ ਸਾਹਮਣੇ, ਔਰ ਉੱਥੇ ਖੜੇ ਹੋ ਗਿਆ। ਹੁਣ ਉਹਦੋਂ ਬਾਅਦ ਜੰਤਰ ਮੰਤਰ ਵਿੱਚ ਵੀ ਬੜੀਆਂ ਪ੍ਰਦਰਸ਼ਨੀ ਹੋਈਆਂ, ਅਸ਼ੋਕਾ ਰੋਡ ਜਿਹੜਾ ਹੈਗਾ ਦਿੱਲੀ ਦਾ, ਉੱਥੇ ਵੀ ਰੌਲਾ ਪਿਆ ਕਾਂਗਰਸ 'ਤੇ। ਖੜਗੇ ਸਾਹਿਬ ਜਿਹੜੇ ਪ੍ਰਧਾਨ ਨੇ ਇਸ ਵੇਲੇ ਮੌਜੂਦਾ, ਉਹਨਾਂ ਨੇ ਵੀ ਉੱਥੇ ਆ ਕੇ ਭਾਸ਼ਣ ਦਿੱਤਾ। ਔਰ ਉਦੋਂ ਬਾਅਦ ਨਵੀਂ ਗੱਲ ਜਿਹੜੀ ਆਈ ਇਹ ਕਿ ਜਿਹੜੀ ਸੂਰਤ ਸੀਗੀ ਸੈਸ਼ਨ ਕੋਰਟ, ਉਹਨੇ ਫੈਸਲਾ ਦੇ ਦਿੱਤਾ ਸੀਗਾ ਕਿ 2 ਸਾਲ ਦੀ ਸਜ਼ਾ ਇਹਨਾਂ ਨੂੰ ਹੈਗੀ ਲਾਜ਼ਮੀ ਤੌਰ 'ਤੇ, ਇਹ ਭੁਗਤਣਗੇ ਤੇ ਫਿਰ ਇਹ ਆਪਣਾ ਸੰਸਦ ਮੈਂਬਰ ਬਣ ਸਕਦੇ ਆ, ਫਿਰ ਸਾਰਾ ਕੁਝ ਆ ਕਰ ਸਕਦੇ ਆ। ਉਦੋਂ ਬਾਅਦ ਉਹਨਾਂ ਕੁ ਟਾਈਮ 'ਤੇ ਰਹਿਣਾ ਨਹੀਂ, ਇਲੈਕਸ਼ਨ ਆ ਗਈ ਹੈ। ਉਹਦੇ ਤੋਂ ਬਾਅਦ ਫਿਰ ਇਹਨਾਂ ਨੇ ਕੀਤਾ ਗੁਜਰਾਤ ਹਾਈ ਕੋਰਟ ਦੇ ਵਿੱਚ ਇਹ ਫੈਸਲਾ ਲੈਣ ਲਈ ਯਾਚਕਾ ਦਾਇਰ ਕਰ ਦਿੱਤੀ। ਹੁਣ ਉਹਨੇ ਵੀ ਫੈਸਲਾ ਲੋਅਰ ਕੋਰਟ ਦੇ ਅਕੋਰਡਿੰਗ ਕਰਤਾ, ਇਹ ਬਰਕਰਾਰ ਹੀ ਆ ਉਸੇ ਤਰ੍ਹਾਂ ਦੀ 2 ਸਾਲ ਦੀ ਹੈ, ਤੁਸੀਂ ਹੁਣ ਨਹੀਂ ਇਹਦੇ 'ਤੇ ਕੋਈ ਫੈਸਲਾ ਲੈ ਸਕਦੇ, ਅਸੀਂ ਤੁਹਾਡੇ 'ਤੇ ਜਿਹੜੇ ਤੁਸੀਂ ਜੋ ਚਾਰਜ ਲਾਏ ਹੈਗੇ ਉਸੇ ਤਰ੍ਹਾਂ ਬਰਕਰਾਰ ਹੈ, ਉਸੇ ਤਰ੍ਹਾਂ ਸਟੇਬਲ ਆ। ਜੋ ਇੰਡੀਅਨ ਪੀਨਲ ਕੋਡ ਦੇ ਵਿੱਚ ਧਾਰਾ ਲਾਈਆਂ ਗਈਆਂ ਉਸੇ ਤਰ੍ਹਾਂ ਹੀ ਪਿਛਲੀ ਕੋਰਟ ਜਿਹੜੀ ਥੱਲੇ ਵਾਲੀ ਲੋਅਰ ਕੋਰਟ ਆ ਉਹਦੇ ਅਕੋਰਡਿੰਗ ਹੀ ਅਸੀਂ ਫੈਸਲਾ ਦੇ ਰਹੇ ਹਾਂ। ਜਿਹੜੀ ਜਿਊਰੀ ਹੈ ਬੈਠੀ ਉਹਨਾਂ ਨੇ ਉਹੀ ਫੈਸਲਾ ਦਿੱਤਾ ਕਿ 2 ਸਾਲ ਦੀ ਸਜ਼ਾ ਬਰਕਰਾਰ ਰਹੇਗੀ। ਹੁਣ ਤੁਹਾਡੀ ਗੱਲ ਠੀਕ ਹੈ ਕਿ ਸੁਪਰੀਮ ਕੋਰਟ ਜਾ ਸਕਦੇ ਆ, ਪਰ ਸੁਪਰੀਮ ਕੋਰਟ ਜਾਣ 'ਚ ਵੀ ਫੈਸਲਾ ਡਿਲੇ ਹੋ ਸਕਦਾ, ਅਜੇ ਤੱਕ ਕੁਝ ਨਹੀਂ ਹੋਣਾ। ਸੁਪਰੀਮ ਕੋਰਟ 'ਚ ਚਲੇ ਜਾਂਦੇ ਆ ਅਤੇ ਫਿਰ ਉਹਦੇ ਬਾਅਦ ਇਲੈਕਸ਼ਨ ਆ ਗਈ, 10 ਮਹੀਨੇ ਇਲੈਕਸ਼ਨ 'ਚ ਰਹਿ ਗਏ ਆ। ਇਹ ਤਾਂ ਜੇ 8-10 ਮਹੀਨੇ 'ਤੇ ਇੱਦਾਂ ਦੇ ਫੈਸਲੇ ਦੇ ਉੱਤੇ ਸੁਣਵਾਈ ਹੋਣ 'ਚ ਲੱਗ ਜਾਣੇ ਆ। ਉਹ ਯਾਚਕਾ ਵੀ ਦਾਇਰ
ਕਰਨ ਦਾ ਟਾਈਮ ਲੱਗੂਗਾ, ਇਹਨਾਂ ਦਾ ਵਕੀਲ ਜਾਊਗਾ, ਸਾਰਾ ਕੁਝ ਹੋਊਗਾ। ਪਰ ਇਹ ਇਸ ਵੇਲੇ ਪੂਰੇ ਦੇ ਪੂਰੇ ਇੱਕ ਨਾਗਰਿਕ ਦੇ ਤੌਰ 'ਤੇ ਰਹਿ ਗਏ ਆ। ਪਤਾ ਨਹੀਂ ਵੀ ਨਾਗਰਿਕਤਾ ਵੀ ਕੈਂਸਲ ਕਰ ਸਕਦੇ ਆ ਵੀ ਇਹਦੇ ਵਿੱਚ ਇਹਨਾਂ ਨੂੰ ਇਸ ਪਾਸੇ ਨਾ ਆਉਣ ਦਿਓ। ਹੁਣ ਉਹ ਸੰਸਦ ਤਾਂ ਰਹੇ ਨਹੀਂ, ਸਾਰਾ ਕੁਝ ਹੋ ਗਿਆ ਉਹਦੇ 'ਤੇ, ਕਿਉਂਕਿ ਉਪਨਾਮ ਜਿਹੜੇ ਉਹਨਾਂ ਰੱਖੇ ਕਹਿੰਦੇ ਉਹ ਬੇਹੂਦਾ ਗੱਲ ਹੈਗੀ ਆ, ਉਹਦੇ 'ਤੇ ਨਹੀਂ ਸੀ ਇਹਨਾਂ ਨੂੰ ਬੋਲਣਾ ਚਾਹੀਦਾ, ਕਿਉਂਕਿ ਦੇਸ਼ ਦੇ ਸਵਾਗਤ ਜਿਹੜੀ ਆ ਉਪਾਧੀ ਆ ਉੱਤੇ ਬੈਠੇ ਨੇ, ਔਰ ਉਹਨਾਂ ਦਾ ਨਾਂ ਲੈਣਾ ਜਿਹੜਾ ਇਸ ਤਰ੍ਹਾਂ ਦਾ ਵੀ ਨਹੀਂ ਚੰਗਾ ਸ਼ੋਭਦਾ, ਉਹਦੇ 'ਤੇ ਉਹਨਾਂ ਨੇ ਜੂਰੀ ਨੇ ਜਿਹੜਾ ਕੰਟਰੋਲ ਕਰਕੇ ਜਿਹੜਾ ਉੱਤੇ ਇਹਨਾਂ ਦੇ ਚਾਰਜ ਲਾਏ ਆ, ਉਹ ਸਾਰੇ ਚਾਰਜ ਉਹਨਾਂ ਨੇ ਕਹਿਤਾ ਬਿਲਕੁਲ ਬਰਕਰਾਰ ਰਹਿਣਗੇ। ਇਹਨਾਂ ਨੂੰ 2 ਸਾਲ ਦੀ ਸਜ਼ਾ ਭੁਗਤਣੀ ਪੈਣੀ ਆ, ਔਰ ਇਹਨਾਂ ਦੀ ਰਿਹਾਇਸ਼ ਤੋਂ ਤਾਂ ਇਹਨਾਂ ਨੂੰ ਬਿਲਕੁਲ ਫਰਕ ਕਰਤਾ, ਉੱਥੋਂ ਤਾਂ ਆ ਗਏ ਆ। ਜਿਸ ਤਰ੍ਹਾਂ ਪੰਜਾਬ ਗੌਰਮੈਂਟ ਦੇ ਜਿਹੜੇ ਵੀ ਸਾਬਕਾ ਮੰਤਰੀ ਸੀਗੇ, ਸਾਬਕਾ MLA ਸੀਗੇ, ਉਹ ਸਰਕਾਰੀ ਰਿਹਾਇਸ਼ਾਂ ਨਹੀਂ ਛੱਡਦੇ, ਮੌਜੂਦਾ ਸਰਕਾਰ ਨੇ ਛੁਡਵਾ ਲਈਆਂ ਸਾਰੀਆਂ, ਉਹ 'ਚ ਜਿਹਦੇ 'ਚ ਕਈ ਨਾਂ ਹੁਣ ਆਪਾਂ ਨਹੀਂ ਲੈਣਾ ਚਾਹੁੰਦੇ, ਜਿਨ੍ਹਾਂ ਕੋਲ ਪਏ ਸੀ ਉੱਥੇ ਬੜੀ ਵੱਡੀਆਂ ਰਿਹਾਇਸ਼ਾਂ ਰੱਖੀਆਂ ਸੀ ਉਹਨਾਂ ਨੇ, ਔਰ ਬਗੈਰ ਕਿਰਾਏ ਤੋਂ ਬੈਠੇ ਸੀ ਉੱਥੇ, ਸਾਰਾ ਕੁਝ ਸੀ। ਇਸੇ ਤਰ੍ਹਾਂ ਹੀ ਇਹਨਾਂ ਕੋਲ ਤੇ ਇਹਨਾਂ ਨੇ ਰਿਹਾਇਸ਼ ਜਿਹੜੀ ਹੈ ਬੜੀ ਵੱਡੀ ਇਹਨਾਂ ਕੋਲ ਰੈਜ਼ੀਡੈਂਸ ਸੀਗਾ, ਜਿਹਨੂੰ ਅਕੋਮੋਡੇਸ਼ਨ ਕਹਿੰਦੇ ਆ ਸਰਕਾਰੀ, ਉਹ ਛੁਡਵਾ ਲਈ ਇਹਨਾਂ ਨੇ, ਔਰ ਸੰਸਦ ਤਾਂ ਰਹੇ ਨਹੀਂ ਹੈਗੇ। ਆਹ ਤੀਜਾ ਫੈਸਲਾ ਜਿਹੜਾ ਹੈਗਾ ਉਪਨਾਮ ਵਾਲਾ, ਹੁਣ ਇਹ ਦੇਖੋ ਕਿਸ ਕਸੌਟੀ 'ਚ ਬੈਠਦਾ ਔਰ ਕਿਸ ਤਰੀਕੇ ਨਾਲ ਇਹਨਾਂ ਦੀ ਧਾਰਾ ਜਿਹੜੀ ਹੈ ਕੈਂਸਲ ਹੁੰਦੀ ਹੈ। ਮੇਰਾ ਖਿਆਲ ਆ ਸ਼ਾਇਦ ਨਾ ਹੋਵੇ, ਇਹਨਾਂ ਨੂੰ ਸਜ਼ਾ ਭੁਗਤਣੀ ਪੈਣੀ ਹੈ, ਕਿਉਂਕਿ ਕੋਰਟ ਵੀ ਜਿਹੜੀ ਆ ਉਸੇ ਤਰੀਕੇ ਦਾ ਕੰਮ ਕਰਦੀ ਹੈ ਜੋ ਸਰਕਾਰ ਕਰਦੀ। ਦੇਖੋ ਗੱਲ ਇਹ ਹੈ ਕਿ ਬਲਕਾਰ ਜੀ ਇਹਨਾਂ ਸਾਰੀਆਂ ਡਿਸਕਸ਼ਨ ਵਿੱਚੋਂ ਦੇਖੀਏ ਤਾਂ ਨਿਕਲਦਾ ਕੁਝ ਵੀ ਨਹੀਂ ਨਿਕਲਦਾ, ਕਿਉਂਕਿ ਇਹ ਇਹਨਾਂ ਦੇ ਆਪਸੀ ਝਗੜੇ ਨੇ, ਬਦਲਾ ਲਓ ਨੀਤੀ ਹੈ ਰਿਵੈਂਜਫੁਲੀ ਚੱਲਦੇ ਆ, ਔਰ ਇਹਦੇ ਵਿੱਚ ਦੇਸ਼ ਹਿੱਤ ਵਾਸਤੇ ਕੀ ਹੈ ਕੁਝ ਸਮਝ ਵਿੱਚ ਨਹੀਂ ਆਉਂਦਾ, ਕਿਉਂਕਿ ਇਹਦੇ ਵਿੱਚ ਦੇਸ਼ ਹਿੱਤ ਵਾਸਤੇ ਕੱਖ ਨਹੀਂ ਹੈ। ਸਹੀ ਗੱਲ। ਜੋ ਚੀਜ਼ ਦੇਸ਼ ਹਿੱਤ ਵਾਸਤੇ ਹੈ, ਜੋ ਲੋਕਾਂ ਦੇ ਹਿੱਤ ਵਾਸਤੇ ਹੈ, ਦੇਸ਼ ਦੀ ਤਰੱਕੀ ਵਾਸਤੇ, ਦੇਸ਼ ਦੀ ਉન્નਤੀ ਵਾਸਤੇ ਹੈ, ਉਹ ਮੁੱਦੇ ਸਾਹਮਣੇ ਆਉਣੇ ਚਾਹੀਦੇ ਨੇ। ਉਹਨਾਂ ਮੁੱਦਿਆਂ ਦੇ ਉੱਤੇ ਆਧਾਰਿਤ ਰਾਜਨੀਤੀ ਹੋਣੀ ਚਾਹੀਦੀ ਹੈ, ਉਹਨਾਂ ਮੁੱਦਿਆਂ ਦੇ ਉੱਤੇ ਆਧਾਰਿਤ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ। ਇਹ ਕੋਈ ਮੁੱਦੇ ਨਹੀਂ ਹੈਗੇ, ਕਿਉਂਕਿ ਇਹ ਤੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਪਰਸਨਲ ਗਰਜ ਹੈ। ਪਰਸਨਲ ਗਰਜ, ਹੋਰ ਤਾਂ ਕੁਝ ਨਹੀਂ ਦਿਖਦਾ ਇਹਦੇ ਵਿੱਚੋਂ। ਆਪਾਂ ਅੱਗੇ ਵਧੀਏ ਜੀ। ਭਾਰਤੀ ਅਫਸਰਾਂ ਨੂੰ ਧਮਕੀਆਂ ਦੇਣ ਖਿਲਾਫ ਬ੍ਰਿਟੇਨ ਕਾਰਵਾਈ ਕਰੇ। ਅਜੀਤ ਡੋਵਾਲ ਜੀ ਜੋ ਸਾਡੇ ਰੱਖਿਆ ਵਿਭਾਗ ਦੇ ਬਹੁਤ ਚੀਫ ਨੇ, ਉਹਨਾਂ ਦੇ ਪੁਰਾਣੇ ਆਪਾਂ ਦੇਖੀਏ ਕੰਮ ਕੀਤੇ ਹੋਏ ਭਾਰਤ ਦੀ ਸੁਰੱਖਿਆ ਵਿਵਸਥਾ ਵਾਸਤੇ, ਤਾਂ ਬਹੁਤ ਜ਼ਬਰਦਸਤ ਰਣਨੀਤੀਕਾਰ ਨੇ। ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਹੁਣੇ ਸਾਰੀ ਇੰਡੀਅਨ ਡਾਇਸਪੋਰਾ ਬਾਹਰ ਰਹਿੰਦਾ, ਉਹਨਾਂ ਦੀ ਗੱਲਬਾਤ ਕੀਤੀ ਹੈ। ਜੋ ਇੰਡੀਅਨ ਕੌਂਸੂਲੇਟ ਨੂੰ ਅੱਗ ਵੀ ਲਾਈ ਗਈ ਸੀ ਅਮਰੀਕਾ ਦੇ ਵਿੱਚ, ਉਹ ਵੀ ਗੱਲ ਵਿੱਚ ਆ ਜਾਂਦੀ ਹੈ। ਅਤੇ ਉਸ ਤਰ੍ਹਾਂ ਜਿਹੜੇ ਡਿਪਲੋਮੈਟਸ ਬੈਠੇ ਨੇ ਬਾਹਰਲੀਆਂ ਦੇਸ਼ਾਂ ਦੇ ਵਿੱਚ ਸਾਡੇ ਭਾਰਤ ਦੇ, ਉਹਨਾਂ ਨੂੰ ਧਮਕੀਆਂ ਮਿਲਦੀਆਂ ਪਈਆਂ ਨੇ, ਤਾਂ ਉਸ ਦੇ ਖਿਲਾਫ ਬ੍ਰਿਟੇਨ ਦੇ ਵਿੱਚ ਵੀ ਕੋਈ ਕਾਰਵਾਈ ਹੋਈ ਹੈ। ਤਾਂ ਅਜੀਤ ਡੋਵਾਲ ਜੀ ਕਹਿੰਦੇ ਨੇ ਕਿ ਬ੍ਰਿਟੇਨ ਦੀ ਗਵਰਨਮੈਂਟ ਨੂੰ ਇਸ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਜਿਹੜੇ ਸਮਰਥਕ ਨੇ ਸੁਰੱਖਿਆ ਦੇ ਅਜੀਤ ਡੋਵਾਲ, ਉਹਨਾਂ ਨੇ ਇਹ ਫੈਸਲਾ ਲਿਆ ਹੈਗਾ ਕਿ ਅਸੀਂ ਸਿਰਫ ਬ੍ਰਿਟੇਨ ਦੀ ਗੱਲ ਨਹੀਂ ਕਰਾਂਗੇ, ਬਾਹਰਲੇ ਦੇਸ਼ਾਂ ਬਹੁਤਿਆਂ ਵਿੱਚ ਇੱਕ ਵਾਪਰ ਰਿਹਾ ਸਾਰਾ ਹਾਦਸਾ। ਇਹ ਅਮਰੀਕਾ 'ਚ ਵੀ ਹੋਇਆ, ਕੈਨੇਡਾ 'ਚ ਵੀ ਹੋਇਆ, ਟਰੂਡੋ ਸਾਹਿਬ ਤੱਕ ਵੀ ਗੱਲ ਪਹੁੰਚੀ ਹੈ, ਬ੍ਰਿਟੇਨ 'ਚ ਵੀ ਹੋ ਗਿਆ। ਜਿਹੜੀ ਵੀ ਸਾਡੇ ਸਫਾਰਤਖਾਨੇ ਨੇ, ਜਿੱਥੇ ਰਾਜਦੂਤ ਬੈਠੇ ਆ, ਜਿੱਥੇ ਸਾਡੇ ਅਧਿਕਾਰੀ ਬੈਠੇ ਆ ਇੰਡੀਅਨ, ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ, ਉਹਨਾਂ ਦੇ ਕੰਮਕਾਜ 'ਚ ਵਿਘਨ ਵੀ ਪਾਇਆ ਜਾਂਦਾ, ਔਰ ਉੱਥੇ ਖਾਲਿਸਤਾਨ ਦੇ ਨਾਅਰੇ ਵੀ ਲੱਗੇ ਆ। ਥੋੜ੍ਹੀ ਦੇਰ ਤੱਕ ਜਦੋਂ ਉੱਥੇ ਨਿੱਜਰ ਜੀ ਨੂੰ ਮਾਰ ਦਿੱਤਾ ਗਿਆ ਸੀਗਾ ਕੈਨੇਡਾ ਵਿੱਚ, ਉਦੋਂ ਬਾਅਦ ਜਿਹੜੇ ਗੁਰਪਤਵੰਤ ਪੰਨੂ ਜੀ ਨੇ, ਉਹ ਤਾਂ ਰੂਪੋਸ਼ ਹੋ ਗਏ ਸੀ, ਉਹ ਮਿਲਦੇ ਲੱਭੇ ਨਹੀਂ ਸੀਗੇ। ਉਹਨਾਂ ਨੇ ਮੁੜ ਕੇ ਬਾਅਦ 'ਚ ਹੁਣ ਵੀਡੀਓ ਪਾਈ ਆ ਕਿ ਮੈਂ ਹੈਗਾ, ਕੋਈ ਲੋਕ ਕਹਿੰਦੇ ਸ਼ਾਇਦ ਉਹਨੂੰ ਵੀ ਮਾਰ ਦਿੱਤਾ ਗਿਆ। ਉਹ ਥੋੜ੍ਹਾ ਜਿਹਾ ਇਸ ਗੱਲ ਨੂੰ ਉਕਸਾ ਵੀ ਰਹੇ ਆ। ਉਹਨਾਂ ਨੇ ਉੱਥੇ ਜਾ ਕੇ ਕਿਹਾ ਸੀਗਾ ਕਿ ਜਨਮਤ ਗ੍ਰਹਿ ਹੋਏਗਾ, ਲੋਕ ਕਹਿਣਗੇ ਕਿ ਉਹ ਆ ਜਾਣਾ ਦੇ ਫ੍ਰੀ ਆਫ ਕਾਸਟ, ਮੈਂ ਸਾਰਿਆਂ ਨੂੰ ਟਿਕਟ ਦਊਂਗਾ, ਉਹ ਇੰਗਲੈਂਡ ਪਹੁੰਚ ਜਾਣ ਲੰਡਨ ਅਤੇ ਖਾਲਿਸਤਾਨ ਬਾਰੇ ਗੱਲ ਕਰਨ। ਔਰ ਉਹਨਾਂ ਦੀ ਗੱਲ ਵੈਸੇ ਕਿਸੇ ਨੇ ਬਹੁਤ ਜਾਚੀ ਨਹੀਂ, ਨਾ ਕਿਸੇ ਨੇ ਧਿਆਨ ਦਿੱਤਾ, ਔਰ ਉਹ ਅਜੇ ਮੁੱਦਾ ਉਹਨਾਂ ਦਾ ਇਸੇ ਤਰ੍ਹਾਂ ਦਾ ਪਿਆ ਹੈਗਾ। ਉੱਥੇ ਬ੍ਰਿਟੇਨ 'ਚ ਜ਼ਿਆਦਾ ਹਵਾ ਹੋ ਗਈ ਇਸ ਗੱਲ ਬਾਰੇ, ਔਰ ਇਹਦੇ ਵਿੱਚ ਜਿਹੜੇ ਸੁਰੱਖਿਆ ਨਾਲ ਰਿਲੇਟਡ ਨੇ ਅਜੀਤ ਡੋਵਾਲ ਜੀ, ਉਹਨਾਂ ਨੇ ਉਸ ਹਮਰੁਤਬਾ ਜਿਹੜੇ ਉੱਥੋਂ ਦੇ ਸੁਰੱਖਿਆ ਵਾਲੇ ਹੈ ਨੇ, ਉਸ ਉਪਾਧੀ 'ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਅਸੀਂ ਇਸ ਨੂੰ ਇਸ ਤਰੀਕੇ ਨਾਲ ਨਜਿੱਠੀਏ ਤਾਂ ਕਿ ਇਹਦੇ ਬਾਰੇ ਮੁੜ ਕੇ ਬਾਅਦ 'ਚ ਇਸ ਤਰ੍ਹਾਂ ਦਾ ਕੋਈ ਇਸ਼ਤਿਹਾਰਬਾਜ਼ੀ, ਪੋਸਟਰ ਨਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਣ, ਤਾਂ ਕਿ ਜਿਹੜੇ ਵਿਚਾਰੇ ਅਧਿਕਾਰੀ ਕੰਮ ਕਰ ਰਹੇ, ਲੋਕਾਂ ਲਈ ਕੰਮ ਕਰ ਰਹੇ ਆ, ਉਹ ਇੱਕ ਸੰਸਥਾ ਲਈ ਨਹੀਂ ਕੰਮ ਕਰ ਰਹੇ। ਉਹ ਜਿਹੜੇ ਵੀ ਇੰਡੀਆ ਦੇ ਲੋਕ ਨੇ, ਉਹਨਾਂ ਨੂੰ ਉਹਨਾਂ ਦੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਆ, ਉਹਨਾਂ ਨੂੰ ਇੱਥੇ ਰਹਿਣ ਦਾ ਜਿਹੜੀ ਜਗ੍ਹਾ ਦੇ ਰਹੇ ਆ, ਉਹਨਾਂ ਦੇ ਕੰਮਕਾਜ ਦਾ ਦੇਖ ਰਹੇ ਆ। ਇਸ ਕਰਕੇ ਇਹਨਾਂ ਨੇ ਇਮੀਡੀਏਟ ਐਕਸ਼ਨ ਲਿਆ। ਹੁਣ ਇਸ ਵੇਲੇ ਸੈਂਟਰ ਗੌਰਮੈਂਟ ਦੇ ਵੀ ਧਿਆਨ ਵਿੱਚ ਆ ਗਿਆ, ਔਰ ਉਹਦੇ ਵਿੱਚ ਜਿੱਥੇ ਵੀ ਸਾਡੀਆਂ ਸੂਬਾ ਸਰਕਾਰਾਂ, ਉਹਨਾਂ ਦੇ ਵੀ ਧਿਆਨ ਚੁੱਕਿਆ, ਕਿਉਂਕਿ ਇੱਥੋਂ ਦੇ ਲੋਕ ਬਹੁਤ ਉੱਥੇ ਪਹੁੰਚੇ ਆ, ਔਰ ਇੱਥੋਂ ਦੇ ਅਧਿਕਾਰੀ ਉੱਥੇ ਬੈਠੇ ਆ, ਔਰ ਸਾਡੇ ਉੱਥੋਂ ਦੇ ਪ੍ਰਧਾਨ ਮੰਤਰੀ ਵੀ ਸਾਡੇ ਦੇਸ਼ ਦੇ ਮੂਲ ਨਿਵਾਸੀ ਰਹੇ ਜਿਹੜੇ। ਹੁਣ ਉਹ ਭਾਵੇਂ ਉੱਥੇ ਸਾਰਾ ਕੁਛ ਹੈਗਾ, ਪਰ ਉਹਨਾਂ ਦਾ ਧਿਆਨ ਤਾਂ ਹੁਣ ਉਸ ਦੇਸ਼ ਵੱਲ ਰਹੇਗਾ। ਪਰ ਇਸ ਵੇਲੇ ਜਿਹੜੀ ਸਾਡੀ ਸਰਕਾਰ ਹੈ, ਇਹਨੇ ਆਪਣਾ ਧਿਆਨ ਉੱਧਰ ਕੇਂਦਰਿਤ ਕਰ ਦਿੱਤਾ
ਕਿ ਇਸ ਗੱਲ ਤੋਂ ਬਚਾ ਲਈਏ ਲੋਕਾਂ ਨੂੰ। ਪਹਿਲੋਂ ਵੀ ਜਦੋਂ 1984 'ਚ ਰੌਲਾ ਪਿਆ ਸੀਗਾ, ਬਲੂ ਸਟਾਰ ਆਪਰੇਸ਼ਨ ਹੋਇਆ ਸੀ, ਸਾਰਾ ਇੱਥੇ ਹੋਇਆ ਸੀ, ਉਦੋਂ ਵੀ ਬਾਹਰੋਂ ਆਇਆ ਸੀ ਸਾਰਾ ਕੁਝ। ਔਰ ਉਹਦੇ ਵਿੱਚ ਕੈਨੇਡਾ 'ਚੋਂ ਜਥੇਬੰਦੀਆਂ ਬੈਠੀਆਂ ਸੀ, ਅਮਰੀਕਾ 'ਚ ਜਥੇਬੰਦੀਆਂ ਬੈਠੀਆਂ ਸੀ, ਇੰਗਲੈਂਡ 'ਚ ਵੀ ਬੈਠੀਆਂ ਸੀ। ਹੁਣ ਵੀ ਉਹ ਫਿਰ ਦੁਬਾਰਾ ਉਸੇ ਤਰ੍ਹਾਂ ਤਤਪਰ ਹੋਈਆਂ, ਉਸੇ ਤਰ੍ਹਾਂ ਬਹੁਤ ਪੋਸਟਰ ਵੰਡੇ ਗਏ, ਉਹਦੇ ਤਾਂ ਨਾਅਰੇਬਾਜ਼ੀ ਹੋਈ ਆ। ਔਰ ਪੰਜਾਬ ਵਿੱਚ ਵੀ ਹੁੰਦਾ, ਉਹਦੇ ਵਿੱਚ ਹਿਲਜੁਲ ਪੰਜਾਬ ਵਿੱਚ ਵੀ ਹੈਗੀ ਹੈ। ਪੰਜਾਬ ਵਿੱਚ ਵੀ ਉਹਨਾਂ ਨੇ ਬਹੁਤ ਮੁੰਡੇ ਫੜੇ ਆ ਜਿਹੜੇ ਸਲੋਗਨ ਲਿਖਦੇ ਸੀ। ਜਲੰਧਰ ਦੇ ਏਰੀਏ 'ਚ ਵੀ ਆ, ਤਰਨਤਾਰਨ 'ਚ ਵੀ, ਅੰਮ੍ਰਿਤਸਰ ਵਿੱਚ ਵੀ ਹੈਗਾ। ਔਰ ਸਰਕਾਰ, ਪੰਜਾਬ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ, ਨਾ ਕੇਵਲ ਕੇਂਦਰ ਨੂੰ ਜੇ ਮਿਲ ਕੇ ਸਾਰਾ ਕੰਮ ਕਰਨਗੇ ਤਾਂ ਸ਼ਾਇਦ ਇਸ ਕੰਮ ਤੇ ਕੋਈ ਨਾ ਕੋਈ ਕੰਟਰੋਲ ਕੀਤਾ ਜਾ ਸਕੇ। ਬਿਲਕੁਲ ਜੀ, ਕੰਟਰੋਲ ਹੋਣਾ ਚਾਹੀਦਾ। ਔਰ ਜਿਸ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਕਿਹਾ ਸੀਗਾ, ਜਿਸ ਦਾ ਕੈਮੀਕਲ ਵੈਪਨਸ ਤੋਂ ਨਿਜਾਤ ਪਾਈ ਗਈ ਹੈ ਔਰ ਕੈਮੀਕਲ ਵੈਪਨਸ ਖਤਮ ਕਰਨ ਦੀ ਇੱਕ ਮੁਹਿੰਮ ਸ਼ੁਰੂ ਕਰਨ ਦੀ ਜ਼ਰੂਰਤ ਹੈ ਪੂਰੀ ਦੁਨੀਆ ਦੇ ਵਿੱਚ। ਐਸੀ ਜ਼ਰੂਰਤ ਜੋ ਮਨੁੱਖੀ ਸਮਾਜ ਨੂੰ ਆਉਣ ਵਾਲੀਆਂ ਵਿਪਤਾਵਾਂ ਤੋਂ ਬਚਾ ਸਕਦੀ ਹੈ। ਤਾਂ ਇਹ ਵੀ ਇੱਕ ਚੀਜ਼ ਹੈ ਕਿ ਜਿਹੜੇ ਸੋਚ ਵਿਗੜ ਗਈ ਹੈ ਉਸ ਸੋਚ ਨੂੰ ਸਿੱਧਾ ਕੀਤਾ ਜਾਵੇ ਤਾਂ ਕਿ ਇਨਸਾਨ ਦਾ ਦੁਸ਼ਮਣ ਨਾ ਬਣੇ। ਸੋਚ ਟੇਢੀ ਹੋ ਗਈ, ਸੋਚ ਟੇਢੀ ਹੋ ਗਈ, ਸੋਚ ਟੇਢੀ ਹੋ ਗਈ। ਹਾਂ, ਔਰ ਇਹ ਸਿੱਧੀ ਸੋਚ ਕਰਨੀ ਜ਼ਰੂਰੀ ਹੈ। ਔਰ ਇਹ ਸਿੱਧੀ ਸੋਚ ਦਾ ਹੁਣ ਪੰਜਾਬ ਦੇ ਵਿੱਚ ਵੀ ਅਸੀਂ ਜ਼ਿਕਰ ਕਰੀਏ। ਹੁਣ ਆਪਾਂ ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਦੀ ਇਕਨੋਮੀ ਦੀ ਗੱਲ ਕਰਾਂਗੇ ਕਿ ਮਾਨ ਸਾਹਿਬ ਕਹਿੰਦੇ ਨੇ ਕਿ ਕੇਂਦਰ ਮਨਰੇਗਾ ਦਿਹਾੜੀ ਵਧਾ ਕੇ 381 ਰੁਪਏ ਕਰੇ ਤਾਂ ਕਿ ਮਜ਼ਦੂਰਾਂ ਨੂੰ ਰਾਹਤ ਮਿਲੇ, ਕਿਉਂਕਿ ਮਜ਼ਦੂਰਾਂ ਦੀ ਦਿਹਾੜੀ ਵਧਣੀ ਚਾਹੀਦੀ ਹੈ। ਹਾਂ, ਇਹ ਹੁਣੇ ਇਹਨਾਂ ਨੇ ਕੀਤਾ ਕਿ ਜਿਹੜੇ ਦਿਹਾੜੀਦਾਰ ਨੇ ਵਿਚਾਰੇ, ਮਹਿੰਗਾਈ ਬਹੁਤ ਹੋ ਗਈ ਆ ਬਹੁਤ ਜ਼ਿਆਦਾ ਜੀ, ਮਹਿੰਗਾਈ ਕਰਕੇ ਵੀ ਵਿਚਾਰੇ ਦਿਹਾੜੀਦਾਰ ਜਿਹੜੇ ਉਹਨਾਂ ਨੂੰ 300 ਰੁਪਏ ਤੋਂ ਉੱਪਰ ਤਾਂ ਮਿਲਦੀ ਨਹੀਂ, 285 ਦੇ ਕਰੀਬ ਸੀਗਾ। ਔਰ ਨਾਲ ਲੱਗਦੇ ਸੂਬੇ ਹਰਿਆਣਾ 'ਚ ਜ਼ਿਆਦਾ। ਔਰ ਇਹਨਾਂ ਕਿਹਾ ਘੱਟੋ ਘੱਟ ਹਰਿਆਣਾ ਜਿੰਨੀ ਹੋ ਜੇ ਉਹਦੇ ਨਾਲ ਮਨਰੇਗਾ ਜਿਹੜੀ ਸਾਰੀਆਂ ਸਰਕਾਰਾਂ ਚਲਾਉਂਦੀਆਂ, ਕੇਂਦਰ ਚਲਾ ਰਹੀ ਹੈ। ਇਹ ਮਹਾਤਮਾ ਗਾਂਧੀ ਜੀ ਦੇ ਨਾਲ ਰੁਜ਼ਗਾਰ ਯੋਜਨਾ ਹੈਗੀ ਆ, ਜਿਹਦੇ ਵਿੱਚ ਕੁੜੀਆਂ, ਮੁੰਡੇ, ਔਰਤਾਂ ਸਾਰੇ ਕੰਮ ਕਰਦੇ ਆ। ਔਰ ਲੋਕਲ ਜਿਹੜੇ ਉੱਥੋਂ ਦੇ ਦਿਹਾੜੀਦਾਰ ਉਹਨਾਂ ਨੂੰ ਕੰਮ ਦਿੱਤਾ ਜਾਂਦਾ, ਮਜ਼ਦੂਰਾਂ ਨੂੰ। ਇਸ ਕਰਕੇ ਸਾਡੇ ਬਹੁਤੇ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹ ਇੱਥੋਂ ਚਲੇ ਵੀ ਗਏ। ਹੁਣ ਝੋਨਾ ਲੱਗ ਰਿਹਾ, ਝੋਨੇ ਦੇ ਵਿੱਚ ਵੀ ਜ਼ਰੂਰਤ ਸੀਗੀ ਮਜ਼ਦੂਰਾਂ ਦੀ ਸਾਰਿਆਂ ਦੀ, ਉਹ ਮਜ਼ਦੂਰ ਨਹੀਂ ਲੱਭ ਰਹੇ ਕਿਉਂਕਿ ਉਹ ਚਲੇ ਗਏ। ਕਿ ਇਸ ਕਰਕੇ ਦਿਹਾੜੀਦਾਰ ਜਿਹੜੇ ਲੋਕਲ ਹੈਗੇ ਆ, ਜਿਹੜੇ ਇੱਥੋਂ ਦੇ ਰਹਿਣ ਵਾਲੇ ਪਿੰਡਾਂ ਦੇ, ਉਹਨਾਂ ਦਾ ਖਾਸ ਤੌਰ 'ਤੇ ਅਕਾਊਂਟ ਖੋਲ੍ਹਿਆ ਜਾਂਦਾ, ਉਹਨਾਂ ਦੀ ਪਾਸਬੁੱਕ ਬਣਾਈ ਜਾਂਦੀ ਹੈ ਕਿ ਇਹਦੇ ਵਿੱਚ ਪੈਸੇ ਦੀ ਦਿਹਾੜੀ ਹੋਊਗੀ। ਔਰ ਉਹ ਵਿਚਾਰਿਆਂ ਦੇ ਹੁਣ ਪੈਸੇ ਜਿਹੜੇ ਹੈਗੇ ਆ ਉਹ ਦਿਹਾੜੀ ਥੋੜ੍ਹੀ ਹੈਗੀ ਆ, ਮਹਿੰਗਾਈ ਦਿਨੋਂ ਦਿਨ ਵਧੀ ਹੈਗੀ ਆ, ਉਹਨਾਂ ਨੂੰ ਉਹੀ ਪੁਰਾਣੀ ਮਿਲ ਰਹੀ ਆ, ਉਹਦੇ ਵਿੱਚ ਕੋਈ ਵਧਾਇਆ ਨਹੀਂ ਗਾ। ਹਰਿਆਣਾ ਕਿਉਂ ਵੱਧ ਲੈ ਰਿਹਾ? ਇਹਦੇ ਵਿੱਚ ਇਹੀ ਗੱਲ ਹੈਗੀ ਕਿ ਉੱਥੇ ਸਰਕਾਰ ਇਹਨਾਂ ਦੀ ਹੈਗੀ ਹੈ, ਪੰਜਾਬ 'ਚ ਸਰਕਾਰ ਇਹਨਾਂ ਦੀ ਨਹੀਂ ਹੈਗੀ। ਜਦੋਂ ਕਿ ਨਾਲ ਲੱਗਦੇ ਭਰਾ ਹੀ ਹੈਗੇ ਆ, ਉਹ ਵੱਧ ਦਿਹਾੜੀ ਲੈ ਰਹੇ ਆ। ਕੰਮ ਤਾਂ ਉਹੀ ਹੈ, ਖੇਤੀਬਾੜੀ ਦਾ ਕੰਮ ਹੋ ਜਾਊ, ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ ਕੰਮ ਹੋ ਜਾਊਗਾ, ਪਿੰਡਾਂ ਦੇ ਸਰਪੰਚਾਂ ਦੀ, ਪੰਚਾਇਤਾਂ ਦਾ ਕੰਮ ਹੋ ਜਾਊਗਾ। ਮਨਰੇਗਾ ਜਿਹੜੀ ਸੈਂਟਰ ਦਾ ਕੰਮ ਕਰਦੀ ਹੈ, ਉਹ ਫੰਡਿੰਗ ਜਿਹੜੀ ਹੈ ਕੇਂਦਰ ਸਰਕਾਰ ਦਿੰਦੀ ਹੈ, ਮਿਨਿਸਟਰੀ ਆਫ ਫਾਈਨਾਂਸ ਦਿੰਦੀ ਹੈ। ਉਹ ਪੈਸਾ ਪੰਜਾਬ ਨੂੰ ਮੁਹੱਈਆ ਹੁੰਦਾ। ਔਰ ਉਹ ਪਾਰਟੀਕੂਲਰਲੀ ਉਹਨਾਂ ਨੂੰ ਡਿਵਾਈਡ ਕੀਤਾ ਵਾ ਉਹਦੇ 'ਤੇ ਜਿਹੜੀ ਪਰ ਡੇ ਦਿਹਾੜੀ ਨਾਲ। ਉਹ ਜਿਹੜਾ ਬੰਦਾ ਕੰਮ ਕਰਦਾ ਵਿਚਾਰੇ ਨੂੰ ਉਹਦੇ 'ਤੇ ਵਿਚਾਰੇ ਦੇ ਝੋਲੇ 'ਚ ਤਾਂ ਕੁਝ ਵੀ ਨਹੀਂ ਪੈਂਦਾ, ਉਹਦੇ 'ਚੋਂ ਪੈਸਾ ਉਹਨਾਂ ਕੁ ਮਿਲਦਾ ਜਿੰਨਾ ਕੁ ਹੈਗਾ। ਪਰ ਇਹ ਨਿਰੰਤਰ ਕੰਮ ਚੱਲਦਾ। ਇਹ ਹੈਗਾ ਕਿ ਉਹਦੇ ਵਿੱਚ ਜਿਹੜੀਆਂ ਦਿਹਾੜੀਆਂ ਮਿਲਦੀਆਂ, ਵੰਡਵੀਆਂ ਮਿਲ ਜਾਂਦੀਆਂ, ਔਰਤਾਂ ਵੀ ਕੰਮ ਕਰਦੀਆਂ, ਬੰਦੇ ਵੀ ਕੰਮ ਕਰਦੇ ਆ ਜਿਹੜੇ 18 ਸਾਲ ਤੋਂ ਉੱਪਰ ਹੈਗੇ ਆ। ਪਰ ਇਹ ਹੁਣ ਮਨਰੇਗਾ ਸਾਰੀਆਂ ਸਰਕਾਰਾਂ ਨੇ ਚਲਾਇਆ ਸੀਗਾ, ਉਦੋਂ ਬਾਅਦ ਹੁਣ ਆ ਕੇ ਫਿਰ ਇੱਥੇ ਖੜੋਤ ਆ ਗਈ ਹੈ। ਇਸ ਖੜੋਤ ਨੂੰ ਥੋੜ੍ਹਾ ਜਿਹਾ ਨਵਿਆਉਣਾ, ਇਹਨੂੰ ਥੋੜ੍ਹਾ ਜਿਹਾ ਅੱਗੇ ਲਿਜਾਉਣਾ ਮਹਿੰਗਾਈ ਦੇ ਲਿਹਾਜ਼ ਨਾਲ। ਜੇ ਹੁਣ ਸਰਕਾਰੀ ਨੌਕਰ ਹੈਗਾ ਉਹਨੂੰ ਤਾਂ ਡੀਏ ਮਿਲ ਜਾਂਦਾ, ਉਹ ਜਿਹੜਾ ਉਹਨੂੰ ਪੈਸਾ ਮਿਲਦਾ। ਔਰ ਜਿਹੜੇ ਵਿਚਾਰੇ ਗਰੀਬ ਨੇ, ਜਿਹੜਾ ਮਿਹਨਤ ਮਜ਼ਦੂਰੀ ਕਰਦੇ ਆ, ਪਸੀਨੋ ਪਸੀਨੀ ਹੁੰਦੇ ਆ, ਉਹਨਾਂ ਦਾ ਪੈਸਾ ਤਾਂ ਦੇਣਾ ਚਾਹੀਦਾ ਨਾ ਬਾਅਦ ਪੂਰੇ ਦਾ ਪੂਰਾ, ਤਾਂ ਕਿ ਉਹ ਕੰਮ ਤਾਂ ਦਿਲ ਲਾ ਕੇ ਕਰਨ। ਨਹੀਂ ਤਾਂ ਫਿਰ ਉਹ ਵੀ ਇੱਧਰ ਉੱਧਰ ਕਰਨਗੇ ਦਿਹਾੜੀ, ਮਤਲਬ ਫਿਰ ਦਿਹਾੜੀ ਨਿਭਾਉਣਗੇ, ਇੱਧਰ ਦੀਆਂ ਗੱਲਾਂ ਕਰੋ, ਉੱਧਰ ਦੀਆਂ ਗੱਲਾਂ ਕਰ ਤੁਰੇ ਫਿਰਨਗੇ, ਨਹੀਂ ਕੰਮ ਕਰਨਗੇ, ਆਊਟਪੁੱਟ ਨਿਲ ਆਊਗੀ। ਆਊਟਪੁੱਟ ਨਿਲ ਹੋਏਗੀ, ਇਹ ਤਾਂ ਅਸੀਂ ਸਾਰੇ ਜਾਣਦੇ ਹਾਂ। ਨਾਲ ਦੀ ਨਾਲ ਇਹ ਵੀ ਹੈ ਨਾ ਕਿ ਪੂਰੀ ਦੁਨੀਆ ਦੇ ਵਿੱਚ ਹੀ ਢਾਂਚਾ ਇੱਦਾਂ ਦਾ ਹੈ, ਸਟਰਕਚਰ ਇੱਦਾਂ ਦਾ ਹੈ ਕਿ ਜਿੱਦਾਂ ਆਪਾਂ ਕਹਿੰਦੇ ਨੇ ਨਾ, ਡਾਢੇ ਦਾ 27ਵੀਂ ਸੌ, ਉਹੀ ਤਕੜੇ ਦਾ 27ਵੀਂ ਸੌ। ਔਰ ਲੋਕੀ ਵੀ ਡਰਦੇ ਨੇ, ਜਿੱਦਾਂ 140 ਬਣਦੇ ਆ, ਜਿਵੇਂ 140 ਬਣਦੇ ਤੇ ਜੇ 100 ਬਣਦਾ ਉਹ ਤਾਂ 5-20 ਦਾ ਬਣਦਾ ਜੀ, ਹੈ ਨਾ, 20-50-100 ਬਿਲਕੁਲ। ਜੇ ਪਹਾੜੇ ਗਿਣਦੇ ਆਪਾਂ, ਜੇ ਦੂਜੀ ਗੱਲ ਕਿ ਜੇ ਕੋਈ ਆਵਾਜ਼ ਚੁੱਕੇ ਤਾਂ ਫਿਰ ਕਹਿੰਦੇ ਨੇ ਆ ਰੱਬ ਨੇੜੇ ਕਿ ਕਸੁੰਨ, ਤੇ ਫਿਰ ਕਸੁੰਨੀ ਨੇੜੇ ਦਿਖਦਾ ਹੈ ਕਿਉਂਕਿ ਕੁੱਟਾਂ ਥੋੜਾ ਖਾਣੀਆਂ ਨੇ। ਸਹੀ ਗੱਲ। ਤਾਂ ਹਰ ਪਾਸੇ ਪੂਰੀ ਦੁਨੀਆ ਦੇ ਵਿੱਚ ਇਹੀ ਆ ਕਿ ਜਿਹਦਾ ਜ਼ੋਰ ਹੈ, ਜ਼ੋਰ ਵਾਲਾ ਆਪਣਾ ਗੇਮ ਲੈ ਜਾਂਦਾ, ਬਾਕੀ ਮੂੰਹ ਤੱਕਦੇ ਰਹਿ ਜਾਂਦੇ ਨੇ। ਹੁਣ ਇਹ ਜਿੱਦਾਂ ਮਰਜ਼ੀ, ਭਾਵੇਂ ਕੰਨ ਇੱਧਰੋਂ ਫੜੋ ਤੇ ਭਾਵੇਂ ਕੰਨ ਉੱਧਰੋਂ ਫੜੋ, ਪਰ ਇਹ ਜ਼ੋਰ ਅਜ਼ਮਾਇਸ਼ੀ ਹੈਗੀ ਆ। ਹੁਣ ਇਹਦੇ ਜਿੱਤੇਗਾ ਕੌਣ, ਇਹ ਤਾਂ ਟਾਈਮ ਦੱਸੇਗਾ। ਵੈਸੇ ਦੋ ਲਾਈਨਾਂ ਜਿਹੜੀਆਂ ਹੈਗੀਆਂ ਨੇ ਕਿ ਲੇਬਰ 'ਤੇ ਡਿਪੈਂਡ ਕਰਦੀਆਂ। ਕਿਸੇ ਨੇ ਲਿਖਿਆ ਸੀ ਨਾ ਕਿ ਦੋ ਧੜਿਆਂ ਵਿੱਚ ਖਲਕਤ ਵੰਡੀ, ਖਲਕਤ ਪਬਲਿਕ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਜੋਕਾਂ ਦਾ, ਇੱਕ ਲੋਕਾਂ ਦਾ, ਹੈ ਨਾ। ਜੋਕਾਂ ਦਾ ਮਤਲਬ ਜਿਹੜੇ ਲਹੂ ਪੀਂਦੇ ਆ, ਜਿਹੜਾ ਉਹਨਾਂ ਦਾ ਲਹੂ ਪੀ ਰਹੇ, ਬਾਕੀ ਲੋਕ ਆ ਜਿਹੜੇ ਦਿਹਾੜੀਦਾਰ ਆ, ਉਹ ਗੱਲ ਆ, ਉਹ ਵਿਚਾਰੇ ਦਿਹਾੜੀਦਾਰ ਜਿਹਨਾਂ ਦੀ ਆਪਾਂ ਹੁਣ ਗੱਲ ਕੀਤੀ ਹੈ। ਸੋ ਆਪਾਂ ਅੱਗੇ ਵਧੀਏ, ਹੁਣ ਕਿਸਾਨਾਂ ਦੀ ਗੱਲ ਕਰ ਲਈਏ, ਮਜ਼ਦੂਰਾਂ ਦੀ ਗੱਲ ਤੇ ਹੋ ਗਈ, ਹੁਣ ਦਿਹਾੜੀਦਾਰ ਮਜ਼ਦੂਰ ਆ ਗਏ ਨੇ।
ਖੇਤੀਬਾੜੀ ਦੇ ਵਿੱਚ, ਕਿਉਂਕਿ ਉੱਥੇ ਕਿਸਾਨ ਵੀ ਹੈਗਾ ਤੇ ਦਿਹਾੜੀਦਾਰ ਮਜ਼ਦੂਰ ਵੀ ਹੈਗੇ ਨੇ। ਹਾਂਜੀ। ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਦੀ ਦਿਲਚਸਪੀ ਘਟ ਗਈ ਹੈ। ਦਿਨੋਂ ਦਿਨ ਘਟੀ ਆ। ਉਹ ਇਸ ਕਰਕੇ ਘਟ ਗਿਆ ਕਿ ਇੱਕ ਤਾਂ ਜਿਹੜੇ ਆ ਬਾਰਿਸ਼ ਜ਼ਿਆਦਾ ਹੋ ਗਈ ਆ, ਝੋਨਾ ਲੱਗ ਰਿਹਾ ਵਾ ਔਰ ਮੀਂਹ ਦਿਨੋਂ ਦਿਨ ਪੈ ਰਿਹਾ। ਇੰਦਰ ਦੇਵਤਾ ਜੀ ਪੂਰੇ ਖੁਸ਼ ਹੋ ਗਏ ਆ ਔਰ ਟੈਂਪਰੇਚਰ ਤਾਂ ਜਿਹੜੇ ਮੌਸਮ ਨੂੰ ਰਾਹਤ ਮਿਲ ਗਈ ਆ। ਲੋਕਾਂ ਦੇ ਮਿਜਾਜ ਆ ਥੋੜ੍ਹੇ ਖਿੜ ਗਏ ਆ, ਲੋਕ ਖੁਸ਼ ਹੋ ਗਏ ਆ। ਫੁੱਲ ਬੂਟੇ ਜਿਹੜੇ ਆ ਉਹਨਾਂ 'ਤੇ ਵੀ ਕਰੂੰਬਲਾਂ ਨਿਕਲ ਆਈਆਂ ਔਰ ਖੁਸ਼ਬੂ ਆ ਰਹੀ ਚਾਰੇ ਪਾਸੇ। ਬਹਾਰਾਂ ਜਿਹੜੀਆਂ ਸੱਦਾ ਦੇ ਰਹੀਆਂ ਵੀ ਆਓ ਕੰਮ ਕਰੋ ਹੁਣ। ਔਰ ਜਦੋਂ ਰੁੱਖ ਝੂਮਦੇ ਨੇ ਐਂ ਲੱਗਦਾ ਕਿ ਰੁੱਖ ਨੱਚਦੇ ਆ, ਹੈ ਨਾ, ਡਾਂਸ ਕਰਦੇ ਆ। ਇਹ ਬਹਾਰ ਹੁੰਦੀ ਹੈ ਕੁਦਰਤ ਦੀ। ਕੁਦਰਤ ਇਸ ਵੇਲੇ ਪੂਰੀ ਮਿਹਰਬਾਨ ਹੋ ਗਈ ਆ ਲੋਕਾਂ 'ਤੇ। ਔਰ ਕਿਸਾਨ ਜਿਹੜੇ ਆ ਉਹ ਇਸ ਕਰਕੇ ਝੋਨੇ 'ਤੇ ਮਿਹਰਬਾਨ ਨਹੀਂ ਹੋਏ ਸਿੱਧੀ ਬਿਜਾਈ 'ਤੇ, ਕਿ ਉਹਨਾਂ ਨੂੰ ਪਤਾ ਕਿ ਇਹਦੇ 'ਤੇ ਜਿਹੜੀ ਆ ਝਾੜ ਘਟ ਜਾਂਦਾ। ਔਰ ਸਰਕਾਰ ਉਹਨਾਂ ਨੂੰ ਪਰ ਏਕੜ 1500 ਰੁਪਈਆ ਦੇਣ ਦਾ ਵਾਅਦਾ ਕੀਤਾ ਸੀ, ਉਦੋਂ ਅੱਗੇ ਨਹੀਂ ਸਰਕਾਰ ਵਧੀ। ਕਿਸਾਨ ਜਿਹੜੇ ਆ ਉਹ ਜਿਹੜੀ ਪਹਿਲੀ ਪਿਰਤ ਹੈਗੀ ਆ, ਜਿਹੜੀ ਪਹਿਲਾ ਟਰਾਂਸਫਰਮੇਸ਼ਨ ਹੁੰਦੀ ਆ ਝੋਨਾ ਲਾਉਣ ਦੀ, ਪਨੀਰੀ ਜਿਹੜੀ ਹੈਗੀ ਆ ਪੁੱਟ ਕੇ ਤੇ ਖੇਤਾਂ 'ਚ ਲਾਉਣ ਦਾ ਪਹਿਲਾਂ ਕੱਦੂ ਕੀਤਾ ਜਾਂਦਾ, ਪਾਣੀ ਨਾਲ ਲੈਵਲ ਬਣਾਇਆ ਜਾਂਦਾ ਪਾਣੀ ਦਾ, ਫਿਰ ਉਹਦੇ ਵਿੱਚ ਝੋਨਾ ਲਾਇਆ ਜਾਂਦਾ। ਮਸ਼ੀਨਾਂ ਵੀ ਆ ਗਈਆਂ, ਮੈਨੂਅਲ ਵੀ ਲੱਗ ਰਿਹਾ, ਔਰਤਾਂ ਵੀ ਲਾ ਰਹੀਆਂ, ਬੰਦੇ ਵੀ ਲਾ ਰਹੇ ਆ, ਝੋਨਾ ਲਾ ਰਹੇ ਆ। ਔਰ ਉਹ 'ਚ ਬਾਸਮਤੀ ਦੀ ਖੁਸ਼ਬੂ ਵੀ ਆ, ਬਾਸਮਤੀ ਵੀ ਲੱਗਣੀ ਹੈ, ਇਸ ਤੋਂ ਬਾਅਦ ਲੱਗਦੀ ਆ, ਉਹ ਛੇਤੀ ਲੱਗਦੀ ਹੈ। ਪਰ ਇੰਟਰਸਟ ਇਸ ਕਰਕੇ ਦਿਲਚਸਪੀ ਇਹਨਾਂ ਦੀ ਨਹੀਂ ਆਈ ਕਿ ਉਹਦੇ ਵਿੱਚ ਝਾੜ ਘਟ ਜਾਂਦਾ। ਫਿਰ ਝੋਨੇ ਦੇ ਜਿਹੜੀ ਉਹ ਨਾ ਪਾਣੀ, ਹੁਣ ਪਾਣੀ ਬਹੁਤਾਤ ਹੋ ਗਿਆ, ਪਾਣੀ ਆ ਗਿਆ। 8 ਦਿਨ ਤਾਂ ਜਿਹੜੀ ਆ ਮੌਨਸੂਨ ਪਹਿਲੋਂ ਆ ਗਈਆਂ, ਇਹ ਵੀ ਕਿਸਾਨਾਂ ਲਈ ਆ ਗਈਆਂ। ਜੇ ਤਾਂ ਸਰਕਾਰ ਨੇ ਭੇਜਣੀ ਹੁੰਦੀ ਸਰਕਾਰ ਕਿਉਂਕਿ ਪੰਜਾਬ ਦੇ ਵਿੱਚ ਸ਼ਾਇਦ ਲੇਟ ਹੀ ਆਉਂਦੀਆਂ, ਜਿਸ ਤਰ੍ਹਾਂ ਪਹਿਲੋਂ ਹਿਮਾਚਲ 'ਚ ਪਹਿਲੋਂ ਆ ਗਈਆਂ। ਹਿਮਾਚਲ ਤਾਂ ਜਿਹੜਾ ਪਹਾੜੀ ਏਰੀਆ, ਜਦੋਂ ਮੌਨਸੂਨ ਪਾਉਣਾ ਹਿਮਾਲਾ ਦੇ ਨਾਲ ਉਹਦੀ ਚੋਟੀ ਨਾਲ ਟਕਰਾਉਂਦੀਆਂ ਤੇ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਆ। ਇਸੇ ਕਰਕੇ ਰਾਜਸਥਾਨ 'ਚ ਘੱਟ ਮੀਂਹ ਪੈਂਦਾ, ਰਾਜਸਥਾਨ ਦੂਰ ਸਾਡੇ ਤੋਂ। ਇਸ ਕਰਕੇ ਇਹਨਾਂ ਨੇ ਝੋਨਾ ਆਪ ਲਾਉਣਾ ਸ਼ੁਰੂ ਕਰ ਦਿੱਤਾ, ਕੱਦੂ ਬਣਾ ਕੇ। ਉਹ 'ਚ ਟਰੈਕਟਰ ਚੱਲਦੇ ਆ, ਹਲ ਚੱਲਦੇ ਆ ਔਰ ਮਸ਼ੀਨਾਂ ਉਹ ਤੋਂ ਬਾਅਦ ਉਹਨੂੰ ਟਰਾਂਸਪਲਾਂਟ ਕਰ ਦਿੰਦੀਆਂ, ਜਿਹੜੀ ਪਨੀਰੀ ਲੱਗੀ ਹੁੰਦੀ ਹੈ। ਹੁਣ ਉਹਦੇ ਵਿੱਚ ਇਹਦਾ ਝਾੜ ਚੰਗਾ ਹੋ ਜਾਊਗਾ ਕਿਉਂਕਿ ਸਮੇਂ ਸਿਰ ਲੱਗ ਗਿਆ। ਅੱਗੇ ਝੋਨਾ ਜਿਹੜਾ ਸੀ ਜਦੋਂ ਪਹਿਲੋਂ ਲਾਉਣਾ ਸ਼ੁਰੂ ਕਰ ਦਿੰਦੇ ਸੀ। ਹੁਣ ਐਤਕੀ ਇਹਨਾਂ ਦੇ ਡੀਸੀ ਦੇ ਹੁਕਮ ਸੀਗੇ ਕਿ ਤੁਸੀਂ ਜੂਨ ਦੇ ਵਿੱਚ ਹੀ ਲਾਉਣਾ। ਜੂਨ ਤੋਂ ਸ਼ੁਰੂ ਹੋ ਗਿਆ, ਹੁਣ ਜੁਲਾਈ 'ਚ ਚੱਲ ਰਿਹਾ ਹੈਗਾ। ਇਹਦੇ ਵਿੱਚ ਝੋਨਾ ਬੇਸ਼ੁਮਾਰ ਹੋਊਗਾ ਐਤਕੀ, ਕਿਉਂਕਿ ਮੀਂਹ ਚੰਗਾ ਵੇਲੇ ਸਿਰ ਪੈ ਗਿਆ। ਜੇ ਕੁਦਰਤ ਮਿਹਰਬਾਨ ਹੋ ਜਾਂਦੀ ਹੈ ਨਾ, ਫਿਰ ਬੰਦੇ ਦੀ ਕੋਈ ਮਤਲਬ ਨਹੀਂ ਹੈਗਾ, ਬੰਦਾ ਮਿਹਰਬਾਨ ਹੁੰਦਾ ਨਹੀਂ ਹੁੰਦਾ। ਜਿੱਥੇ ਪਾਣੀ ਅੱਗੇ ਤਰੇੜਾਂ ਪੈ ਜਾਂਦੀਆਂ, ਝੋਨਾ ਜਦੋਂ ਲਾਉਂਦੇ ਸੀ ਨਾ ਤੇ ਸੁੱਕਾ ਜਾਂਦਾ, ਖੇਤ ਸੁੱਕ ਜਾਂਦੇ, ਪਾਣੀ ਮੰਗਦਾ ਸੀ ਝੋਨਾ। ਇਹ ਵੀ ਇੱਕ ਪਾਣੀ ਦਾ ਜੀਵ ਹੀ ਸਮਝ ਲਓ ਹੈਗਾ, ਪਾਣੀ ਜ਼ਿਆਦਾ ਹੈਗਾ ਤੇ ਝਾੜ ਜ਼ਿਆਦਾ ਹੈਗਾ। ਬਿਲਕੁਲ ਸਹੀ ਗੱਲ ਹੈ। ਔਰ ਮੇਰੇ ਮਾਤਾ ਜੀ ਮੈਨੂੰ ਅਕਸਰ ਕਹਿੰਦੇ ਹੁੰਦੇ ਨੇ, ਜਦੋਂ ਕੁਦਰਤ ਮਿਹਰਬਾਨ ਹੁੰਦੀ ਹੈ ਨਾ ਤਾਂ ਸੁੱਕੇ ਛੋਲਿਆਂ ਦੀ ਵੀ ਖੇਤੀ ਹੋ ਜਾਂਦੀ ਹੈ। ਸਹੀ ਗੱਲ ਆ, ਉਹੀ ਹੈ। ਇਸ ਕਰਕੇ ਹੁੰਦੀ ਹੈ ਕਿ ਅੱਗੇ ਟਿੱਬਿਆਂ 'ਤੇ ਛੋਲੇ ਲੱਗਦੇ, ਮਸਰ ਛੋਲੇ ਜਿਹੜੇ ਆ ਤੇ ਬਾਜਰਾ ਟਿੱਬਿਆਂ 'ਤੇ ਹੁੰਦਾ ਸੀ। ਮੀਂਹ ਦੇ ਖੇਤੀ ਸੀ, ਜਦੋਂ ਮੀਂਹ ਪੈ ਗਿਆ ਤੇ ਬਾਜਰੇ ਦੇ ਸਿੱਟੇ ਨਿਕਲ ਆਉਂਦੇ ਆ। ਫਿਰ ਉਹਦੇ ਬਾਅਦ ਜਿਹੜਾ ਇਹ ਹੈਗਾ ਛੋਲੇ, ਇਹ ਵੀ ਬਹੁਤ ਇਹਨਾਂ ਨੂੰ ਡੱਡੇ ਲੱਗਦੇ ਆ, ਇਹ ਵੀ ਬਹੁਤ ਵਧੀਆ ਝਾੜ ਦੇ ਦਿੰਦੇ ਆ। ਫਿਰ ਮਸਰ, ਫਿਰ ਜੌਂ, ਫਿਰ ਸਾਰੀਆਂ ਜਿਹੜੀਆਂ ਫਸਲਾਂ ਹੈਗੀਆਂ। ਔਰ ਜਦੋਂ ਬਿਜਲੀ ਲਿਸ਼ਕਦੀ ਹੁੰਦੀ ਨਾ, ਉਦੋਂ ਇਹ ਸੜ ਵੀ ਜਾਂਦੇ ਸੀਗੇ। ਬਿਜਲੀ ਲਿਸ਼ਕਦੀ ਹੈ ਨਾ ਜਦੋਂ ਬੱਦਲ ਗੜਕਦੇ ਤੇ ਛੋਲੇ ਸੜ ਜਾਂਦੇ, ਝਾੜ ਖਤਮ ਹੋ ਜਾਂਦਾ। ਇਹਨੂੰ ਕਹਿੰਦੇ ਕੁਦਰਤੀ ਆਫਤ ਵੀ ਆ ਜਾਂਦੀ ਸੀ। ਬਿਲਕੁਲ, ਡੱਡਿਆਂ ਦੀ ਤਾਂ ਮੈਨੂੰ ਗੱਲ ਪਤਾ ਹੈ, ਕਿਉਂਕਿ ਡੱਡੇ ਜਦੋਂ ਆਉਂਦੇ ਨੇ ਹਰੇ ਹਰੇ ਹੁੰਦੇ ਨੇ, ਭੁੰਨ ਕੇ ਖਾਈਦੇ ਨੇ, ਭੁੰਨ ਕੇ ਖਾਂਦੇ ਸੀ, ਬੜਾ ਸਵਾਦ ਆਉਂਦਾ। ਬਹੁਤ ਅਸੀਂ ਖਾਧੇ ਜਦੋਂ ਡੰਗਰ ਚਾਰੀ ਦੇ ਬਾਹਰ, ਵੱਗ ਚਾਰੀ ਦੇ। ਹੋਰ ਕਰਦੇ ਕੀ? ਹਾਂ, ਸਾਰੇ ਛੱਲੀਆਂ ਭੁੰਨ, ਡੱਡੇ ਭੁੰਨ, ਗੰਨੇ ਚੂਪੋ, ਬੜਾ ਕੁਛ ਹੈਗਾ, ਬਹੁਤ ਕੁਛ। ਉਹ ਲਾਈਫ ਨਹੀਂ ਹੁਣ ਲੱਭਣੀ। ਦੇਖੋ ਜਦੋਂ ਨਾ ਬੱਦਲ ਛਾਏ ਹੁੰਦੇ ਸੀ, ਮੇਰੇ ਖਿਆਲ ਅੱਜ ਕੱਲ੍ਹ, ਕਿਉਂਕਿ ਅਸੀਂ ਤਾਂ ਬਚਪਨ 'ਚ ਮੈਂ ਦੇਖਿਆ ਹੈ, ਤੁਸੀਂ ਤਾਂ ਮੇਰੇ ਤੋਂ ਬਹੁਤ ਪਹਿਲਾਂ ਵੀ ਸਾਰੀਆਂ ਚੀਜ਼ਾਂ ਦੇਖੀਆਂ ਨੇ ਜੀ। ਜਦੋਂ ਮੀਂਹ ਪੈਂਦੇ ਨੇ, ਜਦੋਂ ਬੱਦਲਵਾਈ ਹੁੰਦੀ ਹੈ, ਇੱਕ ਪਾਸੇ ਧੁੱਪ ਨਿਕਲੀ ਹੁੰਦੀ ਹੈ, ਇੱਕ ਪਾਸੇ ਮੀਂਹ ਪੈਂਦਾ ਹੁੰਦਾ ਹੈ, ਫਿਰ ਬੱਦਲ ਟਰੈਵਲ ਕਰ ਜਾਂਦੇ ਨੇ, ਪਿੱਛੇ ਪਿੱਛੇ ਧੁੱਪ ਨਿਕਲਦੀ ਹੁੰਦੀ ਹੈ, ਅੱਗੇ ਅੱਗੇ ਛਾਂ ਹੁੰਦੀ ਜਾਂਦੀ। ਇਹ ਤੁਸੀਂ ਉਦੋਂ ਦੇਖਦੇ ਹੋ ਜਦੋਂ ਵੱਡੇ ਵੱਡੇ ਖੇਤ ਨੇ, ਖੁੱਲੀਆਂ ਜ਼ਮੀਨਾਂ ਨੇ। ਜਦੋਂ ਘਰ ਪੈ ਗਏ ਤੇ ਉਦੋਂ ਕੀ ਦੇਖਣਾ, ਉਹ ਤਾਂ ਕੋਈ ਛਾਂ ਨਹੀਂ ਹੋਣੀ। ਨਿਕਲ ਕੇ ਮੀਂਹ ਪੈਂਦਾ ਤੇ ਲੋਕ ਪਤਾ ਕੀ ਕਹਿੰਦੇ, ਕਹਿੰਦੇ ਪੁਰੇ ਦੀ ਹਵਾ ਵਗਦੀ, ਮੀਂਹ ਪਊਗਾ, ਪਰ ਇਹ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ। ਕਹਿੰਦੇ ਸੀ ਗਿੱਦੜ ਗਿੱਦੜੀ ਦਾ ਵਿਆਹ ਹੋ ਰਿਹਾ, ਧੁੱਪ ਨਾਲ ਮੀਂਹ ਪੈ ਰਿਹਾ। ਔਰ ਪੁਰੇ ਦੀ ਹਵਾ ਜਿਹੜੀ ਹੈ ਕਦੀ ਖਾਲੀ ਨਹੀਂ ਜਾਂਦੀ, ਮੀਂਹ ਪੈਂਦਾ ਸੀ। ਨਿੱਕੀ ਨਿੱਕੀ ਕਣੀਆਂ ਦਾ ਮੀਂਹ ਪੈਣਾ, ਉੱਤੇ ਗੀਤ ਵੀ ਹੈਗੇ ਸੀ, ਹੈ ਨਾ, ਤੇ ਉਹਦੇ ਤੇ ਲੋਕ ਗਾਉਂਦੇ ਵੀ, ਗਿੱਧਾ ਵੀ ਪੈਂਦਾ ਸੀ, ਨੱਚਦੇ ਵੀ ਆ। ਹੁਣ ਸਾਵਣ ਆ ਰਿਹਾ, ਨਿੱਕੇ ਨਿੱਕੇ ਹੁੰਦੇ ਨਾ, ਫਿਰ ਅਸੀਂ ਸਾਰੇ ਦੋਸਤਾਂ ਨੇ ਦੌੜ ਲਾਣੀ ਕਿ ਜਿੱਥੇ ਮੀਂਹ ਪੈਂਦਾ ਉਧਰ ਚੱਲੀਏ, ਜਿੱਥੇ ਧੁੱਪ ਨਿਕਲੀ ਹੁਣ ਉਧਰ ਚੱਲੀਏ। ਉਹ ਭੱਜੇ ਜਾਣਾ, ਇੰਨੇ ਨੂੰ ਧੁੱਪ ਸ਼ਿਫਟ ਹੋ ਜਾਣੀ, ਮੀਂਹ ਸ਼ਿਫਟ ਹੋ ਜਾਣਾ, ਮੌਸਮ ਠੰਡਾ ਹੋ ਜਾਂਦਾ ਸੀ ਨਾ, ਬਹੁਤ ਸਵਾਦ ਹੁੰਦਾ। ਬੱਚਿਆਂ ਦਾ ਨਹਾਉਣ ਨੂੰ ਦਿਲ ਕਰਦਾ ਹੈਗਾ, ਕੂੜੇ ਬਣਦੇ ਸੀ ਤੇ ਖੀਰਾਂ ਰਿੱਝਦੀਆਂ ਸੀ। ਇਸੇ ਤਰ੍ਹਾਂ ਦਾ ਕੁੜੀਆਂ ਨੱਚਦੀਆਂ ਹੈਗੀਆਂ। ਹੁਣ ਆ ਰਿਹਾ ਸਾਉਣ, ਤੀਆਂ ਲੱਗਣਗੀਆਂ, ਉਸੇ ਤਰ੍ਹਾਂ ਦੇ ਫਿਰ ਮੁਹਾਜ਼, ਉਸੇ ਤਰ੍ਹਾਂ ਦੇ ਮਾਹੌਲ, ਉਸੇ ਤਰ੍ਹਾਂ ਦੇ ਜਿਹੜੇ ਮੇਲੇ ਲੱਗਣਗੇ। ਔਰ ਇਹ ਰੁੱਤ ਜਿਹੜੀ ਹੈਗੀ ਆ, ਇਹ ਬਿਲਕੁਲ ਨੱਚਣ ਗਾਉਣ ਦੀ ਰੁੱਤ। ਬਸ ਇਹ ਹੁਣ ਸਾਡੇ ਵਾਸਤੇ ਇੱਕ ਕੰਮ ਫਿਕਸ ਹੋ ਗਿਆ। ਜਦੋਂ ਵੀ ਤੁਸੀਂ ਖਾਣ ਪੀਣ ਦੀ ਗੱਲ ਕਰਦੇ ਹੋ ਨਾ, ਅਸੀਂ ਤੁਹਾਡੇ
ਲਈ ਕੰਮ ਦੇ ਦਿੰਦੇ, ਹੁਣ ਸਾਨੂੰ ਖੀਰ ਵੀ ਖਵਾਓ, ਪੂੜੇ ਵੀ ਖਵਾਓ। ਜ਼ਰੂਰ ਜ਼ਰੂਰ ਹੁਣ ਤੁਸੀਂ ਉਹ ਇੰਤਜ਼ਾਮ ਕਰਨਾ। ਆਹ ਬਣੀ ਬਣਾਈ ਖੀਰ ਆਜੂ ਘਰੋਂ, ਆਪਾਂ ਖਵਾਵਾਂਗੇ, ਸਾਰੇ ਤੁਹਾਨੂੰ ਮਿਲ ਕੇ ਖਾਵਾਂਗੇ। ਬਿਲਕੁਲ ਖਾਵਾਂਗੇ, ਕਿਉਂਕਿ ਪੰਜਾਬ ਦਾ ਇਹ ਇੱਕ ਤੋਹਫਾ ਹੈ ਪੂਰੀ ਦੁਨੀਆ ਨੂੰ। ਇਹਨੂੰ ਰੁੱਤ ਰੁੱਤ ਦੇ ਮੇਵੇ ਆਉਂਦੇ, ਰੁੱਤ ਰੁੱਤ ਦੇ ਮੇਵੇ। ਹੁਣ ਇਹ ਰੁੱਤ ਰੁੱਤ ਦੇ ਮੇਵਿਆਂ ਦੇ ਉੱਤੇ ਆ ਦੇਖੋ ਕੀ ਹੋਣ ਲੱਗਾ, ਸਮਾਰਟ ਮੀਟਰ ਲਗਾਉਣ ਲੱਗੇ ਨੇ ਕਿਸਾਨਾਂ ਲਈ, ਤੇ ਕਿਸਾਨ ਤੇ ਪਾਵਰਕਾਮ ਹੋ ਗਏ ਨੇ ਆਮੋ ਸਾਹਮਣੇ ਕਿ ਸਮਾਰਟ ਮੀਟਰ ਦਾ ਕੀ ਕੰਮ। ਫਿਰ 600 ਯੂਨਿਟ ਜਿਹੜੀ ਫ੍ਰੀ ਕੀਤੀ ਉਹਦਾ ਕੀ ਮਤਲਬ ਰਹਿ ਜਾਊਗਾ ਜੇ ਸਮਾਰਟ ਮੀਟਰ ਪਹਿਲਾਂ ਰੀਚਾਰਜ ਕਰਵਾਉਣਾ ਪਏਗਾ, ਤਾਂ ਆਹ ਕੀ ਚੱਕਰ ਪੈਂਦੇ ਪਏ ਨੇ ਸਮਾਰਟ ਮੀਟਰ ਦੇ। ਵੈਸੇ ਇਹਨਾਂ ਨੇ ਕਿਹਾ ਕਿ ਜਿਹੜੇ ਮੀਟਰ ਦੀ ਰੀਡਰ ਆਉਂਦੇ ਨੇ, ਰੀਡਿੰਗ ਕਰਨ ਆਉਂਦੇ ਨਾ, ਉਹ ਮੀਟਰ ਜਿਹੜੇ ਮੈਨੂਅਲ ਆ ਉਹਨਾਂ ਦੇ ਵਿੱਚ ਉਹ ਮਸ਼ੀਨ ਲਾ ਕੇ ਤੇ ਦੇਖ ਲੈਂਦੇ ਵੀ ਕਿੰਨੇ ਯੂਨਿਟ ਬਲ ਗਏ, ਕਿੰਨਾ ਕੁਛ ਦੀ ਕੰਜ਼ੰਪਸ਼ਨ ਹੋ ਗਈ ਹੈ। ਇਹਨਾਂ ਨੇ ਇਹ ਕਿਹਾ ਸੀ ਕਿ ਸਮਾਰਟ ਮੀਟਰ ਜਿਹੜਾ ਹੈਗਾ ਉਹਦੇ ਵਿੱਚ ਐਪ ਦੇਵਾਂਗੇ, ਉਹਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਲਾਂਗੇ, ਤੁਹਾਡੇ ਮੋਬਾਈਲ ਨੰਬਰ 'ਤੇ ਉਹਦੇ 'ਤੇ ਤੁਹਾਡਾ ਸਾਰਾ ਯੂਨਿਟ ਜਿੰਨੇ ਆ ਜਾਣਗੇ, 600 ਯੂਨਿਟ ਤੋਂ ਵੱਧ ਬਾਲਿਆ ਗਿਆ ਤਾਂ ਫਿਰ ਤੁਹਾਨੂੰ ਪੈਸੇ ਆਉਣਗੇ, ਨਹੀਂ ਤਾਂ ਫਿਰ ਫ੍ਰੀ ਰਹੂਗਾ। ਪਰ ਉਹਦੇ ਵਿੱਚ ਇਹਨਾਂ ਨੇ ਵੀ ਕੰਪਨੀ ਕਿਸੇ ਨਾਲ ਸਮਝੌਤਾ ਕੀਤਾ ਗਾ, ਸਮਾਰਟ ਮੀਟਰ ਜਿਹੜੇ ਉਹਨਾਂ ਕੋਲ ਲੈਣੇ ਆ, ਉਹ ਲੈ ਕੇ ਇਹਨਾਂ ਨੂੰ ਕਮਿਸ਼ਨ ਵੀ ਮਿਲਣਾ ਜਿੱਥੋਂ ਜਿੱਥੋਂ ਇਹਨਾਂ ਨੂੰ ਸਮਾਰਟ ਮੀਟਰ ਆਉਣੇ ਆ। ਪਰ ਕਿਸਾਨਾਂ ਨੇ ਵਿਰੋਧ ਕਰਤਾ ਵੀ ਨਹੀਂ ਲੱਗਣ ਦੇਣੇ, ਉਹਨਾਂ ਕਈ ਜਗ੍ਹਾ ਤੋੜੇ ਵੀ ਆ, ਨਹੀਂ ਲੱਗਣ ਦਿੱਤੇ। ਉਹਨਾਂ ਕਿਹਾ ਜਿਹੜੇ ਲੱਗੇ ਆ ਜਾਂ ਤਾਂ ਖਰਾਬ ਦੱਸੋ ਖਰਾਬ ਹੋ ਗਿਆ, ਪਹਿਲਾਂ ਉੱਤੇ ਪੈਸੇ ਖਰਚੇ ਆ, ਫਿਰ ਤੁਸੀਂ ਇਹਦੇ 'ਤੇ ਪੈਸੇ ਖਰਚੋਗੇ, ਤੇ ਇੱਕ ਪਾਸਿਆਂ ਦੇ ਪੈਸਾ ਬਚਾਉਣਾ ਵਾ, ਜਿਹ 'ਤੇ ਬਿੱਲ ਆਉਂਦਾ ਜੀ, ਕਾਗਜ਼ ਬਚਾਉਣੇ ਆ, ਕਾਗਜ਼ ਦੀ ਸਰਕੂਲੇਸ਼ਨ ਬਚਾਉਣੀ ਆ, ਮਸ਼ੀਨਾਂ ਜਿਹੜੀਆਂ ਉਹਨਾਂ ਦੀ ਆ, ਜਿਹੜੇ ਕੰਮ ਕਰ ਰਹੇ ਰੀਡਰ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਣਗੇ, ਤੁਹਾਡੇ ਕੋਲ ਡਾਇਰੈਕਟ ਆ ਜਾਣਗੇ ਸਾਰਾ ਕੁਝ। ਤੀਜਾ ਇਹਨਾਂ ਨੇ ਕਿਹਾ ਪਾਵਰਕਾਮ ਨੇ ਕਿ ਚੋਰੀ ਰੁਕ ਜੂਗੀ, ਪਰ ਇਹ ਸਾਰੇ ਬਹਾਨੇਬਾਜ਼ੀ ਆ। ਕਿਸਾਨ ਤੁਹਾਨੂੰ ਪਤਾ ਜਦੋਂ ਮਗਰ ਲੱਗ ਜਾਂਦੇ ਕਿਸੇ ਗੱਲ ਦੇ, ਛੱਕੇ ਛੁਡਾ ਦਿੰਦੇ ਆ। ਇਹਨਾਂ ਨਹੀਂ ਇਸ ਵੇਲੇ ਹੋਣ ਦੇਣਾ, ਇਸ ਕਰਕੇ ਨਹੀਂ ਹੋਣ ਦੇਣਾ ਕਿ ਉਹਨਾਂ ਨੂੰ ਪਤਾ ਹੈਗਾ ਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਨੁਕਸਾਨ ਹੋ ਜਾਣਗੇ ਕਿਸਾਨਾਂ ਦੇ, ਔਰ ਖਾਸ ਕਰਕੇ ਘਰੇਲੂ ਬਿਜਲੀ ਜਿਹੜੇ ਵਰਤਦੇ ਉਹਨਾਂ ਲਈ ਕਈ ਸੀਕ੍ਰੇਟਸ ਨੇ ਇਹਦੇ 'ਚ। ਕਈ ਸੀਕ੍ਰੇਟ ਉਹਦੇ ਤਾਂ ਇਸ ਕਰਕੇ ਹੈਗਾ ਕਿ ਇਹਨਾਂ ਦੇ ਮਸ਼ੀਨਾਂ ਨਾਲ ਹੁੰਦੇ ਆ, ਜਿਹੜੇ ਬਣਾ ਰਹੇ ਆ, ਜਿਹਨਾਂ ਸਪਲਾਈ ਕਰਨੇ ਆ ਮੀਟਰ, ਉਹਨਾਂ ਕੋਲ ਵੀ ਕਮਿਸ਼ਨ ਹੈਗਾ, ਉਹਨਾਂ ਕੋਲ ਪੈਸਾ ਲੈਣਾ ਹੈਗਾ। ਪਹਿਲਾਂ ਮੀਟਰ ਗਰਾਰੀ ਵਾਲੇ ਹੁੰਦੇ ਸੀ, ਉਹ ਗਰਾਰੀ ਨਾਲ ਚੱਲਦੇ ਹੁੰਦੇ ਸੀ, ਵਧੀਆ ਚੱਲਦੇ ਸੀ, ਕੁਛ ਉੱਥੇ ਪ੍ਰੋਬਲਮ ਨਹੀਂ ਸੀ, ਚੱਲਦੇ ਸੀ। ਉਹ ਇਹ ਕਹਿਣ ਲੱਗ ਪਏ ਉੱਥੇ ਚੋਰੀ ਹੋਣ ਲੱਗ ਪਈ। ਫਿਰ ਡਿਜੀਟਲ ਆ ਗਏ, ਡਿਜੀਟਲ ਜਿਹੜੇ ਹੈਗੇ ਸੀ ਉਹਦੇ 'ਤੇ ਤੁਸੀਂ ਕੁਛ ਵੀ ਚੀਜ਼ ਲਾਓਗੇ ਘਰ ਵਿੱਚ, ਚਾਰਜਰ ਲਾ ਕੇ ਮੋਬਾਈਲ ਲਾਤਾ, ਤਦ ਵੀ ਚੱਲਣਾ ਸ਼ੁਰੂ ਕਰ ਦਿੰਦਾ। ਔਰ ਇਸ ਕਰਕੇ ਇਹ ਕੋਈ ਨਾ ਕੋਈ ਬਹਾਨਾ ਲੱਭਦੇ ਆ। ਇਸ ਬਹਾਨੇ ਨੂੰ ਇਸ ਵੇਲੇ ਪੂਰਾ ਜਿਹੜਾ ਵਧੀਆ ਜਵਾਬ ਦੇ ਦਿੱਤਾ ਕਿਸਾਨਾਂ ਨੇ। ਬਿਲਕੁਲ, ਸਮਾਰਟ ਮੀਟਰ, ਸਮਾਰਟ ਫੋਨ, ਸਮਾਰਟ ਸਿਟੀ, ਸਾਰੇ ਸਮਾਰਟ, ਕਿਸਾਨ ਵੀ ਸਮਾਰਟ ਨੇ। ਫਿਰ ਕਿਸਾਨ ਬੜੇ ਸਮਾਰਟ ਨੇ, ਉਹਨਾਂ ਨੂੰ ਸਭ ਪਤਾ ਵੀ ਅੰਦਰੋਂ ਕੀ ਹੋਣ ਜਾ ਰਿਹਾ। ਨਹੀਂ, ਪੜ੍ਹੇ ਲਿਖੇ ਨੇ, ਪੜ੍ਹੇ ਲਿਖੇ ਨੇ। ਸੋ ਇਹ ਵਧੀਆ ਹੈ, ਪੜ੍ਹੀ ਲਿਖੀ ਜਨਰੇਸ਼ਨ ਸਾਹਮਣੇ ਆ ਰਹੀ ਹੈ ਕਿਸਾਨੀ ਦੇ ਵਿੱਚ। ਕਿਸਾਨੀ ਵਧੀਆ ਹੋ ਜਾਵੇ ਤਾਂ ਹੋ ਸਕਦਾ ਜਿਹੜੇ ਬਾਹਰ ਜਾ ਰਹੇ ਨੇ ਨਾ ਵਿਦੇਸ਼ਾਂ ਦੇ ਵਿੱਚ ਥੋੜਾ ਰੁਕ ਜਾਣਾ। ਇਹ ਵੀ ਗੱਲ ਠੀਕ ਹੈ, ਇੱਥੇ ਰਹਿਣਗੇ ਜਵਾਨ ਤਾਂ ਬਹੁਤ ਵਧੀਆ ਹੋਊਗਾ, ਬਹੁਤ ਵਧੀਆ ਕਿਸਾਨ, ਕਿਉਂਕਿ ਸਾਡੇ ਪੁਰਖੇ ਵੀ ਤਾਂ ਬਹੁਤ ਕੁਝ ਕਰਦੇ ਸੀ। ਪੰਜਾਬ ਦੀ ਕਿੰਨੀ ਦੇਣ ਹੈ ਪੂਰੀ ਦੁਨੀਆ ਨੂੰ। ਨਾਲੇ ਪੰਜਾਬ ਦੀ ਧਰਤੀ ਤੇ ਰਹਿਣਗੇ, ਬੜਾ ਕੁਝ ਸੋਚਣਗੇ, ਬਹੁਤ ਕਰ ਸਕਦੇ ਆ ਪੰਜਾਬ ਦੇ ਭਵਿੱਖ ਲਈ, ਪੰਜਾਬ ਦੇ ਆਉਣ ਵਾਲੇ ਸਮੇਂ ਲਈ ਜਵਾਨ ਬਹੁਤ ਕੁਝ ਕਰ ਸਕਦੇ ਆ। ਮੇਰੇ ਖਿਆਲ ਸਮਾਂ ਵੀ ਹੋ ਗਿਆ। ਔਰ ਅਸੀਂ ਆਪਣੇ ਸਮਾਰਟ ਦਰਸ਼ਕਾਂ ਨੂੰ ਇਹ ਵੀ ਕਹਾਂਗੇ ਕਿ ਆਪਣੇ ਸਮਾਰਟ ਵਿਚਾਰ ਸਾਨੂੰ ਇਨਬਾਕਸ ਕਰੋ, ਤਾਂ ਕਿ ਅਸੀਂ ਉਹਨਾਂ ਨੂੰ ਦੇਖੀਏ, ਕੋਖੀਏ ਕਿ ਹੋਰ ਤੁਸੀਂ ਕੀ ਚਾਹੁੰਦੇ ਹੋ ਸਾਡੇ ਕੋਲੋਂ, ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਕਰੀਏ। ਸੋ ਚੱਲਿਆ ਜਾ ਬਲਕਾਰ ਜੀ, ਤੇ ਸਾਡਾ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਜ਼ਰੂਰ ਜੀ। ਸਤਿ ਸ੍ਰੀ ਅਕਾਲ ਜੀ।